ना हऊँ जति सती नहीं पड़िया, मूर्ख मुगदा जन्म भया, परनवत नानक तिनकी शरणा, जिन तू नाही विसरिया। डंडोत बंधन अनेक बार, सर्व कला समरथ, डोलन ते राखो प्रभु, नानक दे कर हथ। डोलन ते राखो प्रभु, नानक दे कर हथ। सतनाम धन वाहे गुरु साहिब जियो। श्लोक महला पहला। भय विच पवन वह सदवाओ, भय विच चलह लख दरियाओ, भय विच अगन कढै वेगार, भय विच धरती दबी पार, भय विच इंद फिरै सिर भार, भय विच राजा धर्म दुआर, भय विच सूरज भय विच चंद, कोह करोड़ी चलत ना अंत, भय विच सिद्ध बुद्ध सुरनाथ, भय विच आडाणे आकाश, भय विच जोध महाबल सूर, भय विच आवह जावह पूर, सगलियां भौ लिखिया सिर लेख, नानक निर्भौ निरंकार सच एक, सगलियां भौ लिखिया सिर लेख, नानक निर्भौ निरंकार सच एक। वाहिगुरु जी का खालसा, वाहिगुरु जी की फतेह। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र खजूरी अंदर संध्या वेले दे इस विशेष गुरमत दीवान दी
आप जी हाजिरी पर रहे हो। सतगुरु गुरु ग्रंथ ਸਾਹਿਬ जी ਦੀ ਕਿਰਪਾ ਦਾ ਸਦਕਾ ਪਿਛਲੇ ਕੁਝ ਸਾਲਾਂ ਤੋਂ ਹਜ਼ੂਰ ਦੀ ਰਹਿਮਤ ਸਦਕਾ ਆਪ ਜੀ ਦੇ ਦਰਸ਼ਨ ਦੀਦਾਰ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਇਸ ਬਾਰੇ ਮਾਲਕ ਨੇ ਬਖਸ਼ਿਸ਼ ਕੀਤੀ। ਆਸ਼ਾ ਕੀ ਵਾਰ ਦੀ ਵਿਚਾਰ ਜੋ ਦਾਸ ਪਿਛਲੇ ਦਿਨਾਂ ਤੋਂ ਇੰਡੀਆ ਵਿਖੇ ਕਰਦਾ ਆ ਰਿਹਾ ਹੈ, ਉਸੇ ਲੜੀ ਵਿੱਚੋਂ ਹੀ ਜਿਤਨੇ ਅੰਮ੍ਰਿਤ ਬੋਲ ਇੱਥੇ ਵਿਚਾਰੇ ਜਾ ਸਕਣਗੇ ਮੈਂ ਯਤਨ ਕਰਾਂਗਾ। 3 ਪੌੜੀਆਂ ਦੀ ਸ਼ਲੋਕਾਂ ਸਮੇਤ ਵਿਆਖਿਆ ਹੋ ਚੁੱਕੀ ਹੈ। ਚੌਥੀ ਪੌੜੀ ਨਾਲ ਜੋ ਸ਼ਲੋਕ ਦਰਜ ਨੇ, ਉਸ ਅੰਮ੍ਰਿਤ ਸ਼ਲੋਕ ਜੋ ਪਹਿਲਾ ਹੈ ਚੌਥੀ ਪੌੜੀ ਦਾ ਸ਼ਲੋਕ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਮੈਂ ਸੰਖੇਪ ਜੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਅਰਜ਼ ਕਰਦਿਆਂ, ਸਾਡੇ ਜੀਵਨ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਸ਼ਬਦ ਵਿੱਚੋਂ ਕਮਾਇਆ ਹੋਇਆ ਜੀਵਨ ਹੀ ਸਾਡੀ ਹਿਸਟਰੀ ਬਣਿਆ ਹੈ, ਇਤਿਹਾਸ ਬਣਿਆ ਹੈ। ਜਦੋਂ ਅਸੀਂ ਸ਼ਬਦ ਦਾ ਪੱਲਾ ਪਕੜਾਂਗੇ ਤੇ ਸ਼ਬਦ ਕਰਕੇ ਸਾਡੀ ਆਤਮਾ ਦੀ ਪਰਮ ਆਤਮਾ ਨਾਲ ਸਾਂਝ ਪਏਗੀ। ਉਹ ਸ਼ਬਦ ਜਿਹੜਾ ਅਕਥ ਅਗੋਚਰ, ਜਿਸ ਨੂੰ ਕਥਨਾ ਕਰੜਾ ਸਾਰ ਮਹਾਰਾਜ ਜੀ ਨੇ ਕਿਹਾ ਹੈ, ਉਹ ਸ਼ਬਦ ਦਾ ਅਨੁਭਵ ਗੁਰੂ ਸਾਹਿਬਾਨਾਂ ਦੇ ਪਵਿੱਤਰ ਹਿਰਦੇ ਤੇ, ਉਸ ਸ਼ਬਦ ਦਾ ਪ੍ਰਕਾਸ਼ ਭਗਤ ਸਾਹਿਬਾਨਾਂ ਦੇ ਪਵਿੱਤਰ ਹਿਰਦੇ ਤੇ ਪਿਆ ਤੇ ਉਹਨਾਂ ਦੇ ਪਰਉਪਕਾਰੀ ਹਿਰਦੇ ਨੇ ਸਾਡੇ ਵਰਗੇ ਲੋਕਾਂ ਦੇ ਪਾਰ ਉਤਾਰੇ ਦੇ ਲਈ ਸਾਡੀ ਜ਼ਬਾਨ ਵਿੱਚ, ਸਾਡੀ ਬੋਲੀ ਵਿੱਚ ਉਸ ਰੱਬੀ ਗਿਆਨ ਨੂੰ ਸੁਖੈਨ ਕਰਕੇ ਉਚਾਰਨ ਕਰ ਦਿੱਤਾ। ਬੇਨਤੀ ਸੁਣਿਓ ਆਰੰਭ 'ਚ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਵਰਤਿਆ, ਇਹ ਖਸਮ ਦੀ ਬਾਣੀ ਆਈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਧੁਰ ਕੀ ਬਾਣੀ, ਖਸਮ ਦੀ ਬਾਣੀ, ਸੰਤ ਬਾਣੀ, ਸਾਧ ਕੀ ਬਾਣੀ, ਬਾਣੀ ਨਿਰੰਕਾਰ ਸ਼ਬਦ ਵੀ ਵਰਤਿਆ ਗਿਆ। ਜੋ ਇਹ ਧੁਰ ਤੋਂ ਬਾਣੀ ਆਈ, ਇਸ ਬਾਣੀ ਨਾਲ ਜਦੋਂ ਸੁਰਤ ਜੁੜੇਗੀ, ਸ਼ਬਦ ਵੀ ਸੁਰਤ ਜੁੜੇਗੀ। ਸ਼ਬਦ ਉਸ ਸੁਰਤ ਨੂੰ ਉਸ ਘਰ ਵਿੱਚ ਲੈ ਜਾਏਗਾ ਜਿਸ ਘਰ ਤੋਂ ਧੁਰ ਕੀ ਬਾਣੀ ਆਈ ਹੈ। ਫਿਰ ਬੇਨਤੀ ਕਰਾਂ ਕਿ ਪੁਰਾਤਨ ਸਮੇਂ ਵਿਦਵਾਨ ਇੱਕ ਉਦਾਹਰਨ ਦਿੰਦੇ ਸਨ ਕਿ ਖੁਮਾ ਇੱਕ ਪੰਛੀ ਹੈ। ਕਿਹਾ ਜਾਂਦਾ ਜਿਹਦੇ ਸਿਰ ਤੋਂ ਉਹ ਲੰਘ ਜਾਏ ਉਹ ਖੁਸ਼ਕਿਸਮਤ ਹੁੰਦਾ ਹੈ, ਉਹ ਵੱਡਿਆਂ ਭਾਗਾਂ ਵਾਲਾ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਦੇ ਇੱਕ ਸ਼ੇਰ ਵਿੱਚ ਉਹਦਾ ਜ਼ਿਕਰ ਕੀਤਾ ਹੈ। ਹੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਇਹਦਾ ਭਾਵ ਇਹ ਹੈ ਕਿ ਜਿਸ ਦੇ ਸਿਰ ਦੇ ਉੱਪਰੋਂ ਖੁਮਾ ਪੰਛੀ ਲੰਘ ਜਾਏ ਉਹ ਖੁਸ਼ਕਿਸਮਤ ਹੁੰਦਾ ਹੈ, ਚੰਗੇ ਭਾਗਾਂ ਵਾਲਾ ਹੋ ਜਾਂਦਾ ਹੈ। ਤੇ ਹਜ਼ੂਰ ਉੱਥੇ ਉਸ ਖੁਮਾ ਦੇ ਪਰਛਾਵੇਂ ਦਾ ਜ਼ਿਕਰ ਕਰਦਿਆਂ ਅਕਾਲ ਪੁਰਖ ਦੀ ਰਹਿਮਤ ਨਾਲ ਜੋੜਦੇ। ਕਹਿੰਦੇ ਨੇ ਔਰੰਗਜ਼ੇਬ ਜਿਹਦੇ ਸਿਰ ਤੋਂ ਖੁਮਾ ਲੰਘ ਜਾਏ, ਲੋਕ ਕਹਿੰਦੇ ਨੇ ਉਹ ਖੁਸ਼ਕਿਸਮਤ ਹੁੰਦਾ ਹੈ, ਪਰ ਮੇਰੇ ਸਿਰ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਛਾਇਆ ਹੈ ਤੇ ਤੇਰੇ ਵਰਗੇ ਚਲਾਕ ਕਾਂ ਮੇਰਾ ਕੁਛ ਵੀ ਨਹੀਂ ਵਿਗਾੜ ਸਕਦੇ। ਉਹਨਾਂ ਨੇ ਜ਼ਿਕਰ ਖੁਮਾ ਦਾ ਕੀਤਾ। ਪਰ ਜੋ ਅਰਜ਼ ਕਰਨੀ ਚਾਹੁੰਦਾ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਸਾਨੂੰ ਇੱਕ ਘਟਨਾ ਮਿਲਦੀ। ਪੁੱਛਦੇ ਨੇ ਮਹਾਰਾਜ ਇਹ ਸ਼ਬਦ ਸਾਡੀ ਸੁਰਤ ਨੂੰ ਕਿੱਥੋਂ ਤੱਕ ਲੈ ਜਾਂਦਾ ਹੈ? ਤੇ ਇਹ ਸੱਚ ਹੈ, ਜਿਸ ਚੀਜ਼ ਨਾਲ ਤੁਸੀਂ ਸੁਰਤ ਜੋੜੋਗੇ ਆਪਾਂ ਸੁਰਤ ਜੋੜਾਂਗੇ। ਸਾਡੀ ਸੁਰਤ ਉਸ ਚੀਜ਼ ਦੇ ਗੁਣ ਜਾਂ ਔਗਣ ਗ੍ਰਹਿਣ ਕਰਨੇ ਸ਼ੁਰੂ ਕਰਦਾ ਹੈ।
ਜੇ ਮੰਨ ਲਓ ਕਿ ਆਪਾਂ ਕਿਸੇ ਮਾੜੇ ਬੰਦੇ ਵਿੱਚ ਸੁਰਤ ਜੋੜੀ ਬੈਠੇ ਹਾਂ, ਉਸ ਖਿੰਡੇ ਹੋਏ ਬੰਦੇ ਦਾ ਜਦੋਂ ਵੀ ਜ਼ਿਕਰ ਕਰੋਗੇ ਉਹ ਸਾਡੀ ਸੁਰਤ ਨੂੰ ਖੰਡਾਏਗਾ ਵੀ ਤੇ ਮੈਲਿਆਂ ਵੀ ਕਰੇਗਾ। ਜੇ ਵਾਸ਼ਨਾ ਵਾਲੇ ਪਾਸੇ ਸਾਡੀ ਸੁਰਤ ਪ੍ਰਵਿਰਤ ਹੈ, ਸਵਾਲ ਹੀ ਨਹੀਂ ਪੈਦਾ ਹੁੰਦਾ ਮਨ ਦਾ ਟਿਕਾ ਬਣ ਸਕੇ, ਸਾਡੀ ਸੁਰਤ ਉਸ ਮੈਲ ਨੂੰ ਸਾਡੇ ਮਨ ਤੱਕ ਪਹੁੰਚਾਈ ਜਾਏਗੀ। ਹਜ਼ੂਰ ਨੂੰ ਪੁੱਛਿਆ, ਮਹਾਰਾਜ ਬਾਣੀ ਸ਼ਬਦ ਦਾ ਕੀ ਮਹਾਤਮ ਹੈ? ਸਤਿਗੁਰਾਂ ਨੇ ਇੱਕ ਪ੍ਰਮਾਣ ਦਿੱਤਾ, ਕਹਿਣ ਲੱਗੇ ਖੂਮਾ ਪੰਛੀ ਦਾ ਖੰਭ ਮਿਲ ਜਾਏ ਤੇ ਜੇ ਉਸ ਖੰਭ ਦੇ ਨਾਲ ਤੀਰ ਬਣ ਕੇ ਕਮਾਨ ਦੇ ਵਿੱਚੋਂ ਤੀਰ ਛੱਡਿਆ ਜਾਏ ਤੇ ਇਹ ਕਿਹਾ ਜਾਂਦਾ ਹੈ ਵੀ ਉਹ ਖੰਭ ਉਸ ਤੀਰ ਨੂੰ ਉੱਥੇ ਪਹੁੰਚਾ ਦਿੰਦਾ ਜਿੱਥੇ ਖੂਮਾ ਪੰਛੀ ਹੁੰਦਾ ਹੈ। ਉਹ ਖੰਭ ਜਿਸ ਨਾਲ ਤੀਰ ਬਣ ਕੇ ਛੱਡਿਆ, ਉਹ ਖੰਭ ਉਸ ਤੀਰ ਨੂੰ ਉੱਥੇ ਪਹੁੰਚਾ ਦਿੰਦਾ ਹੈ ਜਿੱਥੇ ਖੂਮਾ ਪੰਛੀ ਹੈ। ਕਹਿੰਦੇ ਨੇ ਗੁਰਸਿੱਖੋ, ਜਿਸ ਬਾਣੀ ਨੂੰ ਤੁਸੀਂ ਰੋਜ਼ ਪੜ੍ਹਦੇ ਹੋ, ਨਮਸਕਾਰਾਂ ਕਰਦੇ ਹੋ, ਜਦੋਂ ਸਿੱਖ ਦੀ ਸੁਰਤ, ਜਗਿਆਸੂ ਦੀ ਸੁਰਤ ਇਹ ਸ਼ਬਦ ਵਿੱਚ ਜੁੜ ਜਾਏਗੀ ਤੇ ਇਹ ਸ਼ਬਦ ਸਾਨੂੰ ਗ੍ਰਸਤ ਵਿੱਚ ਰਹਿੰਦਿਆਂ ਸੁਰਤ ਕਰਕੇ ਉੱਥੇ ਲੈ ਜਾਏਗਾ ਜਿੱਥੇ ਸੱਚਖੰਡ ਤੋਂ ਤੁਰ ਕੀ ਬਾਣੀ ਆਈ ਹੈ। ਪਰ ਅੱਜ ਕੀ ਹੋ ਗਿਆ, ਨੈਗੇਟਿਵ ਨਹੀਂ ਲੈਣਾ। ਮੈਂ ਇਮੋਸ਼ਨਲ ਗੱਲ ਕਰਾਂਗਾ, ਤੁਸੀਂ ਪ੍ਰਭਾਵਿਤ ਹੋਗੇ। ਮੈਂ ਜੰਗ ਯੁੱਧ ਦੀ ਗੱਲ ਕਰਾਂਗਾ, ਤੁਸੀਂ ਬੜੀ ਛੇਤੀ ਉਤਸ਼ਾਹਿਤ ਹੋਵੋਗੇ, ਉਤੇਜਿਤ ਹੋਵੋਗੇ। ਪਰ ਬਦਕਿਸਮਤੀ ਅਸੀਂ ਸੂਰਮਿਆਂ ਦਾ ਜ਼ਿਕਰ ਕਰਦਿਆਂ ਸਿਰਫ ਇੱਕ ਪੱਖ ਉਹਨਾਂ ਦਾ ਬਾਹਰੂਨੀ ਪੇਸ਼ ਕਰਨੇ ਪਏ ਹਾਂ, ਪਰ ਉਹ ਪੱਖ ਕਦੀ ਜ਼ਿਕਰ ਹੀ ਨਹੀਂ ਕੀਤਾ ਵੀ ਏਡੇ ਵੱਡੇ ਕਾਰਨਾਮੇ ਕਰ ਕਿਵੇਂ ਗਏ। ਜਿਵੇਂ ਇੱਕ ਰੁੱਖ ਦੇ ਫੁੱਲ ਨੂੰ, ਫਲ ਨੂੰ, ਪੱਤੇ ਨੂੰ, ਛਾਂ ਨੂੰ ਕੋਈ ਮੁਹੱਬਤ ਕਰੇ, ਵਾਰ-ਵਾਰ ਫੁੱਲ ਫਲਾਂ ਤੇ ਛਾਂ ਦੀ ਗੱਲ ਕਰੇ, ਪਰ ਉਸ ਜੜ ਨੂੰ ਆਪਣੇ ਜ਼ਿਹਨ ਵਿੱਚੋਂ ਕੱਢ ਦੇਵੇ ਜਿਸ ਜੜ ਦੇ ਕਰਕੇ ਉਹ ਸਭ ਕੁਝ ਆਕਾਰ ਹੋਂਦ ਵਿੱਚ ਆਇਆ ਹੈ। ਕਿ ਜੜ ਤੋਂ ਬਿਨਾਂ ਤਣਾ ਖਲੋ ਸਕਦਾ ਹੈ? ਕਿ ਜੜ ਤੋਂ ਬਿਨਾਂ ਫੁੱਲ, ਫਲ, ਪੱਤੇ ਤੇ ਛਾਂ ਪੈਦਾ ਹੋ ਸਕਦੀ ਹੈ? ਪਰ ਜੜ ਅਦ੍ਰਿਸ਼ਟ ਹੈ, ਉਹ ਦਿਸਦੀ ਨਹੀਂ। ਅਦ੍ਰਿਸ਼ਟ ਜੜ ਦਾ ਜਦੋਂ ਜ਼ਿਕਰ ਨਾ ਕਰੀਏ, ਬਾਹਰ ਦੇ ਸਿਰਫ ਛਾਂ, ਫੁੱਲ, ਫਲ ਦੀ ਗੱਲ ਕਰਾਂਗੇ, ਸੱਚ ਇਹ ਵੀ ਉਹ ਜੜ ਨਾਲ ਬੇਇਨਸਾਫੀ ਹੋਵੇਗੀ। ਜਦੋਂ ਇਤਿਹਾਸ ਦੀ ਗੱਲ ਕਰਨੇ ਆ ਉਦੋਂ ਸ਼ਬਦ ਨੂੰ ਕਦੀ ਭੁਲਾਇਓ ਨਾ। ਜੇ ਸ਼ਬਦ ਨੂੰ ਭੁਲਾ ਕੇ ਇਤਿਹਾਸ ਦੀ ਗੱਲ ਕਰਾਂਗੇ, ਮੇਰਾ ਖਿਆਲ ਉਹ ਗੁਰੂ ਦੇ ਆਸ਼ੇ ਨਾਲ ਵੀ ਬੇਇਨਸਾਫੀ ਹੋਵੇਗੀ। ਗੁਰੂ ਸਾਹਿਬ ਦੇ ਵੇਲੇ ਸ਼ਬਦ ਵਿਚਾਰਿਆ ਜਾਂਦਾ ਹੈ, ਖਾਸ ਕਰਕੇ ਜਿਹੜੀ ਆਸਾ ਕੀ ਵਾਰ ਹੈ। ਉਹ ਜਿਸ ਦਿਨ ਦਾਸ ਨੇ ਸ਼ੁਰੂ ਕੀਤੀ ਸੀ ਇਹਦੀ ਕਥਾ, ਉਸ ਦਿਨ ਮੈਂ ਡਿਟੇਲ ਨਾਲ ਬੇਨਤੀ ਕਰ ਚੁੱਕਾ, ਪਰ ਇੱਥੇ ਅਸੀਂ ਪੌੜੀ ਆਰੰਭ ਕਰਨੀ ਉਹਦੇ ਸ਼ਲੋਕ। ਦੇਖੋ, ਆਸਾ ਕੀ ਵਾਰ ਵਿੱਚ 60 ਸ਼ਲੋਕ ਨੇ ਤੇ 24 ਪੌੜੀਆਂ ਨੇ। ਉਹਦੇ ਸਰਲੇਖ ਤੇ ਲਿਖਿਆ ਹੈ ਕਿ ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਅਸਰਾਜੇ ਕੀ ਧੁਨੀ। ਮੈਂ ਇਹ ਡਿਟੇਲ ਨਾਲ, ਕਿਉਂਕਿ ਰਿਕਾਰਡਿੰਗ ਹੋ ਰਹੀ ਹੈ, ਰਿਪੀਟ ਹੋਵੇਗੀ ਇਸ ਤਰ੍ਹਾਂ। ਅਸਲ 'ਚ ਜਿਹੜੀ ਆਸਾ ਕੀ ਵਾਰ ਦਾ ਕੀਰਤਨ ਹੈ, ਸਾਨੂੰ ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਇਸ ਵਾਰ ਨੂੰ ਗਾਇਆ ਜਾਂਦਾ ਹੈ। ਕਿਉਂਕਿ ਜਿਹੜੀਆਂ ਵਾਰਾਂ ਨੇ, ਜਦੋਂ ਪੰਜਾਬੀ ਕਾਵਿ ਰਚਨਾ ਅਸੀਂ ਪੜ੍ਹਦੇ ਹਾਂ, ਵਾਰ ਹਮੇਸ਼ਾ ਪੌੜੀਆਂ ਦਾ ਰੂਪ ਹੁੰਦੀ, ਪੌੜੀਆਂ ਦੀ ਬਣਤਰ ਤੇ ਪੌੜੀਆਂ ਦੀ ਗਿਣਤੀ ਵਾਰ ਹੁੰਦੀ। ਜਿਹੜੇ ਸ਼ਲੋਕ ਨੇ ਇਹ ਅਸਲ 'ਚ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਨੇ, ਵਾਰਾਂ ਦੇ ਨਾਲ ਸ਼ਲੋਕ ਧੰਨ ਗੁਰੂ ਅਰਜੁਨ ਦੇਵ ਜੀ ਨੇ ਦਰਜ ਕੀਤੇ। ਜਿੰਨੇ ਅਸੀਂ ਵਾਰਾਂ ਪੜ੍ਹਨੇ, ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ। ਇਹਨਾਂ ਵਿੱਚੋਂ 20 ਵਾਰਾਂ ਨੇ ਜਿਨ੍ਹਾਂ ਦੀਆਂ ਪੌੜੀਆਂ ਦੇ ਨਾਲ ਸ਼ਲੋਕ ਨੇ। 2 ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਜਿਨ੍ਹਾਂ ਦੀਆਂ ਸਿਰਫ ਪੌੜੀਆਂ ਨੇ, ਕੋਈ ਸ਼ਲੋਕ ਦਰਜ ਨਹੀਂ ਕੀਤਾ। ਇੱਕ ਬਸੰਤ ਕੀ ਵਾਰ ਮਹੱਲ 5ਵਾਂ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਤੇ ਦੂਸਰੀ ਵਾਰ ਹੈ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਉਹਦੀਆਂ ਸਿਰਫ 8 ਪੌੜੀਆਂ ਨੇ। ਗੁਰੂ ਅਰਜੁਨ ਸਾਹਿਬ ਜਦੋਂ ਬਾਣੀ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਤੋਂ ਲਿਖਾ ਰਹੇ ਨੇ ਤੇ ਉਹ ਪੌੜੀਆਂ ਦੇ ਨਾਲ ਮਿਲਦੇ ਹੋਏ ਸ਼ਲੋਕ ਵੀ ਦਰਜ ਕਰੀ ਜਾ ਰਹੇ ਨੇ। ਇਸੇ ਕਰਕੇ ਜਦੋਂ ਹੁਕਮਨਾਮਾ ਲਿਆ ਜਾਂਦਾ ਹੈ, ਪੌੜੀ ਨਾਲ ਆਏ ਹੋਏ ਸ਼ਲੋਕਾਂ ਨੂੰ ਪੜ੍ਹਿਆ ਜਾਂਦਾ ਹੈ। ਅਸਰਾਜ ਕੀ ਜਿਹੜੀ ਧੁਨੀ ਹੈ, ਇਸ ਦੇ ਵਾਰ ਦੀ ਬਣਤਰ, ਇਹਦੀਆਂ ਪੌੜੀਆਂ ਕੁਝ ਸਿੱਖ ਵਿਦਵਾਨਾਂ ਨੇ ਲੱਭ ਕੇ ਰੱਖੀਆਂ। ਉਹਦੇ ਵਿੱਚ ਜਦੋਂ ਅਸੀਂ ਅਸਰਾਜ ਦੀ ਵਾਰ ਪੜ੍ਹਨੇ ਆ, ਟੁੰਡੇ ਅਸਰਾਜ ਦੀ, ਉਸ ਦੀ ਵਾਰ ਦੀਆਂ ਪੌੜੀਆਂ ਦੀਆਂ 5-5 ਤੁਕਾਂ ਨੇ। ਅਸਰਾਜ ਦੀ ਜਿਹੜੀ ਵਾਰ ਹੈ ਉਹਦੀ ਪੌੜੀਆਂ ਜਿਤਨਾ ਪੜਾਂਗੇ 5-5 ਤੁਕਾਂ ਨੇ।
ਆਸਾ ਕੀ ਵਾਰ ਦੇ ਵਿੱਚ ਸਿਰਫ 22ਵੀਂ ਪੌੜੀ ਵਿੱਚ ਗੁਰਦੇਵ ਨੇ 6 ਤੁਕਾਂ ਦਰਜ ਕੀਤੀਆਂ ਨੇ। ਬਾਕੀ ਸਾਰੀ ਦੀ ਸਾਰੀ ਜਿਹੜੀ ਵਾਰਕ ਹੈ, ਹਰ ਇੱਕ ਪੌੜੀ ਦੇ ਵਿੱਚ ਤੁਹਾਨੂੰ 5-5 ਤੁਕਾਂ ਮਿਲਣਗੀਆਂ। ਜਿਹੜੀ 5ਵੀਂ ਤੁਕ ਹੈ ਉਹਦਾ ਸਵਰੂਪ, ਉਹਦਾ ਆਕਾਰ ਥੋੜਾ ਜਿਹਾ ਛੋਟਾ ਹੈ। ਗੁਰੂ ਘਰ ਦੇ ਅੰਦਰ ਆਸਾ ਕੀ ਵਾਰ ਦਾ ਕੀਰਤਨ ਗੁਰੂ ਕਾਲ ਤੋਂ ਪ੍ਰਾਰੰਭ ਹੋ ਗਿਆ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਆਮ ਤੌਰ 'ਤੇ ਵਾਰ ਜਿਹੜੀ ਹੈ ਸੂਰਮਿਆਂ ਦੀ ਬਹਾਦਰੀ, ਸੂਰਮਿਆਂ ਦੀ ਸੂਰਬੀਰਤਾ, ਸੂਰਮਿਆਂ ਦੇ ਕਾਰਨਾਮਿਆਂ ਨੂੰ ਹੀ ਬਿਆਨ ਕਰਦੀ ਸੀ। ਪਰ ਇਹ ਗੁਰੂ ਘਰ ਵਿੱਚ ਇਸ ਕਾਵਿ ਦੀ ਬਣਤਰ ਬਦਲ ਦਿੱਤੀ ਗਈ। ਜਿਹੜੀ ਸ਼ੈਲੀ ਸੂਰਮਿਆਂ ਦੇ ਯੁੱਧ, ਜੰਗ, ਮੈਦਾਨ, ਲੜਨਾ, ਭਿੜਨਾ ਉਹਦੇ ਨਾਲ ਜੁੜੀ ਸੀ, ਮੇਰੇ ਸਤਿਗੁਰੂ ਨੇ ਉਸ ਕਾਵਿ ਸ਼ੈਲੀ ਨੂੰ ਤਬਦੀਲ ਕਰਕੇ ਵਾਰ ਦੀ ਬਣਤਰ ਉਹੀ ਰੱਖੀ। ਇਹਨਾਂ ਨੇ ਇਸ ਵਾਰ ਨੂੰ ਪਰਮਾਰਥ ਦੇ ਨਾਲ ਜੋੜ ਦਿੱਤਾ। ਫਿਰ ਬੇਨਤੀ ਸੁਣਿਓ, ਆਮ ਸੂਰਮੇ ਦੀ ਕੋਈ ਵਾਰ ਗਾਇਨ ਕਰੇ ਤੇ ਸੱਚਮੁੱਚ ਕਮਜ਼ੋਰ ਬੰਦੇ ਵੀ, ਜਿਨ੍ਹਾਂ ਬੰਦਿਆਂ 'ਚ ਤਾਕਤ ਨਹੀਂ, ਉਹਨਾਂ ਦਾ ਵੀ ਖੂਨ ਉਬਾਲੇ ਖਾਰਦਾ। ਵਾਰਾਂ ਸੁਣ ਸੁਣ ਕੇ ਕਮਜ਼ੋਰ ਵੀ ਰਣ ਤੱਤੇ ਵਿੱਚ ਜੂਝਣ ਲੱਗ ਪੈਂਦੇ ਨੇ। ਸਤਿਗੁਰੂ ਕਹਿੰਦੇ ਨੇ, ਆ ਮੈਂ ਤੈਨੂੰ ਪਰਮਾਰਥ ਦੀ ਵਾਰ ਦੇ ਕੇ ਜਾਣਾ। ਜਦੋਂ ਇਸ ਵਾਰ ਨੂੰ ਸੁਣੇਗਾ ਤੈਨੂੰ ਜੀਵਨ ਦੇ ਸੰਗਰਾਮ ਵਿੱਚ ਜੂਝਣ ਦੀ ਜਾਚ ਆਵੇਗੀ। ਆਸਾ ਕੀ ਵਾਰ ਜੀਵਨ ਦਾ ਕੋਈ ਪੱਖ ਨਹੀਂ ਛੱਡਿਆ। ਤੇ ਮੈਂ ਅੱਜ ਦੇ ਪਰਿਪੇਖ 'ਚ ਕਹਾਂ, ਨਾ ਇਹਦੇ ਵਿੱਚ ਪ੍ਰਬੰਧਕ ਬਖਸ਼ਿਆ ਗਿਆ, ਨਾ ਪ੍ਰਚਾਰਕ ਬਖਸ਼ਿਆ ਗਿਆ, ਨਾ ਗਿਆਨੀ ਬਖਸ਼ਿਆ ਗਿਆ, ਨਾ ਪੰਡਿਤ ਬਖਸ਼ਿਆ ਗਿਆ, ਨਾ ਕਾਜ਼ੀ ਤੇ ਮੁੱਲਾ ਬਖਸ਼ਿਆ ਗਿਆ। ਜਿਸ ਬੰਦੇ ਨੂੰ ਆਸਾ ਕੀ ਵਾਰ ਦੇ ਅਰਥਾਂ ਦੀ ਸਮਝ ਪੈ ਜਾਏ, ਮੈਂ ਕਹਿਣਾਗਾ ਉਹਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਸਮਝ ਪੈ ਜਾਏਗੀ। ਆਸਾ ਕੀ ਵਾਰ ਦੀ ਇਹ ਚੌਥੀ ਪੌੜੀ ਨਾਲ ਹਜ਼ੂਰ ਦਾ ਪਹਿਲਾ ਸ਼ਲੋਕ ਹੈ। ਇਸ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ ਭੈ ਦਾ, ਜੋ ਅਸੀਂ ਸ਼ਲੋਕ ਵਿਚਾਰਨਾ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ 2 ਤਰ੍ਹਾਂ ਦੇ ਭੈ ਦਾ ਜ਼ਿਕਰ ਕੀਤਾ। ਭਉ ਸ਼ਬਦ ਵੀ ਆਇਆ, ਗੁਰੂ ਗ੍ਰੰਥ ਸਾਹਿਬ ਵਿੱਚ ਭੈ ਸ਼ਬਦ ਵੀ ਆਇਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਡਰ ਸ਼ਬਦ ਦੀ ਵੀ ਗੁਰਦੇਵ ਨੇ ਵਰਤੋਂ ਕੀਤੀ ਹੈ। 2 ਤਰ੍ਹਾਂ ਦਾ ਭੈ ਹੈ। ਇੱਕ ਭੈ ਹੈ ਦੀਨੀ, ਜਾਂ ਇਹਨੂੰ ਥੋੜਾ ਜਿਹਾ ਦੁਨਿਆਵੀ ਨਾਲ ਜੋੜ ਲਈਏ। ਇੱਕ ਭੈ ਹੈ ਦੁਨਿਆਵੀ, ਦੂਸਰਾ ਭੈ ਹੈ ਦੀਨੀ ਅਤੇ ਦੈਵੀ। ਫਿਰ ਸ਼ਬਦ ਸੁਣਿਓ, ਜਿਹੜਾ ਦੁਨਿਆਵੀ ਭੈ ਹੈ, ਸਾਰਾ ਸੰਸਾਰ ਇਸ ਦੇ ਭੈ ਨਾਲ ਗ੍ਰਸਿਆ ਹੈ। ਕਈ ਵਾਰੀ ਇਸ ਭੈ ਦੇ ਵਿੱਚੋਂ ਮਾਨਸਿਕ ਰੋਗ ਵੀ ਜਨਮ ਲੈਂਦੇ। ਅਸੀਂ ਦੇਖਦੇ ਹਾਂ, ਆਹ ਦੁਨਿਆਵੀ ਭੈ ਹੈ ਕਿ ਸਰੀਰ ਨੂੰ ਤਾਪ ਚੜ ਗਿਆ, ਇੱਕ ਭੈ ਹੈ। ਆ ਜੋ ਰੱਬ ਨੇ ਤੱਤ ਬਣਾਏ ਨੇ, ਇਹਨਾਂ ਦਾ ਵੀ ਹਮਲਾ ਹੋ ਜਾਏ ਤੇ ਭੈ ਹੈ। ਜਾਨਵਰ ਕੋਈ ਵਾਰ ਕਰਦਾ ਤੇ ਇਹ ਵੀ ਇੱਕ ਭੈ ਹੈ। ਮੈਂ ਅਰਜ਼ ਕਰਾਂ, ਕਈਆਂ ਨੂੰ ਰਾਤ ਦੇ ਹਨੇਰੇ ਵਿੱਚ ਡਰ ਲੱਗਦਾ, ਕਈਆਂ ਨੂੰ ਇਕਾਂਤ ਵਿੱਚ ਡਰ ਲੱਗਦਾ, ਕਈਆਂ ਨੂੰ ਸੱਚ ਐਵੇਂ ਇਕੱਲ ਖਾਣ ਨੂੰ ਪੈਂਦੀ ਹੈ, ਕਈਆਂ ਨੂੰ ਇਹ ਭੈ ਵੇ ਜੋ ਮੇਰੇ ਕੋਲ ਹੈ ਅੱਜ ਚਲਾ ਨਾ ਜਾਏ। ਇਹ ਡਰ ਹੀ ਹੈ ਨਾ। ਤੇ ਇਹ ਡਰ ਅਚਨਚੇਤ ਲੋਕਾਂ ਦੇ ਅੰਦਰ ਚੱਲੀ ਜਾਂਦਾ। ਕਈ ਵਾਰੀ ਇਹ ਡਰ ਇੰਨਾ ਵੱਡਾ ਰੋਗ ਹੋ ਜਾਂਦਾ ਹੈ ਕਿ ਉਹ ਕੋਈ ਸਾਡੇ ਨਾਲ ਵਾਪਰਨਾ ਵੀ ਨਹੀਂ, ਪਰ ਮਨ ਫਿਰ ਵੀ ਡਰੀ ਜਾਂਦਾ। ਮੰਨ ਲਓ ਕਾਰੋਬਾਰ ਬਿਲਕੁਲ ਠੀਕ ਚੱਲ ਰਿਹਾ, ਜੌਬ, ਨੌਕਰੀ, ਬਿਜ਼ਨਸ ਬਿਲਕੁਲ ਠੀਕ ਹੈ, ਪਰ ਅੰਦਰ ਇੱਕ ਚਿੰਤਾ ਲੱਗੀ, ਜੇ ਕਿਤੇ ਕੱਲ ਨੂੰ ਫੇਲ ਹੋ ਗਿਆ ਤੇ ਫਿਰ ਕੀ ਕਰਾਂਗੇ। ਹਾਲਾਂ ਫੇਲ ਨਹੀਂ ਹੋ ਰਿਹਾ, ਪਰ ਇੱਕ ਚਿੰਤਾ ਹੈ। ਬੱਚੇ ਬਿਲਕੁਲ ਠੀਕ ਨੇ, ਸਹੀ ਮਾਰਗ ਤੇ ਚੱਲਦੇ ਪਏ ਨੇ, ਪਰ ਅੰਦਰ ਇੱਕ ਡਰ ਖਲੋਤਾ ਪਿਆ ਹੈ ਕਿ ਜੋ ਕੁਝ ਦੂਜੇ ਦੇ ਬੱਚਿਆਂ ਨਾਲ ਵਾਪਰਿਆ ਕਿਤੇ ਮੇਰੇ ਬੱਚਿਆਂ ਨਾਲ ਨਾ ਵਾਪਰ ਜਾਏ। ਇੱਕ ਭੈ ਹੈ। ਇਹ ਭੈ ਅਚਨਚੇਤ ਬੰਦੇ ਦੇ ਅੰਦਰ ਵਰਦਾ ਪਿਆ। ਮੈਂ ਖੈਰ ਦੋਨਾਂ ਭੈ ਦਾ ਜ਼ਿਕਰ ਕਰਾਂਗਾ। ਦੂਸਰਾ ਭੈ ਹੈ ਦੈਵੀ ਭੈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਨਿਰਮਲ ਭਉ ਸ਼ਬਦ ਨਾਲ ਵੀ ਸੰਬੋਧਨ ਕੀਤਾ ਹੈ। ਪਿਆਰਿਓ, ਜਿਸ ਬੰਦੇ ਅੰਦਰ ਨਿਰਮਲ ਭਉ ਪੈਦਾ ਹੋ ਜਾਏਗਾ, ਉਹ ਬੰਦਾ ਪਰਮਾਤਮਾ ਦੇ ਨੇੜੇ ਚਲਾ ਜਾਏਗਾ। ਜਿਸ ਬੰਦੇ ਦੇ ਅੰਦਰ ਦੁਨਿਆਵੀ ਭੈ ਪੈਦਾ ਹੋਵੇਗਾ, ਸੱਚ ਐਵੇਂ ਜਿਹਦੇ ਤੋਂ ਡਰ ਰਿਹਾ ਉਹਦੇ ਪ੍ਰਤੀ ਉਹਦੇ ਅੰਦਰ ਨਫ਼ਰਤ ਪੈਦਾ ਹੋ ਜਾਏਗੀ। ਇਹਨੂੰ ਥੋੜਾ ਜਿਹਾ ਮੈਂ ਖੋਲ ਸਕਾਂ, ਕਿਉਂਕਿ ਵਿਸ਼ੇ ਥੋੜੇ ਜਿਹੇ ਬਰੀਕ ਚੱਲਣਗੇ। ਇਹ ਨਾ ਕਿਉਂ ਵੀ ਸਮਝ ਨਹੀਂ ਪਈ, ਪਰ ਮੇਰੀ ਵੀ ਇੱਛਾ, ਮੈਂ ਵੀ ਧਈਆ ਕੀਤਾ ਹੁਣ ਕਿ ਸ਼ਬਦ ਦੀ ਗੱਲ ਬਹੁਤਾਤ ਵਿੱਚ ਕੀਤੀ ਜਾਏ। ਜੇ ਸ਼ਬਦ ਨਾਲ ਨਾ ਜੁੜੇ ਤੇ ਪਿਆਰਿਓ, ਸਾਡੀ ਜ਼ਿੰਦਗੀ ਦਾ ਮਨੋਰਥ ਕੁਛ ਵੀ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਾਂ ਮੱਥਾ ਟੇਕਨੇ ਪਏ, ਭਾਵੇਂ ਚਲੋ ਆਪ ਵਿੱਚੋਂ ਕਈ ਪਾਠ ਨਹੀਂ ਕਰ ਸਕਦੇ, ਪਰ ਅਰਥਾਂ ਦਾ ਭਾਵ, ਅਰਥਾਂ ਦੀ ਸਮਝ ਪਏ। ਮੈਂ ਅਰਜ਼ ਕੀਤੀ, ਜਿੱਥੇ ਦੁਨਿਆਵੀ ਭੈ ਹੈ ਉੱਥੇ ਮੈਲ, ਉੱਥੇ ਦੂਰੀ ਬਣਦੀ ਹੈ।
ਜਿੱਥੇ ਨਿਰਮਲ ਭਾਉ ਆ ਜਾਏਗਾ ਪਿਆਰਿਓ, ਉੱਥੇ ਅੰਦਰ ਦੀ ਨਿਰਮਲਤਾ ਹੀ ਤੇ ਨੇੜਤਾ ਪੈਦਾ ਹੋ ਜਾਏਗੀ। ਉਦਾਹਰਨ ਦੇ ਤੌਰ ਤੇ ਕਿਵੇਂ? ਮੰਨ ਲਓ ਇੱਕ ਮਾਂ-ਬਾਪ ਆਪਣੇ ਬੱਚੇ ਨੂੰ ਡਾਂਟਦੇ ਨੇ, ਰੋਜ਼ ਡਾਂਟੀ ਜਾਂਦੇ ਨੇ, ਚਾਹੇ ਕੋਈ ਕਿਸੇ ਰੂਪ 'ਚ ਲੈ ਲਓ। ਕੁਝ ਸਮਾਂ ਤੋਂ ਬੱਚਾ ਡਰੇਗਾ, ਭੈ 'ਚ ਰਹੇਗਾ, ਪਰ ਸੱਚ ਇਹ ਉਸ ਡਰ ਦੇ ਵਿੱਚੋਂ ਇੱਕ ਨਫ਼ਰਤ ਤੇ ਦੂਜੀ ਬਗਾਵਤ ਜਨਮ ਲਏਗੀ। ਇਹ ਸੱਚ ਜੇ। ਜਦੋਂ ਇਨਸਾਨ ਨੂੰ ਅਸੀਂ ਵਾਰ-ਵਾਰ ਡਰਾਵਾਂਗੇ, ਸਿਆਣੇ ਲੋਕ ਕਹਿੰਦੇ ਨੇ ਇੰਨਾ ਨਾ ਡਰਾ ਕਿ ਤੇਰਾ ਡਰ ਹੀ ਖਤਮ ਹੋ ਜਾਏ। ਵਾਰ-ਵਾਰ ਡਰਾਵਾਂਗੇ, ਉਹ ਡਰੇਗਾ ਕੁਝ ਸਮੇਂ ਲਈ, ਪਰ ਉਸ ਡਰ ਦੇ ਵਿੱਚੋਂ ਜੋ ਚੀਜ਼ਾਂ ਨਿਕਲਣਗੀਆਂ, ਇੱਕ ਨਫ਼ਰਤ ਨਿਕਲੇਗੀ, ਕਿਉਂਕਿ ਉਹ ਅਜੇ ਤਾਕਤ ਉਹਦੇ ਕੋਲ ਇਤਨੀ ਖੈਰ ਨਹੀਂ, ਉਹਦੇ ਕੋਲ ਸੋਝੀ ਇਤਨੀ ਨਹੀਂ। ਪਰ ਉਸ ਡਰ ਵਿੱਚੋਂ ਉਹ ਆਪਣੇ ਮਾਪਿਆਂ ਨੂੰ ਜਿਹੜੇ ਡਰਾ ਰਹੇ ਨੇ, ਉਹਦੇ ਅੰਦਰ ਨਫ਼ਰਤ ਦਾ ਬੀਜ ਪੁੰਗਰੇਗਾ। ਮਰਦੇ ਦਮ ਤੱਕ ਸੱਚ ਏਵੇ ਉਹ ਆਪਣੇ ਮਾਪਿਆਂ ਤੋਂ ਨਫ਼ਰਤ ਕਰੀ ਜਾਏਗਾ, ਕਿਉਂਕਿ ਦੁਨਿਆਵੀ ਭੈ ਨੇ ਉਹਦੇ ਅੰਦਰ ਬਾਗੀਪੁਣਾ ਤੇ ਨਫ਼ਰਤ ਪੈਦਾ ਕਰ ਦਿੱਤੀ। ਇਹਨੂੰ ਥੋੜਾ ਜਿਹਾ ਹੋਰ ਦੇਖੀ। ਮੰਨ ਲਓ ਇੱਕ ਮੁਲਕ ਦਾ ਬਾਦਸ਼ਾਹ ਆਪਣੇ ਜ਼ੋਰ ਨਾਲ ਪਰਜਾ ਨੂੰ ਡਰਾਉਂਦਾ ਹੈ, ਡਿਕਟੇਟਰ ਹੋਵੇ, ਤਾਨਾਸ਼ਾਹ ਹੋਵੇ, ਲੋਕ ਸੱਚੀ ਮੁੱਚੀ ਉਹਦੇ ਤੋਂ ਡਰਨਗੇ, ਉਹਦਾ ਨਾਮ ਲੈ ਕੇ ਕੰਬਣਗੇ। ਉਹ ਬਾਦਸ਼ਾਹ ਉਹਦਾ ਨਾਮ ਵੀ ਲੋਕਾਂ ਨੂੰ ਸੀਓ ਕਾਂਬੇ ਕੰਬਣੀ ਛੇੜ ਦੇਗਾ, ਪਰ ਕਿੰਨੇ ਕੁ ਦਿਨ ਉਹਦੇ ਡਰ ਵਿੱਚੋਂ ਇੱਕ ਦਿਨ ਬਗਾਵਤ ਜਨਮ ਲਏਗੀ, ਉਹਦੇ ਡਰ ਵਿੱਚੋਂ ਇੱਕ ਦਿਨ ਨਫ਼ਰਤ ਜਨਮ ਲਏਗੀ। ਜਿਤਨਾ ਲੋਕਾਂ ਨੂੰ ਡਰਾਏਗਾ, ਲੋਕ ਉਹਦੇ ਤੋਂ ਦੂਰ ਜਾਣਗੇ, ਓਨੀ ਨਫ਼ਰਤ ਪੈਦਾ ਹੋਵੇਗੀ। ਇੱਕ ਦਿਨ ਉਹੀ ਲੋਕ ਬਾਗੀ ਹੋਏ ਡਰਾਉਣ ਵਾਲੇ ਦੀ ਸਲਤਨਤ ਨੂੰ ਸਾੜ ਕੇ ਸਵਾਹ ਕਰ ਦੇਣਗੇ, ਕਿਉਂਕਿ ਦੁਨੀਆ ਦਾ ਡਰ ਜਿਹੜਾ ਨਫ਼ਰਤ ਨੂੰ ਤੇ ਦੂਰੀ ਨੂੰ ਜਨਮ ਦਿੰਦਾ ਹੈ। ਇਹਨੂੰ ਕਿਸੇ ਰੂਪ 'ਚ ਲੈ ਲਓ, ਇਹਨੂੰ ਭਰਾ ਦੇ ਰੂਪ 'ਚ ਲੈ ਲਓ, ਇਸਤਰੀ ਦੇ ਰੂਪ 'ਚ ਲੈ ਲਓ। ਜਿੱਥੇ ਦੁਨੀਆ ਦਾ ਡਰ ਹੈ, ਉੱਥੇ ਨਫ਼ਰਤ, ਬਾਗੀਪੁਣਾ ਤੇ ਮਹਿਲ ਹੈ। ਜਿੱਥੇ ਪਰਮਾਤਮਾ ਦਾ ਡਰ ਹੈ ਪਿਆਰਿਓ, ਉੱਥੇ ਨਿਰਮਲਤਾਈ ਤੇ ਨੇੜਤਾ ਹੈ। ਜਿੰਨਾ ਕੋਈ ਰੱਬ ਤੋਂ ਡਰਦਾ ਹੈ, ਮੈਂ ਅੱਗੇ ਅਰਜ਼ ਕਰਨੀ, ਉਹ ਡਰ ਕੀ ਹੈ? ਜਿੰਨਾ ਕੋਈ ਪਰਮਾਤਮਾ ਦੇ ਭੈ ਵੀ ਜਿੰਦਾ ਹੈ, ਉਹਨਾਂ ਪਰਮਾਤਮਾ ਦੇ ਨੇੜੇ ਜਾਂਦਾ ਹੈ, ਉਹਨਾਂ ਉਹਦਾ ਅੰਦਰ ਨਿਰਮਲ ਹੋਈ ਜਾਂਦਾ ਹੈ। ਜਿੰਨਾ ਰੱਬ ਤੋਂ ਕੋਈ ਡਰੇਗਾ, ਉਹਨਾਂ ਦੁਨੀਆ ਵੱਲੋਂ ਨਿਡਰ ਹੋ ਜਾਂਦਾ ਹੈ। ਤੇ ਜਿੰਨਾ ਬੰਦਾ ਦੁਨੀਆ ਤੋਂ ਡਰਦਾ ਹੈ, ਚੇਤੇ ਰੱਖਿਓ, ਉਹਨਾਂ ਉਹਦੀ ਦੁਨੀਆ ਤੋਂ ਡਰਨ ਵਾਲੇ ਦੀ ਰੱਬ ਤੋਂ ਦੂਰੀ ਬਣ ਜਾਂਦੀ ਹੈ। ਆਓ ਮੈਂ ਥੋੜੀ ਜਿਹੀ ਬੇਨਤੀ ਕਰਾਂ, ਉਹ ਭੈ ਕੀ ਹੈ? ਬਸ ਉਹਦੇ 'ਚ ਆਪਾਂ ਚੱਲਣਾ ਹੈ। ਭੈ ਤਾਂ ਉਹਦਾ ਵਾਪਰ ਹੈ, ਬਸ ਬੰਦਾ ਸਮਰਪਣ ਹੋ ਕੇ ਉਸ ਭੈ ਵਿੱਚ ਚੱਲ ਜਾਏ। ਮੈਂ ਪਹਿਲੀ ਬੇਨਤੀ ਕਰਾਂਗਾ, ਭੈ ਦੀ ਵਿਆਖਿਆ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਆਪਣੀ ਬਾਡੀ ਦੀ, ਆਪਣੇ ਤਨ ਦੀ ਗੱਲ ਕਰੀਏ। ਜਿਹੜਾ ਤੇਰਾ, ਤੁਹਾਡਾ, ਮੇਰਾ ਵਜੂਦ ਹੈ ਬਾਡੀ ਦਾ, ਇਹ ਰੱਬ ਦੇ ਭੈ ਕਰਕੇ ਬਣਿਆ। ਜੇ ਉਸ ਦਾ ਭੈ ਨਾ ਹੁੰਦਾ ਤੇ ਮਾਨਵ ਦਾ ਸਰੀਰ ਕਦੀ ਜਨਮ ਨਾ ਲੈਂਦਾ। ਗੁਰੂ ਗ੍ਰੰਥ ਸਾਹਿਬ 'ਚ ਇੱਕ ਰਾਮਕਲੀ ਰਾਗ ਸ਼ਬਦ ਹੈ, ਮੈਨੂੰ ਯਾਦ ਹੈ ਮੈਂ ਬਹੁਤ ਸਮਾਂ ਪਹਿਲਾਂ ਇਸ ਸੰਬੰਧੀ ਇੱਕ ਬੇਨਤੀ ਕੀਤੀ ਸੀ, ਪਰ ਅੱਜ ਉਹ ਢੁਕੇਗਾ। ਰੱਬੀ ਭੈ ਕੀ ਹੈ? ਇੱਕ ਅਦ੍ਰਿਸ਼ਟ ਸ਼ਕਤੀ ਤੁਹਾਡੇ ਨਾਲ ਵਰਤਦੀ ਹੈ। ਜਿਉਂ-ਜਿਉਂ ਤੁਸੀਂ ਉਹਦੇ ਭੈ 'ਚ ਆਪਾਂ ਰਹਿੰਦੇ ਹਾਂ, ਹਰ ਕਰਮ ਕਰ ਲੱਗਿਆਂ ਉਹ ਭੈ ਸਾਡੇ ਅੰਦਰ ਨੂੰ ਸੁਚੇਤ ਕਰਦਾ। ਉਹ ਰੱਬੀ ਭੈ ਪਰਮਾਤਮਾ ਦੀ ਅੰਗ ਸੰਗਤਾ ਦੇ ਰੂਪ 'ਚ ਹੈ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ ਰਾਮਕਲੀ ਰਾਗ 'ਚ। ਪਹਿਲਾਂ ਸਿਰਫ ਸ਼ਬਦ ਪੜ੍ਹ ਦੇਣਾ, ਉਹਦੀਆਂ ਕੁਛ ਤੁਕਾਂ, ਫਿਰ ਅਰਥ ਬੜੇ ਸਪਸ਼ਟ ਹੋਣਗੇ। ਉਹ ਭੈ ਕਿਸ ਤਰ੍ਹਾਂ ਦੇ, ਫਿਰ ਮਹਿਸੂਸ ਹੋਵੇਗਾ ਉਹ ਭੈ ਸੱਚੀ ਮੁੱਚੀ ਸਾਡੀ ਰਖਵਾਲੀ ਕਰਦਾ। ਉਹ ਭੈ ਰੱਬ ਤੋਂ ਬਾਗੀ ਨਹੀਂ ਹੋਣ ਦਿੰਦਾ, ਉਹ ਭੈ ਰੱਬ ਦੇ ਪ੍ਰਤੀ ਨਫ਼ਰਤ ਨਹੀਂ ਪੈਦਾ ਹੋਣ ਦਿੰਦਾ। ਜਿਉਂ-ਜਿਉਂ ਰੱਬ ਦਾ ਭੈ ਬਣਦਾ ਹੈ, ਤਿਉਂ-ਤਿਉਂ ਸੱਚੀ ਗੱਲ ਹੈ ਭੈ ਭਾਵ ਦਾ ਰੂਪ ਧਾਰਨ ਕਰ ਜਾਂਦਾ ਹੈ। ਤੇ ਜਦੋਂ ਭਾਵ ਬਣ ਜਾਂਦਾ ਹੈ, ਉਹ ਇਸ ਤਰ੍ਹਾਂ ਮਿਲਾਪ ਬਣ ਜਾਂਦਾ ਜਿਵੇਂ ਪਤੀ ਤੇ ਪਤਨੀ ਦਾ ਮਿਲਾਪ ਹੈ। ਹਜ਼ੂਰ ਨੇ ਸ਼ਬਦ ਕਿਹਾ ਕਿ ਇੰਦਨ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ਼ ਤਿਆਗੈ, ਉਪਰ ਚਰਨ ਤਲੈ ਆਕਾਸ਼, ਘਟ ਮੈਂ ਕੀਨੋ ਸਿੰਧ ਪ੍ਰਗਾਸ, ਪ੍ਰਥਮੈ ਮਾਖਨ ਪਾਛੈ ਦੂਧ, ਮੈਲੋ ਕੀਨੋ ਸਾਬਣ ਸੂਦ। ਰਾਮਕਲੀ ਰਾਗ ਦਾ ਇਹ ਪਵਿੱਤਰ ਸ਼ਬਦ ਹੈ। ਪਹਿਲਾਂ ਸਿਰਫ 10 ਅੱਖਰ ਹੀ ਅਰਥ ਕਰੇਗਾ, ਫਿਰ ਥੋੜਾ ਜਿਹਾ ਬਾਣੀ 'ਚ ਟੁੱਬੀ ਮਾਰੀਏ ਇਹਦੇ ਭਾਵ ਅਰਥ ਕੀ ਨੇ। ਇੰਦਨ ਤੇ ਬੈ ਸੰਤਰ ਭਾਗੈ, ਇੰਦਨ ਦਾ ਅਰਥ ਹੈ ਲੱਕੜ, ਬਾਲਣ, ਜਿਹੜੀ ਚੀਜ਼ ਨੂੰ ਅੱਗ ਲੱਗ ਜਾਏ। ਕੱਲੀਆਂ ਲੱਕੜਾਂ ਹੀ ਨਹੀਂ, ਕਾਗਜ਼ ਨੂੰ ਵੀ ਅੱਗ ਲੱਗਦੀ, ਕੱਪੜੇ ਨੂੰ ਵੀ ਅੱਗ ਲੱਗਦੀ, ਸਾਡੀ ਸਕਿਨ ਨੂੰ ਵੀ ਅੱਗ ਲੱਗਦੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਦੇਖੋ ਮੇਰੇ ਸਮਰੱਥ ਪਰਮਾਤਮਾ ਦੇ ਭੈ ਦੀ ਖੇਡ। ਲੱਕੜ ਵਿੱਚ ਅੱਗ ਪਈ ਹੈ, ਪਰ ਸੱਚ ਇਹ ਉਸ ਲੱਕੜ ਨੂੰ ਅੱਗ ਫੂਕਦੀ ਨਹੀਂ ਪਈ। ਫਿਰ ਬੇਨਤੀ ਸੁਣਿਓ ਕਿ ਲੱਕੜ ਦੇ 4 ਚੁਫੇਰੇ ਅੱਗ ਏ,
ਪਰ ਅੱਗ ਕਹਿੰਦੀ ਮੈਂ ਇਸ ਲੱਕੜ ਨੂੰ ਫੂਕਣਾ ਨਹੀਂ। ਮੈਂ ਸਿਰਫ ਪਹਿਲਾਂ ਅੱਖਰੀ ਅਰਥ ਕਰ ਰਿਹਾ, ਭਾਵ ਅਰਥ ਇਹਦੇ ਬੜੇ ਗਹਿਰੇ ਨੇ। ਇਹਦੇ ਭਾਵ ਅਰਥ ਕੀਤੇ ਫਰੀਦਕੋਟੀਏ ਵਾਲੇ ਟੀਕੇ 'ਚ, ਕਿਉਂਕਿ ਹਰ ਟੀਕਾ ਪਿਆਰਿਓ ਨਿੰਦਣ ਵਾਲਾ ਨਹੀਂ। ਥੋੜ੍ਹਾ ਜਿਹਾ ਆਪਾਂ ਸੁਰਤ ਨੂੰ ਲੈ ਕੇ ਟਿਕਾਣੇ ਚੱਲੀਏ, ਜਿੱਥੋਂ ਵੀ ਸਾਨੂੰ ਚੰਗਾ ਅਰਥ ਮਿਲਦਾ ਉਹਨੂੰ ਅਪਣਾਉਣ ਦਾ ਯਤਨ ਕਰੀਏ। ਪਰ ਜਦੋਂ ਲੋਕ ਅਰਥਾਂ ਵਿੱਚ ਧੜੇ ਵਿੱਚ ਵੰਡੇ ਜਾਣਗੇ ਪਿਆਰਿਓ, ਉਦੋਂ ਸੱਚ ਇਹ ਵੇ ਸਾਡੀ ਸੁਰਤ ਸੰਕੀਰਨ ਹੋ ਜਾਏਗੀ, ਕਿਉਂਕਿ ਇਸ ਇੱਕ ਬੰਦੇ ਦੇ ਕੀਤੇ ਹੋਏ ਅਰਥਾਂ ਨੂੰ ਆਖਰੀ ਸੀਮਾ ਸਮਝਣ ਲੱਗ ਪਵਾਂਗੇ। ਕਿਉਂਕਿ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਬੇਅੰਤ ਹੈ। ਜੇ ਬੇਅੰਤ ਦੇ ਅਰਥ ਇੱਕ ਸੀਮਾ ਵਿੱਚ ਬੰਨ੍ਹ ਦਿੱਤੇ ਤੇ ਬੇਅੰਤਤਾ ਕਿੱਥੇ ਜਾਏਗੀ? ਮੈਨੂੰ ਸਮਝੋ ਮੇਰੀ ਬੇਨਤੀ। ਇੱਕ ਅਰਥ ਕਰਨ ਵਾਲਾ ਅਰਥ ਕਰ ਗਿਆ, ਕਥਾ ਕਰਨ ਵਾਲਾ ਕਥਾ ਕਰ ਗਿਆ। ਸਾਡੀ ਇਹੀ ਸਮੱਸਿਆ, ਮੇਰੇ ਬਾਬੇ ਨੇ ਜੋ ਕਹਿ ਦਿੱਤਾ ਇਸ ਤੋਂ ਅੱਗੇ ਸੱਚ ਨਹੀਂ, ਬਸ ਇਹੀ ਆਖਰੀ ਸੱਚ ਹੈ। ਜੋ ਸਾਡੇ ਭਾਈ ਸਾਹਿਬ ਕਥਾ 'ਚ ਕਹਿ ਗਏ ਉਹੀ ਆਖਰੀ ਸੱਚ ਹੈ। ਦੁਆਈ ਰੱਬ ਦੀ ਜਿਹਦੀ ਗੱਲ ਪੈ ਕਰ ਦਿਓ ਤਾਂ ਖੁਦ ਕਹਿੰਦਾ ਹੈ ਕਿ ਮੇਰੇ ਪਰਮਾਤਮਾ ਤੂੰ ਇੰਨਾ ਕੁ ਅਸੀਮ ਹੈ, ਮੇਰੀ ਤਾਕਤ ਹੀ ਨਹੀਂ ਮੈਂ ਤੈਨੂੰ ਮੁਕੰਮਲ ਬਿਆਨ ਕਰ ਸਕਾਂ। ਕਿ ਆਪਾਂ ਇਸ ਸੀਮਾ 'ਚ ਵੱਜ ਕੇ ਤੇ ਝਗੜੇ ਨੇ ਨਾ, ਮੇਰਾ ਸੱਚ ਵੱਖਰਾ, ਤੁਹਾਡਾ ਸੱਚ ਵੱਖਰਾ, ਫਲਾਣੇ ਦਾ ਸੱਚ ਵੱਖਰਾ। ਇਹ ਸਾਡੀ ਸੰਪਰਦਾਇਕ ਸੌੜੀ ਸੋਚ ਬਖਸ਼ ਦਿਆ ਜੀ। ਅਸੀਂ ਆਪਣੇ ਆਪਣੇ ਸੱਚ ਦੀ ਵਿਆਖਿਆ ਕਰਨੇ ਪਏ। ਮੇਰੇ ਸੱਚ ਦੇ ਧੜੇ ਦਾ ਆਖਰੀ ਸੱਚ ਹੈ, ਤੁਹਾਡਾ ਸੱਚ ਪਖੰਡ ਵਾਲਾ ਸੱਚ ਹੈ। ਨਹੀਂ, ਬੇਨਤੀ ਥੋੜ੍ਹਾ ਜਿਹਾ ਸੁਰਤ ਨੂੰ ਬਾਣੀ 'ਚ ਡੋਬ ਕੇ ਦੇਖੀਏ। ਮੈਂ ਅਰਜ਼ ਕੀਤੀ, ਇੰਦਨ ਤੇ ਬੈ ਸੰਤਰ ਭਾਗੈ, ਬਾਲਣ ਤੋਂ ਲੱਕੜਾਂ ਭਰੀਆਂ ਪਈਆਂ ਨੇ, ਅੱਗ ਡਰਦੀ ਪਈ ਹੈ। ਉਹ ਕਹਿੰਦੀ ਨਹੀਂ ਮੈਂ ਸਾੜਨਾ ਨਹੀਂ। ਮਾਟੀ ਕੋ ਜਲ ਦਹਿ ਦਿਸ਼ ਤਿਆਗੈ, ਦਸੇ ਪਾਸੇ ਪਾਣੀ ਹੈ, ਵਿੱਚ ਮਿੱਟੀ ਦਾ ਆਕਾਰ ਪਿਆ, ਪਰ ਪਾਣੀ ਕਹਿੰਦਾ ਮੈਂ ਇਸ ਮਿੱਟੀ ਨੂੰ ਗਾਲ ਨਹੀਂ ਸਕਦਾ। ਆਖਰੀ ਅਰਥ ਨੇ ਇੰਦਨ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ਼ ਤਿਆਗੈ, ਉੱਪਰ ਚਰਨ ਪੈਰ ਉੱਤੇ ਨੇ, ਤਲੇ ਆਕਾਸ਼, ਤੇ ਆਕਾਸ਼ ਗਗਨ ਥੱਲੇ ਹੈ। ਉੱਪਰ ਚਰਨ ਤਲੇ ਆਕਾਸ਼, ਘਟ ਮੈਂ ਕੀਨੋ ਸਿੰਧ ਪ੍ਰਗਾਸ਼, ਨਿੱਕੇ ਜਿਹੇ ਇੱਕ ਘੜੇ ਦੇ ਵਿੱਚ ਸਮੁੰਦਰ ਦਾ ਪ੍ਰਕਾਸ਼ ਚਾਨਣ ਹੈ। ਆਖਰੀ ਅਰਥ ਪ੍ਰਥਮ ਹੈ ਮਾਖਣ, ਪਹਿਲਾਂ ਮੱਖਣ ਪੈਦਾ ਹੋਇਆ, ਪਾਛੈ ਦੂਧ, ਮੱਖਣ ਤੋਂ ਬਾਅਦ ਫਿਰ ਦੁੱਧ ਪੈਦਾ ਹੋਇਆ। ਪਰ ਉਂਝ ਜੇ ਤੁਸੀਂ ਦੁਨਿਆਵੀ ਤੌਰ ਤੇ ਦੇਖੋਗੇ ਗੱਲ ਢੁਕੇਗੀ ਨਹੀਂ। ਦੁੱਧ ਪਹਿਲਾਂ ਹੈ, ਮੱਖਣ ਬਾਅਦ ਵਿੱਚ ਮੰਨਦਾ ਹੈ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ, ਉਹਦੇ ਭੈ ਦੀ ਖੇਡ ਦੇਖੋ। ਪ੍ਰਥਮ ਹੈ ਮਾਖਣ, ਪਹਿਲਾਂ ਮੱਖਣ ਸੀ, ਪਾਛੈ ਦੂਧ, ਉਦੋਂ ਬਾਅਦ ਦੁੱਧ ਪੈਦਾ ਹੋ ਗਿਆ। ਮੈਲੋ ਕੀਨੋ ਸਾਬਨ ਸੂਦ, ਜਿਹੜਾ ਅੱਤ ਦਾ ਮੈਲਾ ਸੀ ਇਸ ਤਰ੍ਹਾਂ ਚਿੱਟਾ ਸ਼ਵੇਤ ਬਣਾ ਦਿੱਤਾ, ਜਿਵੇਂ ਸਾਬਣ ਲਾ ਕੇ ਕੱਪੜੇ ਦੀ ਮੈਲ ਚਲੀ ਜਾਏ ਉਹਦਾ ਚਿੱਟਾਪਣ ਬਾਹਰ ਆ ਜਾਂਦਾ। ਇਹ ਨੇ ਆਖਰੀ ਅਰਥ। ਹੁਣ ਦੇਖੋ ਇਹਦੇ 'ਚ ਰਸ ਬਣੇਗਾ। ਕੀ ਹੈ ਭੈ? ਜਿਹੜੇ ਲੋਕ ਕਹਿੰਦੇ ਨੇ ਅਸੀਂ ਰੱਬ ਦੇ ਭੈ ਨੂੰ ਨਹੀਂ ਮੰਨਦੇ, ਮੈਂ ਬੇਨਤੀ ਕਰਾਂਗਾ, ਜੇ ਰੱਬ ਦਾ ਭੈ ਨਾ ਹੁੰਦਾ ਤੇ ਬੰਦਿਆ ਅੱਜ ਤੂੰ ਜਨਮ ਲੈ ਕੇ ਇੰਨੇ ਵੱਡੇ ਦਮਗਜੇ ਨਾ ਮਾਰਦਾ। ਉਹਦੇ ਭੈ ਕਰਕੇ ਤੇਰੀ ਹੋਂਦ ਸੀ। ਹੁਣ ਆਓ ਇਹਦੇ ਭਾਵ ਅਰਥ ਲਈਏ। ਇੰਦਨ ਤੇ ਬੈ ਸੰਤਰ ਭਾਗੈ, ਇਹਦੇ ਅਰਥ ਨੇ ਬੰਦੇ ਦੀ ਬਾਡੀ ਦੇ। ਜਦੋਂ ਇਨਸਾਨ ਦਾ ਜੇ ਜਨਮ ਨਹੀਂ ਹੋਇਆ, ਅਸਲ 'ਚ ਇਹਦੀ ਬਾਡੀ ਦੀ ਬਣਤਰ ਮਾਂ ਦੇ ਪੇਟ ਵਿੱਚ, ਮਾਂ ਦੇ ਉਦਰ 'ਚ ਬਣਦੀ ਪਈ, ਤੇ ਉਸ ਪੂਰੀ ਬਾਡੀ ਨੂੰ ਬਣਦਿਆਂ ਗੁਰੂ ਗ੍ਰੰਥ ਸਾਹਿਬ ਕਹਿੰਦੇ 6 ਮਹੀਨੇ ਲੱਗਦੇ ਨੇ। ਜਨਮ ਲਈ ਮਹਾਰਾਜ ਨੇ 10ਵੀਂ ਮਾਸੀ ਜਨਮ ਵਰਤੇ, ਅਕਸਰ 10ਵੀਂ ਮਾਸੀ ਸ਼ਬਦ ਵਰਤੇ। 6 ਮਹੀਨੇ 'ਚ ਸਟਰਕਚਰ ਤਿਆਰ ਹੋ ਗਿਆ, ਢਾਂਚਾ ਬਣ ਗਿਆ। ਗੰਢੇਂਦਿਆਂ 6 ਮਾਹ। ਹੁਣ ਜਦੋਂ ਢਾਂਚਾ ਤਿਆਰ ਹੋ ਗਿਆ, ਦੇਖੋ ਇਹ ਜੋ ਸਾਇੰਸ ਕਹਿੰਦੀ ਪਈ, ਗੁਰਬਾਣੀ 'ਚ ਟੁੱਬੀ ਮਾਰੋ ਪਿਆਰਿਓ, ਸੱਚੀ ਗੱਲ ਜੇ। ਅਸੀਂ ਲੜਾਈ ਝਗੜੇ 'ਚ ਪੈ ਗਏ, ਏਡੇ ਵੱਡੇ ਬਾਪੂ ਨੂੰ ਦੁਨੀਆ ਤੱਕ ਦੱਸ ਹੀ ਨਹੀਂ ਸਕੇ। ਕਸੂਰ ਤੁਹਾਡਾ ਕੋਈ ਨਹੀਂ, ਕਸੂਰ ਸਾਡਾ ਵੀ ਹੈ। ਅਸੀਂ ਵੀ ਲੋਕ ਵੇਖ ਕੇ ਆਪਣੀ ਜ਼ਬਾਨ ਤੋਂ ਸ਼ਬਦ ਬੋਲਦੇ ਹਾਂ। ਸੱਚੀ ਗੱਲ, ਗੁਰੂ ਵੇਖ ਕੇ ਸ਼ਬਦ ਬਹੁਤ ਘੱਟ ਬੋਲੇ ਜਾਂਦੇ। ਹੁਣ 6 ਮਹੀਨਿਆਂ 'ਚ ਬਾਡੀ ਬਣੀ, ਸਟਰਕਚਰ ਬਣਿਆ, ਢਾਂਚਾ। ਉਂਝ ਜੀਵਨ ਦੀ ਰੋਹ ਉਦੋਂ ਹੀ ਸ਼ੁਰੂ ਹੋ ਗਈ ਜਦੋਂ ਨਿੱਕਾ ਜਿਹਾ ਸੈੱਲ ਉਹਦੇ 'ਚ ਜ਼ਿੰਦਗੀ ਪਈ ਸੀ। ਹੁਣ ਉਹ 6 ਮਹੀਨੇ 'ਚ ਬਾਡੀ ਤਿਆਰ ਹੋ ਗਈ। ਜਿੱਥੇ ਬਾਡੀ ਬਣਦੀ ਪਈ ਹੈ, ਜਿੱਥੇ ਸਰੀਰ ਪਿਆ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉੱਥੇ ਅੱਗ ਹੈ। ਕੀ ਹੈ ਭੈ? ਉਹਨੂੰ ਜਠਰਾਗਨ ਕਿਹਾ ਗਿਆ, ਉਹ ਅੱਗ ਹੈ। ਹੁਣ ਕੋਮਲ ਜਿਹਾ ਸਰੀਰ ਹੈ, ਬੱਚੇ ਦਾ ਸਰੀਰ ਦੇਖੋ ਤੁਸੀਂ, ਜਨਮ ਲੈਂਦਾ 10 ਮਹੀਨੇ ਦਾ ਬੱਚਾ, 9 ਮਹੀਨੇ ਦਾ, ਬਿਲਕੁਲ ਕੋਮਲ ਜਿਹਾ ਸਰੀਰ, ਮੁਲਾਇਮ ਹੈ। ਪਰ ਤੁਸੀਂ ਬਾਹਰ ਦੇਖੀਏ ਕਿ ਇੱਕ ਸਾਡੀ ਉਂਗਲ ਤਪੇ ਹੋਏ ਤਵੇ ਦੇ ਨਾਲ ਇੱਕ ਖਿੰਨ ਸਪਰਸ਼ ਕਰ ਜਾਏ, ਨਾਲ ਹੀ ਪੱਟਿਆ ਜਾਂਦਾ ਮਾਸ,
ਨਾਲ ਹੀ ਕਿਤੇ ਗਰਮ ਸਲਾਈ ਨੂੰ ਅਸੀਂ ਹੱਥ 'ਚ ਪਕੜ ਲਈਏ, ਸਾਡੀ ਚਮੜੀ ਨਾਲ ਹੀ ਢਲ ਜਾਂਦੀ ਹੈ। ਪਰ ਕੀ ਇਹ ਪਰਮਾਤਮਾ ਦਾ ਭੈ ਨਹੀਂ ਕਿ ਬੰਦੇ ਦੀ ਬੌਡੀ ਮਾਂ ਦੇ ਉਦਰ 'ਚ ਪਈਏ, 4 ਚੁਫੇਰੇ ਜਠਰਾਗਨ ਅੱਗ ਪਈ ਬਲਦੀ ਏ, ਉਸ ਤਪਸ਼ ਵਿੱਚ, ਉਸ ਹੀਟ ਵਿੱਚ ਪਰਮਾਤਮਾ ਨੇ ਇਸ ਬਾਲਣ ਨੂੰ ਸੜਨ ਨਹੀਂ ਦਿੱਤਾ। ਕਿਉਂ? ਕਿਉਂਕਿ ਅੱਗ ਕਹਿੰਦੀ ਹੈ ਮੈਂ ਕਿਸੇ ਦੇ ਭੈ ਵਿੱਚ ਇਹਦੀ ਰਖਵਾਲੀ ਕਰ ਰਹੀ ਹਾਂ। ਮੈਂ ਸ਼ੁਰੂਆਤ ਕਰਾਂਗਾ ਸਾਡੀ ਬੌਡੀ ਤੋਂ, ਫਿਰ ਅਸੀਂ ਚੱਲਾਂਗੇ ਪਵਨ ਕਿਵੇਂ ਭੈ 'ਚ ਚੱਲਦੀ ਏ, ਅੱਗ ਕਿਵੇਂ ਭੈ 'ਚ। ਮੇਰਾ ਮਕਸਦ ਸਿਰਫ ਇੰਨਾ ਕੁਵੇ ਕਿ ਗੁਰਮਖੋ ਆਸਾਂ ਕੀ ਵਾਰ ਜਿਹੜਾ ਪੜ੍ਹਦਾ ਹੈ, ਆਸਾਂ ਕੀ ਵਾਰ ਦਾ ਜਿਹੜਾ ਕੀਰਤਨ ਕਰਦਾ ਹੈ, ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਜਾਏਗਾ ਜੇ ਵਾਰ ਸਮਝ ਪੈ ਜਾਏ। ਫਿਰ ਅਰਜ਼ ਕਰਾਂ, ਮੈਂ ਸ਼ੁਰੂਆਤ ਕੀਤੀ ਭੈ ਤੋਂ। ਹੁਣ ਇੱਕ ਭੈ ਹੈ, ਅੱਗ ਹੈ ਪਰ ਅੱਗ ਸਾੜਦੀ ਨਹੀਂ। ਇੰਦਨ ਤੇ ਬੈ ਸੰਤਰ ਭਾਗੈ, ਅੱਗ ਕਹਿੰਦੀ ਮੈਂ ਇਸ ਬੌਡੀ ਨੂੰ ਸਾੜਨਾ ਨਹੀਂ। ਇਸ ਨੂੰ ਸਤਿਗੁਰੂ ਨੇ ਸ਼ੁਕਰ 'ਚ ਬੜੀ ਥਾਰੀ ਲਿਆ। ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟੀ ਕੇ ਪਟ ਬੀਚ ਬਚਾਵੇ। ਇਹਨੂੰ ਹਜ਼ੂਰ ਨੇ ਬਾਣੀ 'ਚ ਕਿਹਾ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਨ ਖਾਰੇ। ਮਾਤਾ के उदर में प्रतिपाल करे सो क्यों मनो विसारिय, मनो क्यों विसारिय एवड़ दाता जे अगन में आहार पहुंचावे। ਹੁਣ ਇੱਕ ਪਰਮਾਤਮਾ ਦਾ ਭੈ ਅਦ੍ਰਿਸ਼ਟ ਵਰਤ ਰਿਹਾ। ਹਾਲਾਂਕਿ ਚਲੋ ਮੈਡੀਕਲ ਸਾਇੰਸ ਕਹਿੰਦੀ ਹੈ ਬੱਚੇ ਤੋਂ ਝਿੱਲੀ ਬਦਲੀ ਜਾਂਦੀ, ਮਾਂ ਤਾਂ ਨਹੀਂ ਬਦਲਦੀ ਨਾ। ਉਹਦੀ ਬੌਡੀ ਤੇ ਜਿਹੜੀ ਝਿੱਲੀ ਬਣਦੀ ਆ ਆਪਣੇ ਆਪ ਉਤਰਦੀ। ਮਾਂ ਬੰਦੇ ਬੱਚੇ ਨੂੰ ਸਰਦੀ ਗਰਮੀ ਤੋਂ ਕੱਪੜੇ ਦੇਗੀ, ਸਰਦੀ ਆਈ ਕੱਪੜੇ ਬਦਲ ਦੇਗੀ, ਗਰਮੀ ਆਏ ਕੱਪੜੇ ਬਦਲੇਗੀ। ਉਹ ਕਿਹੜੀ ਸ਼ਕਤੀ ਸੀ ਓਏ, ਜਦੋਂ ਮਾਂ ਵੀ ਕੱਪੜੇ ਨਹੀਂ ਸੀ ਦੇ ਸਕਦੀ, ਰੱਬ ਦੀ ਝਿੱਲੀ ਆਪਣੇ ਆਪ ਹੀ ਬਦਲੀ ਜਾਂਦਾ ਹੈ, ਕਿਉਂਕਿ ਉਹਦੇ ਭੈ 'ਚ ਹੈ। ਉਹਦੇ ਭੈ ਵਿੱਚ ਇਹਦੀ ਬੰਤਰ ਬਣ ਰਹੀ, ਅੱਗ ਸਾੜ ਨਹੀਂ ਰਹੀ। ਬਾਹਰ ਟੁਕੜਾ ਮਾਸ ਦਾ ਰੱਖੋ, 1 ਘੰਟੇ ਵਿੱਚ ਅੱਗ 'ਚ ਪੁੱਜ ਜਾਏਗਾ, ਪਰ ਅੰਦਰ ਇੰਨੇ ਮਹੀਨੇ ਮਾਸ ਦਾ ਟੁਕੜਾ ਰਿਹਾ ਸੜਿਆ ਨਹੀਂ, ਕਿਉਂਕਿ ਅੱਗ ਉੱਤੇ ਕਿਸੇ ਦਾ ਭੈ ਸੀ ਕਿ ਤੇਰੀ ਸੀਮਾ। ਉਹ ਅੱਗ ਵੀ ਜੀਵਨ ਵਾਸਤੇ ਪੈਦਾ ਕੀਤੀ, ਰੱਬ ਨੇ ਸਾੜਨ ਵਾਸਤੇ ਪੈਦਾ ਨਹੀਂ ਕੀਤੀ। ਜੋ ਹੀਟ ਨਾ ਹੁੰਦੀ ਤੇ ਬੌਡੀ ਕਿਵੇਂ ਬਣਦੀ। ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਕਹਿੰਦੇ ਨੇ ਇੰਦਰ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ਼ ਤਿਆਗੈ। ਮਿੱਟੀ ਹੈ, ਉਹਦੇ ਦਹਿ ਦਸ਼ ਦਾ ਅਰਥ ਹੁੰਦਾ ਜੀ 10 ਪਾਸੇ ਪਾਣੀ। ਕਈਆਂ ਨੇ ਗੁਰਮੁਖਾਂ ਨੇ ਅਰਥ ਕੀਤੇ ਨੇ ਜੀ ਕਿ ਧਰਤੀ ਦੇ 4 ਚੁਫੇਰੇ ਪਾਣੀ, ਪਰ ਉੱਥੇ 4 ਚੁਫੇਰੇ ਨੇ, ਉੱਥੇ ਦਹਿ ਦਿਸ਼ ਕੇ। ਜੇ ਦਹਿ ਦਿਸ਼ ਕੇ ਦੇ ਅਰਥ ਕੁਝ ਹੋਰ ਹੋਣਗੇ, ਧਰਤੀ ਅਰਥ ਨਹੀਂ। 10 ਪਾਸੇ ਦਾ ਅਰਥ ਹੁੰਦਾ ਹੈ 4 ਤੇ ਦਿਸ਼ਾਵਾਂ ਨੇ, 4 ਇਹਨਾਂ ਦੀਆਂ ਨੁਕਰਾਂ, ਕੋਨੇ 8, ਜ਼ਮੀਨ 9 ਤੇ ਅਸਮਾਨ 10। ਇਹਦਾ ਮਤਲਬ ਮਿੱਟੀ ਪਈ ਹੈ ਤੇ 10 ਪਾਸੇ ਪਾਣੀ। ਪਾਣੀ ਗਾਲ ਨਹੀਂ ਰਿਹਾ। ਉਹ ਕਿਹੜੀ ਮਿੱਟੀ ਹੈ? ਅਸਲ 'ਚ ਉਹ ਮਿੱਟੀ ਸਾਡੀ ਬੌਡੀ ਹੈ। ਕੱਲਾ ਇਨਸਾਨ ਅੱਗ 'ਚ ਨਹੀਂ ਰਹਿੰਦਾ। ਮੈਡੀਕਲ ਸਾਇੰਸ ਕਹਿੰਦੀ ਹੈ ਕਿ ਬੱਚਾ ਪੁੱਠਾ ਲਟਕਿਆ ਤੇ ਪਾਣੀ ਦੇ ਬਲੈਡਰ ਵਿੱਚ ਹੀ ਹੈ ਨਾ, ਇਹਦੇ ਥੱਲੇ ਉੱਤੇ 10 ਪਾਸੇ ਪਾਣੀ ਹੈ। ਪਰ ਬਾਹਰ ਦੇ ਪਾਣੀ 'ਚ 2 ਘੰਟੇ ਹੱਥ ਰੱਖੋ, ਭਾਂਡੇ ਮਾਂਜੀਏ ਤੇ ਮੇਰਾ ਖਿਆਲ 2-3 ਘੰਟੇ ਭਾਂਡੇ ਮਾਂਜਣ ਤੋਂ ਬਾਅਦ ਹੱਥਾਂ ਦੇ ਪੋਟਿਆਂ ਦਾ ਮਾਸ ਚਿੱਟਾ ਹੋ ਕੇ ਭੁਰਨ ਲੱਗ ਪੈਂਦਾ। ਪਰ ਉੱਥੇ ਕਿਹੜੀ ਸ਼ਕਤੀ ਸੀ ਜੀ? ਇਹ ਮਿੱਟੀ ਦਾ ਨਿੱਕਾ ਜਿਹਾ ਢੇਲਾ, ਸਰੀਰ ਮਿੱਟੀ ਦਾ, ਉਸ ਪਾਣੀ 'ਚ ਪਿਆ, 10 ਪਾਸੇ ਪਾਣੀ ਤੇ 10 ਮਹੀਨੇ ਉਸ ਪਾਣੀ 'ਚ ਡੁੱਬਾ ਰਿਹਾ। ਰੱਬ ਨੇ ਇਸ ਬੌਡੀ ਨੂੰ ਗਲ ਨਹੀਂ ਦਿੱਤਾ, ਕਿਉਂਕਿ ਪਾਣੀ ਵੀ ਕਿਸੇ ਦੇ ਭੈ ਵਿੱਚ ਹੈ। ਉਹ ਵੀ ਜੀਵਨ ਰੂਪ 'ਚ ਰੱਬ ਨੇ ਪੈਦਾ ਕੀਤਾ। ਇੰਦਨ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ਼ ਤਿਆਗੈ। ਉੱਪਰ ਚਰਨ ਤਲੇ ਆਕਾਸ਼, ਪੈਰ ਉੱਤੇ ਨੇ, ਤੇ ਆਕਾਸ਼ ਦਾ ਅਰਥ ਕਰਾਂਗੇ ਸਿਰ। ਸਿਰ ਧਰਤੀ ਵਾਲੇ ਪਾਸੇ ਹੈ। ਤੁਸੀਂ ਦੇਖੋ ਉਰਦੂਮੁਖੀ ਕਿੰਨਾ ਕੁ ਸਮਾਂ ਬੰਦਾ ਰਹਿ ਸਕਦਾ। ਇੱਕ ਇਨਸਾਨ ਨੂੰ 2 ਘੰਟੇ ਕਹੋ ਤੂੰ ਪੁੱਠੇ ਲਟਕਣਾ, ਤੇ ਜਦੋਂ ਤਸ਼ੱਦਦ ਕੀਤੇ ਜਾਂਦੇ ਨੇ ਉਦੋਂ ਬੰਦੇ ਨੂੰ ਪੁੱਠਾ ਲਟਕਾਇਆ ਜਾਂਦਾ ਸੀ। ਪੁੱਠਾ ਲਟਕਦਾ ਬੰਦਾ ਘੰਟੇ 2 ਘੰਟੇ ਬਾਅਦ ਉਹਦੀਆਂ ਅੱਖਾਂ 'ਚੋਂ ਖੂਨ ਆ ਜਾਏਗਾ। ਮੇਰੀ ਬੇਨਤੀ ਹੈ, ਪਰ ਕਿਹੜਾ ਭੈ ਸੀ ਜੀ? ਜਦੋਂ ਸਾਡੀ ਬੰਤਰ ਬਣੀ, ਚਰਨ ਪੈਰ ਸਾਡੇ ਉੱਤੇ ਸਨ ਤੇ ਸਿਰ ਸਾਡਾ ਥੱਲੇ ਸੀ। 1-2 ਘੰਟੇ ਨਹੀਂ, ਕਈ ਮਹੀਨੇ ਇਹ ਆਕਾਸ਼ ਨੀਵਾਂ ਰਿਹਾ, ਪਰ ਰੱਬ ਨੇ ਇੱਕ ਕਿਰਪਾ ਕੀਤੀ, ਇਸ ਪੁੱਠੇ ਲਟਕੇ ਹੋਏ ਨੂੰ ਵੀ ਆਪਣੇ ਭੈ ਦੇ ਵਿੱਚ ਖਤਮ ਨਹੀਂ ਹੋਣ ਦਿੱਤਾ। ਉਹਦਾ ਭੈ ਹੈ। ਮੈਂ ਫਿਰ ਬੇਨਤੀ ਕਰਾਂਗਾ ਕਿ ਇੰਦਨ ਤੇ ਬੈ ਸੰਤਰ ਭਾਗੈ, ਮਾਟੀ ਕੋ ਜਲ ਦਹਿ ਦਿਸ਼ ਤਿਆਗੈ। ਉੱਪਰ ਚਰਨ ਤਲੇ ਆਕਾਸ਼, ਘਟ ਮੈਂ ਕੀਨੋ ਸਿੰਧ ਪ੍ਰਕਾਸ਼। ਪਰਮਾਤਮਾ ਨੇ ਨਿੱਕੇ ਜਿਹੇ ਇੱਕ ਸੈੱਲ 'ਚ ਬੱਚਾ ਸ਼ਬਦ ਵਰਤ ਲਈ, ਉਹਦੇ ਵਿੱਚ ਸੰਧੂ ਦਾ ਪ੍ਰਕਾਸ਼। ਹਾਲਾਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਬੱਚੇ ਦਾ ਹਾਰਟ
ਕੰਮ ਨਹੀਂ ਕਰਦਾ ਉੱਥੇ, ਇਹਦਾ ਦਿਮਾਗ ਵੀ ਇਤਨਾ ਕੰਮ ਨਹੀਂ ਕਰਦਾ, ਸਭ ਕੁਛ ਮਾਂ ਦੀ ਨਾਭੀ ਵਿੱਚ ਉਲਝਦਾ। ਬੜੀ ਅਚਰਜ ਖੇਡ ਹੈ ਸੁਰਤ ਦੀ। ਪਰ ਅਸੀਂ ਜੋਗ ਮਤ ਨਾਲ ਕਹਿ ਕੇ ਪਿਆਰਿਓ, ਸੱਚੀ ਗੱਲ ਜੇ ਸਾਡੀਆਂ ਮਜ਼ਾਕੀਆ ਲਹਿਜੇ ਨੇ, ਬਹੁਤ ਅੰਦਰ ਦਾ ਗਿਆਨ ਸੀ ਜਿਹੜਾ ਗੁਰੂ ਘਰੋਂ ਬਾਹਰ ਛੱਡ ਦਿੱਤਾ। ਕਾਮ ਦੀ ਖੇਡ ਵੀ ਇਹੀ ਹੈ। ਜਦੋਂ ਇਨਸਾਨ ਦੀ ਸੁਰਤ ਨੀਵੀਂ ਡਿੱਗਦੀ ਏ, ਸੱਚੀ ਗੱਲ ਜੇ ਉਦੋਂ ਵਾਸ਼ਨਾ ਜਨਮ ਲੈਂਦੀ ਏ। ਜਦੋਂ ਇਹਦੀ ਸੁਰਤ ਨਾਭੀ ਤੋਂ ਉੱਪਰ ਉੱਠ ਕੇ ਚੱਲਦੀ, ਉਦੋਂ ਇਹਦੇ ਅੰਦਰ ਪਰਮਾਤਮਾ ਦਾ ਰਸ ਪੈਦਾ ਹੁੰਦਾ ਹੈ। ਇਹ ਤਾਂ ਰੱਬ ਦੀ ਬਣਾਈ ਬਣਤਰ ਹੈ। ਹੁਣ ਦੇਖੋ, ਉਹ ਬੱਚਾ, ਉਹਦੇ ਚਾਰ ਚਫੇਰੇ ਸਾੜਨ ਵਾਲੀਆਂ ਚੀਜ਼ਾਂ, ਡੋਬਣ ਵਾਲੀਆਂ ਚੀਜ਼ਾਂ, ਘੱਟ ਮੈਂ ਕੀਨੋ ਸਿੰਧ ਪ੍ਰਕਾਸ਼, ਨਿੱਕੇ ਜਿਹੇ ਸੈੱਲ ਵਿੱਚ ਪਰਮਾਤਮਾ ਦਾ ਆਪਣਾ ਪ੍ਰਕਾਸ਼। ਪਰ ਉਹਨੇ ਬਖਸ਼ਿਸ਼ ਕੀਤੀ, ਪ੍ਰਥਮ ਹੈ ਮਾਖਣ, ਅਜੇ ਜਨਮ ਨਹੀਂ ਹੋਇਆ ਇਹਦਾ। ਰਾਹੋ ਦੀਆਂ ਤੁਕਾਂ ਨੇ, ਐਸਾ ਸਮਰੱਥ ਹਰ ਜੀਓ ਆਪ, ਵਾਹਿਗੁਰੂ ਜੀ ਇੰਨੇ ਸਮਰੱਥ ਨੇ ਜਿਹੜੇ ਭੈ ਵਿੱਚ ਹਰ ਚੀਜ਼ ਨੂੰ ਰੱਖਦੇ। ਫਿਰ ਬੇਨਤੀ ਸੁਣਿਓ ਕਿ ਪ੍ਰਥਮ ਹੈ ਮਾਖਣ, ਪਹਿਲਾਂ ਸਿਰ ਮੱਖਣ ਸੀ, ਪਾਛਾ ਦੂਧ। ਪਰ ਜੇ ਤਰਕ ਦੇ ਨਜ਼ਰੀਏ ਨਾਲ ਦੇਖੋ ਤੇ ਅਸੀਂ ਕਹਾਂਗੇ ਜੀ ਇਹ ਕਿਵੇਂ ਹੋ ਸਕਦਾ ਕਿ ਪਹਿਲਾਂ ਮੱਖਣ ਹੋਵੇ ਤੇ ਮੱਖਣ ਨੂੰ ਪਗਲਾ ਕੇ ਦੁੱਧ ਬਣਦਾ ਦੇਖੇ। ਦੁੱਧ ਨੂੰ ਗਰਮ ਕਰਕੇ ਜਾਗ ਲਾ ਕੇ ਦਹੀਂ ਜੰਮੇ ਤੇ ਮੱਖਣ ਨਿਕਲਦਾ ਹੈ। ਪਰ ਪਿਆਰਿਓ, ਬੀਬੀਆਂ ਭੈਣਾਂ ਬੈਠੀਆਂ ਨੇ, ਮੈਂ ਸ਼ਬਦ ਸੰਕੋਚਵੇ ਵਰਤਾਂਗਾ, ਪਰ ਮੱਖਣ ਨੂੰ ਪਿਘਲਾ ਕੇ ਤਾਂ ਕਦੀ ਦੁੱਧ ਨਹੀਂ ਨਿਕਲਿਆ। ਮੱਖਣ ਨੂੰ ਗਰਮ ਕਰਕੇ ਘਿਓ ਤਾਂ ਬਣਦਾ ਦੇਖਿਆ, ਪਰ ਮੱਖਣ ਨੂੰ ਪਿਘਲਾ ਕੇ ਕਦੀ ਦੁੱਧ ਨਹੀਂ ਬਣਦਾ ਦੇਖਿਆ। ਗੁਰੂ ਸਾਹਿਬ ਕਹਿੰਦੇ ਨੇ, ਤੂੰ ਰੱਬ ਦੇ ਭੈ 'ਚ ਰਹਿ। ਜਦੋਂ ਤੇਰਾ ਜਨਮ ਨਹੀਂ ਹੋਇਆ, ਪਰਮਾਤਮਾ ਨੇ ਤੇਰੀ ਫੀਡ, ਤੇਰੀ ਖੁਰਾਕ, ਤੇਰਾ ਭੋਜਨ ਮਾਂ ਦੇ ਸੀਨੇ ਵਿੱਚ ਇਸ ਤਰ੍ਹਾਂ ਜਮਾ ਦਿੱਤਾ ਜਿਵੇਂ ਮੱਖਣ ਜੰਮਿਆ। ਤੇਰੇ ਜਨਮ ਹੋਣ ਦੀ ਦੇਰ ਸੀ, ਉਹਨੇ ਮੱਖਣ ਨੂੰ ਪਿਘਲਾ ਕੇ ਲਿਕਵਿਡ ਦੁੱਧ ਬਣਾ ਦਿੱਤਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਐਸਾ ਹੈ ਮੇਰਾ ਪਰਮਾਤਮਾ, ਜਿਹਦੇ ਭੈ ਵਿੱਚ ਮੈਂ ਤਾਂ ਆਰੰਭਤਾ ਕੀਤੀ ਕਿ ਸਭ ਤੋਂ ਪਹਿਲਾਂ ਜਿਹੜੇ ਲੋਕ ਕਹਿੰਦੇ ਨੇ ਭੈ ਕੀ ਚੀਜ਼, ਆਪਣੀ ਬਾਡੀ ਨੂੰ ਪੁੱਛ ਕੇ ਦੇਖੋ, ਅੰਦਰ ਨੂੰ ਪੁੱਛ ਕੇ ਦੇਖੋ, ਜੇ ਉਹਦਾ ਭੈ ਨਾ ਵਰਤਦਾ ਤੇ ਮੈਂ ਤੁਸੀਂ ਅੱਜ ਹੋਣੇ ਹੀ ਨਹੀਂ ਸੀ। ਹੁਣ ਆਓ ਥੋੜ੍ਹਾ ਜਿਹਾ ਬਾਹਰ ਮੁਖੀ ਚੱਲੀਏ। ਸਾਰੀ ਬੇਨਤੀ ਮੈਂ ਕਰਾਂਗਾ, ਜੋ ਅਸੀਂ ਸਲੋਕ ਪੜ੍ਹਿਆ ਹੈ ਫਿਰ ਇਹਦੇ ਅਰਥ ਵੀ ਕਰਨੇ ਨੇ, ਤੇ ਮੈਂ ਯਤਨ ਕਰਾਂਗਾ ਜਿਤਨੀ ਕੁ ਮੈਨੂੰ ਸਮਝ ਵਾਹਿਗੁਰੂ ਨੇ ਦਿੱਤੀ, ਸਮਝ ਦਾ ਹੱਦ ਮੰਨਾ ਨਹੀਂ, ਕਿਉਂਕਿ ਅਸੀਂ ਆਸਾਂ ਕੀ ਵਾਰ ਪੜ੍ਹਦੇ ਹਾਂ ਬਹੁਤ ਜ਼ਿਆਦਾ ਗਲਤ ਉਚਾਰਨ ਹੁੰਦਾ। ਵੈਸੇ ਨੇ ਗੁਰੂਆਂ ਕੇ ਪਿਆਰੇ, ਕਈ ਵਾਰੀ ਦਰਬਾਰ ਸਾਹਿਬ ਭਾਈ ਸਾਹਿਬ ਜਦੋਂ ਪੌੜੀ ਪੜ੍ਹੀ ਜਾਂਦੀ ਏ, ਜਿੱਥੇ ਸਿਆਰੀ ਬੋਲਣੀ ਉੱਥੇ ਬਿਹਾਰੀ ਬੋਲੀ ਜਾਂਦੀ ਪਈ। ਕੰਨਾਂ ਤਾਂ ਤਕਰੀਬਨ ਬਹੁਤ ਸਾਰੇ ਸ਼ਬਦਾਂ ਵਿੱਚ ਛੱਡ ਹੀ ਦਿੱਤਾ ਜਾਂਦਾ, ਕੰਨਾਂ ਉਚਾਰਨ ਨਹੀਂ ਕੀਤਾ ਜਾ ਰਿਹਾ। ਲਾਵਾਂ ਦੁਲਾਵਾਂ ਦਾ ਬੜਾ ਫਰਕ ਨਜ਼ਰ ਆਉਣ ਲੱਗ ਪੈਂਦਾ, ਕੱਲਾ ਦਰਬਾਰ ਸਾਹਿਬ ਨਹੀਂ, ਕਿਤੇ ਵੀ ਆਸਾਂ ਕੀ ਵਾਰ। ਪਰ ਮੈਂ ਬੇਨਤੀ ਕਰਾਂਗਾ, ਇੱਕ ਇੱਕ ਲੱਗ ਮਾਤਰਾ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਦੀ ਕੋਈ ਅਰਥ ਰੱਖਦੀ ਏ, ਉਹਨੂੰ ਧਿਆਨ ਨਾਲ ਸਾਨੂੰ ਵਾਚ ਲੈਣਾ ਚਾਹੀਦਾ। ਜੇ ਮੈਂ ਅੰਦਰ ਦੇ ਭੈ ਦੀ ਬਾਹਰ ਗੱਲ ਕੀਤੀ ਆ, ਉਹ ਥੋੜ੍ਹਾ ਜਿਹਾ ਬਾਹਰ ਨੂੰ ਦੇਖੀ, ਉਹਦਾ ਭੈ ਕਿਵੇਂ ਵਰਤ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਦਿਆਂ ਕੱਲ ਭਾਈ ਸਾਹਿਬ ਨੇ ਇੱਕ ਸ਼ਬਦ ਪੜ੍ਹਿਆ ਸੀ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਉਹਦੇ 'ਚ ਇੱਕ ਭੈ ਦੀ ਤੋਕ ਆਈ ਸੀ ਜੀ, ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤ੍ਰੀਜੈ। ਇਹ ਹੈ ਰੱਬ ਦਾ ਭੈ। ਵਿੱਚੇ ਧਰਤੀ ਵਿੱਚੇ ਪਾਣੀ, ਇਹਦੇ ਅਰਥ ਇਹ ਬਣ ਗਏ, ਪਾਣੀ ਦੇ ਵਿੱਚ ਧਰਤੀ ਤੇ ਧਰਤੀ ਦੇ ਵਿੱਚ ਪਾਣੀ। ਪਾਣੀ ਚਾਰ ਚੁਫੇਰੇ ਸਮੁੰਦਰ 'ਚ, ਧਰਤੀ ਇਸ ਤਰ੍ਹਾਂ ਹੀ ਹੈ। ਤੇ ਜਦੋਂ ਜ਼ਮੀਨ ਨੂੰ ਪੱਟਨੇ ਆ, ਇਹਦੇ ਥੱਲਿਓਂ ਫਿਰ ਪਾਣੀ ਨਿਕਲਦਾ ਪਿਆ। ਕਹਿੰਦੇ ਨੇ, ਵਾਹ ਪਰਮਾਤਮਾ ਤੇਰੀ ਕੈਸੀ ਖੇਡ, ਪਾਣੀ ਦੇ ਵਿੱਚ ਧਰਤੀ ਤੇ ਧਰਤੀ ਦੇ ਵਿੱਚ ਪਾਣੀ। ਜਿਸ ਲੱਕੜ ਦੇ ਰੁੱਖ ਨੂੰ ਆਪਾਂ ਹੱਥ ਪਾਉਂਦੇ ਆ, ਇਹਦੇ 'ਚ ਅੱਗ ਭਰੀ ਪਈ ਏ। ਪਰਮਾਤਮਾ ਤੂੰ ਕੈਸੀ ਖੇਡ ਵਰਤਾਈ, ਰੁੱਖ ਨੂੰ ਹੱਥ ਲਾਈਏ ਤੇ ਕਦੀ ਸੇਕ ਨਹੀਂ ਨਿਕਲਦਾ। ਲੱਕੜ ਦੀ ਕੁਰਸੀ ਤੇ ਬੈਠੀਏ, ਕਦੀ ਕੋਲਿਆਂ ਦੀ ਤਰ੍ਹਾਂ ਤਪਾਉਂਦੀ ਨਹੀਂ। ਅਸੀਂ ਬੈੱਡ ਉੱਤੇ ਬਿਸਤਰ ਤੇ ਰਾਤ ਨੂੰ ਪਲੰਗ ਤੇ ਪਈਏ ਤੇ ਸੇਕ ਨਹੀਂ ਨਿਕਲਦਾ, ਕਿਉਂਕਿ ਤੇਰੇ ਭੈ ਦੇ ਅੰਦਰ ਹਰ ਚੀਜ਼ ਬੰਨੀ ਹੋਈ। ਇਹਨੂੰ ਨੇਮ 'ਚ ਲਿਜਾਣਾ, ਮਰਿਆਦਾ 'ਚ। ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤ੍ਰੀਜੈ। ਬੱਕਰੀ ਸਿੰਘ ਇੱਕ ਤੈ ਥਾਂ ਰੱਖ। ਕਮਾਲ ਦੀ ਗੱਲ, ਸ਼ੇਰ ਤੇ ਬੱਕਰੀ ਇਕੱਠੇ ਬੰਨੇ ਪਏ, ਕਿਉਂ? ਕਿਉਂਕਿ ਉਹਦਾ ਭੈ ਹੈ। ਬੱਕਰੀ ਸਿੰਘ ਇੱਕ ਤੈ ਥਾਂ ਰੱਖ ਹੈ, ਮਨ ਹਰ ਜਪ ਭਰਮ ਭਉ ਦੂਰ ਕੀਜੈ। ਜੇ ਤੂੰ ਪਰਮਾਤਮਾ ਦੇ ਭੈ 'ਚ ਰਹੇਗਾ, ਸੱਚ ਇਹ ਵੇ ਦੁਨੀਆ ਦਾ ਭੈ ਤੇਰੇ ਅੰਦਰੋਂ ਨਿਕਲ ਜਾਏਗਾ। ਮੈਂ ਅੱਗੇ ਬੇਨਤੀ ਕਰਨੀ, ਆਓ ਭਾਈ ਸਾਹਿਬ ਦੀ ਇੱਕ ਵਾਰ ਹੈ ਜੀ, 22ਵੀਂ ਵਾਰ ਦੀ ਚੌਥੀ ਪੌੜੀ, ਉਹਦੀਆਂ 8 ਤੁਕਾਂ ਨੇ। ਉਹਦੇ ਵਿੱਚ ਕਮਾਲ ਕਰ ਦਿੱਤੀ ਰੱਬ ਦੇ ਭੈ ਦੀ ਖੇਡ ਕੀ। ਉਹਦਾ ਨੇਮ ਹੈ, ਕੋਈ ਨੇਮ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਚੱਲ ਸਕਦਾ।
ਹੁਣ ਜਿਹੜੇ ਅੱਜ ਲੋਕ ਕਹਿੰਦੇ ਆ ਨਾ ਜੀ ਇਹ ਮਰਿਆਦਾ ਦੀਆਂ ਗੱਲਾਂ, ਰੱਬ ਦੀ ਗੱਲ ਕੋਈ ਮਰਿਆਦਾ ਦੀ ਗੱਲ ਥੋੜ੍ਹਾ। ਅੱਜ ਕੱਲ੍ਹ ਪੰਜਾਬ 'ਚ ਹੀ ਬੜਾ ਚੱਲਦਾ, ਮਸਤਾਂ ਦੀ ਗੱਲ ਚੱਲਦੀ। ਮਸਤ ਕੋਈ ਬੀੜੀ ਪੀ ਜਾਂਦਾ, ਕੋਈ ਗਾਂਜਾ ਖਾਈ ਜਾਂਦਾ, ਤੇ ਸਾਡੇ ਬੰਦੇ ਤਕਰੀਬਨ ਨੂੰ ਸੁਣਦਿਆਂ ਕੋਈ ਆਵਾਜ਼ਾਰ ਨਾ ਹੋਵੇ, ਉਹ ਬੜੇ ਮਸਤਾਂ ਦੀ ਗੱਲ ਜੀ, ਮਸਤਾਂ ਦੀ ਗੱਲ। ਪਿਆਰਿਓ, ਗੁਰੂ ਨਾਨਕ ਦੇ ਘਰ ਵਿੱਚ ਇਸ਼ਕ ਤੇ ਮਸਤੀ ਕਰਨ ਵਾਲੇ ਤੁਹਾਨੂੰ ਸ਼ਾਇਦ ਇਹੋ ਜਿਹਾ ਕਿਤੇ ਨਾ ਲੱਭਣ। ਇਹਨਾਂ ਮਸਤਾਂ ਨੂੰ ਜਦੋਂ ਮਸਤੀ ਚੜ੍ਹਦੀ ਹੈ ਤੇ ਬੀੜੀਆਂ ਦੇ ਸੂਟੇ ਮਾਰਦੇ ਨੇ। ਜਦੋਂ ਗੁਰੂ ਨਾਨਕ ਦੇ ਘਰ ਵਿੱਚ ਨਾਮ ਦੀ ਖੁਮਾਰੀ ਚੜ੍ਹਦੀ ਤੇ ਸੀਸ ਦੇ ਉੱਤੇ ਆਰਾ ਚੱਲਦਾ ਹੈ। ਦੁੱਖ ਨਹੀਂ, ਪਰ ਮੇਰੀ ਬੇਨਤੀ ਹੈ ਕਿ ਗੁਰੂ ਸਾਹਿਬ ਦੇ ਘਰ ਅੰਦਰ ਆ ਜਿਹੜੀ ਖੇਡ ਭੈ ਦੀ ਹੈ, ਇਹਨੂੰ ਸਮਝੀਏ ਸਾਰੇ ਵੀ ਇੱਕ ਅਦ੍ਰਿਸ਼ਟ ਤਾਕਤ ਹੈ। ਆ ਸਾਡੀ ਬੌਡੀ ਮਰਿਆਦਾ ਤੋਂ ਬਿਨਾਂ ਨਹੀਂ ਰਹਿ ਸਕਦੀ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਜੇ ਮਰਿਆਦਾ ਨੂੰ ਛੱਡ ਦਿਓਗੇ, ਜਿਹੜੇ ਲੋਕ ਛੱਡ ਗਏ ਖੁਆਰ ਹੋ ਗਏ। ਤੁਹਾਡੇ ਚੁਗਿਰਦੇ ਬਹੁਤ ਐਸੇ ਲੋਕ ਹੋਣਗੇ ਜਿਹੜੇ ਕਦੀ ਮਰਿਆਦਾ ਨੂੰ ਪਾਲਦੇ ਸਨ, ਅੱਜ ਉਹ ਮਰਿਆਦਾ ਤੋਂ ਆਕੀ ਹੋ ਗਏ। ਚੇਤੇ ਰੱਖਿਓ, ਆਕੀ ਹੋਇਆ ਬੰਦਾ ਕਦੀ ਸ਼ਾਂਤੀ ਨਾਲ ਰਾਤ ਨੂੰ ਸੌਂ ਨਹੀਂ ਸਕਦਾ। ਉਹਦੇ ਮੱਥੇ ਤੋਂ ਤਿਉੜੀ ਨਹੀਂ ਜਾ ਸਕਦੀ, ਅੰਦਰੋਂ ਕਲਪਦਾ। ਇਹ ਪਿਛਲੀ ਵਾਰ ਕਿਹਾ ਸੀ ਮਰਿਆਦਾ ਦੇ ਅਰਥ ਕੀ। ਗੁਰੂ ਗ੍ਰੰਥ ਸਾਹਿਬ ਸ਼ਬਦ ਮਰਿਆਦਾ ਨਹੀਂ ਆਇਆ, ਮੇਰਾ ਖਿਆਲ ਪਾਠ ਕਰਨ ਸ਼ਬਦ ਮਰਜਾਦ ਆਇਆ। ਨਾਮ ਮਰਜਾਦ ਆਇਆ, ਕਲ ਭੀਤਰ ਬੌੜ ਜਾਸੀ ਨਾਂਗਾ। ਮਰਿਆਦਾ ਸ਼ਬਦ ਸੰਸਕ੍ਰਿਤ ਦੇ ਮਰੀਆ ਸ਼ਬਦ ਚੋਂ ਪੈਦਾ ਹੋਇਆ। ਇਹ ਸੰਸਕ੍ਰਿਤ ਦਾ ਸ਼ਬਦ ਹੈ ਜੀ ਮਰੀਆ। ਮਰੀਆ ਮੀਨਸ ਮਰਨਾ ਨਹੀਂ। ਮਰੀਆ ਦਾ ਅਰਥ ਹੈ ਨਦੀ ਦੇ ਕੰਢੇ, ਨਦੀ ਦੇ ਕਿਨਾਰੇ। ਜਿਹੜੀ ਨਦੀ ਦਾ ਪਾਣੀ ਕਿਨਾਰਿਆਂ ਵੀ ਚੱਲੇਗਾ, ਦੋ ਕੰਢਿਆਂ ਵੀ ਚੱਲੇਗਾ, ਇੱਕ ਦਿਨ ਉਹ ਨਦੀ ਸਮੁੰਦਰ ਵਿੱਚ ਅਭੇਦ ਹੋਵੇਗੀ, ਪਰ ਸ਼ਰਤ ਕੱਲੇ ਕੰਢੇ ਨਾ ਹੋਣ, ਵਿੱਚ ਪ੍ਰਵਾਹ ਵੀ ਹੋਵੇ। ਜੇ ਕੰਢੇ ਤਾਂ ਬਣ ਗਏ, ਵਿੱਚ ਪਾਣੀ ਕੋਈ ਨਹੀਂ, ਕਿਵੇਂ ਪਹੁੰਚਾਂਗੇ? ਫਿਰ ਬੇਨਤੀ ਸੁਣਿਓ, ਨਦੀ ਦੇ ਕੰਢਿਆਂ ਵਿੱਚ ਰਹਿ ਕੇ ਪਾਣੀ ਚੱਲੇ ਤੇ ਇੱਕ ਦਿਨ ਸਮੁੰਦਰ ਵਿੱਚ ਲੀਨ ਹੋ ਜਾਂਦਾ ਹੈ। ਜਿਹੜਾ ਗੁਰੂ ਦੇ ਦਿੱਤੇ ਹੋਏ ਜੀਵਨ ਦੇ ਕੰਢਿਆਂ ਵਿੱਚ, ਸ਼ਬਦ ਦੇ ਕੰਢਿਆਂ ਵਿੱਚ ਚੱਲੇਗਾ, ਇੱਕ ਦਿਨ ਪਰਮਾਤਮਾ ਵਿੱਚ ਅਭੇਦ ਹੋ ਜਾਏਗਾ। ਅਗਲੀ ਬੇਨਤੀ, ਅੱਜ ਕੰਢੇ ਰਹਿ ਗਏ ਨੇ, ਪ੍ਰਵਾਹ ਕਿਤੇ ਕਿਤੇ ਮਿਲਦਾ ਹੈ। ਬਾਹਰਮੁਖੀ ਗੱਲਾਂ ਹਨ, ਤੂੰ ਇੰਜ ਨਹੀਂ ਕਰਨਾ, ਇੰਜ ਕਰਨਾ, ਪਰ ਅੰਦਰ ਜਿਹੜੀ ਸਪਿਰਿਚੁਅਲਿਟੀ, ਰੂਹਾਨੀਅਤ, ਅਧਿਆਤਮਿਕਤਾ, ਜਿਸ ਨਾਮ ਦੇ ਪ੍ਰਵਾਹ ਨਾਲ ਆਤਮਾ ਨੇ ਅੱਗੇ ਤੁਰਨਾ ਸੀ, ਕੰਢੇ ਅਸੀਂ ਸਾਰੇ ਤਿਆਰ ਕਰੀ ਬੈਠੇ ਹਾਂ, ਪਰ ਅੰਦਰ ਚੱਲਣ ਵਾਲਾ ਪ੍ਰਵਾਹ ਸੁੱਕਿਆ ਨਜ਼ਰ ਆਉਂਦਾ ਪਿਆ। ਉਹ ਪ੍ਰਵਾਹ ਜਿਹੜਾ ਨਿਰੰਤਰ ਚੱਲੇ। ਬਾਣੀ ਚੋਂ ਮੈਂ ਬੇਨਤੀ ਕਰਾਂਗਾ, ਭਾਈ ਸਾਹਿਬ ਦੀ ਰਚਨਾ ਹੈ, 22ਵੀਂ ਵਾਰ ਦੀ 4ਥੀ ਪੌੜੀ ਹੈ। ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਾਉਣ ਉਪਾਏ ਘਟ ਘਟ ਛਾਇਆ, ਪਵਣੋਂ ਪਾਣੀ ਸਾਜ ਸੀਸ ਨਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ, ਨੀਰੋਂ ਉਪਜੀ ਅੱਗ ਵਨ ਖੰਡ ਛਾਇਆ, ਅੱਗੀ ਖੋਂਦੀ ਬਿਰਕ ਸੁਬਲ ਫਲਾਇਆ, ਪੌਣ ਪਾਣੀ ਬੈਸੰਤਰ ਮੇਲ ਮਿਲਾਇਆ, ਆਦਿ ਪੁਰਖ ਆਦੇਸ਼ ਖੇਲ ਰਚਾਇਆ। ਇਹਦੇ ਥੋੜੇ ਜਿਹੇ ਅਰਥ ਆਪਾਂ ਕਰ ਲਈਏ, ਸਮਝ ਗੋਚਰੇ। ਮੈਂ ਜੇ ਸਿਰਫ ਭੈ ਸ਼ਬਦ ਤੇ ਅੱਜ ਸ਼ੁਰੂਆਤ ਕੀਤੀ ਹੈ। ਉਸ ਸੱਚੇ ਸਿਰਜਣਹਾਰ ਨੇ ਆ ਰਚਨਾ ਆਪ ਕੀਤੀ। ਸੱਚਾ ਸਿਰਜਣਹਾਰ ਸੱਚ ਸਮਾਇਆ, ਉਹ ਜੋ ਕੁਝ ਪੈਦਾ ਕੀਤਾ ਉਹ ਵੀ ਸਤ, ਆਪ ਸਤ ਕੀਆ ਸਭ ਸਤ। ਸੱਚੋਂ ਪਾਉਣ ਅਪਾਏ, ਉਸ ਸੱਚੇ ਨੇ ਆ ਦ੍ਰਿਸ਼ਟਮਾਨ ਪੈਦਾ ਕਰ ਲਈ। ਪਹਿਲਾਂ ਪੌਣ ਬਣਾਈ, ਹਵਾ ਬਣਾਈ, ਜਿਹਨੂੰ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਸਾਚੇ ਤੇ ਪਵਨਾ ਭਇਆ, ਪਵਨ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਾਉਣ ਉਪਾਏ ਘਟ ਘਟ ਛਾਇਆ। ਉਹ ਮੇਰੇ ਵਿੱਚ ਵੀ ਪਾਉਣ, ਤੁਹਾਡੇ ਵਿੱਚ ਵੀ ਪਾਉਣ। ਕਿਹੜਾ ਬੰਦਾ ਹੈ ਜਿਸ ਦੇ ਅੰਦਰ ਪਵਨ ਨਹੀਂ? ਤੇ ਪਾਉਣ ਵੀ ਕਈ ਤਰ੍ਹਾਂ ਦੀ, ਇੱਕ ਤਰ੍ਹਾਂ ਦੀ ਨਹੀਂ। ਨਿਛ ਆਉਂਦੀ ਉਹ ਵੀ ਪਾਉਣ ਹੈ, ਉਬਾਸੀ ਆਉਂਦੀ ਉਹ ਵੀ ਪਾਉਣ ਹੈ, ਸਵਾਸ ਲੈਂਦੇ ਆ ਉਹ ਵੀ ਪਾਉਣ ਹੈ। ਸਾਡੀ ਬੌਡੀ ਵਿੱਚ ਅਨੇਕਾਂ ਤਰ੍ਹਾਂ ਦੀ ਪਾਉਣ ਰੱਬ ਨੇ ਪੈਦਾ ਕੀਤੀ। ਉਹ ਸੱਚੇ ਸਿਰਜਣਹਾਰ ਨੇ ਪਾਉਣ ਪੈਦਾ ਕੀਤੀ। ਪਾਉਣ ਹਰ ਇੱਕ ਦੇ ਸਰੀਰ ਵਿੱਚ ਹੈ। ਪਾਉਣ ਤੋਂ ਬਾਅਦ ਉਹਨੇ ਪਾਣੀ ਪੈਦਾ ਕੀਤਾ, ਪਰ ਕਮਾਲ ਕਰ ਦਿੱਤੀ, ਉਹਨੇ ਪਾਣੀ ਨੂੰ ਪੈਦਾ ਕਰਕੇ ਆਪਣੇ ਹੁਕਮ ਦੇ ਵਿੱਚ ਕਹਿ ਦਿੱਤਾ, ਤੂੰ ਜਿੱਥੇ ਵੀ ਜਾਣਾ ਤੂੰ ਨੀਵਾਂ ਹੀ ਚੱਲਣਾ, ਤੂੰ ਸਿਰ ਨਹੀਂ ਉੱਚਾ ਚੁੱਕਣਾ। ਤੁਸੀਂ ਦੇਖੋ ਪਾਣੀ ਨੀਵਾਂ ਚੱਲਦਾ ਹੈ ਨਾ। ਅੱਗ ਨੂੰ ਉਹਨੇ ਕਿਹਾ ਤੂੰ ਸਿਰ ਨਹੀਂ ਨੀਵਾਂ ਕਰਨਾ, ਤੂੰ ਉੱਚੀ ਉੱਠਣਾ ਹੈ। ਇੱਕ ਦੂਜੇ ਦੇ ਵਿਰੋਧੀ ਤੱਤ ਨੇ। ਜਿੱਥੇ ਅੱਗ ਪੈਦਾ ਹੋਵੇਗੀ ਸਿਰ ਕੱਢੇਗੀ, ਜਿੱਥੇ ਪਾਣੀ ਪੈਦਾ ਹੋਵੇਗਾ ਉੱਥੇ ਨੀਵਾਂ ਚੱਲੇਗਾ। ਇੱਕ ਦੂਜੇ ਤੋਂ ਪਰੀਤ ਪੈ ਚੱਲਦੇ ਨੇ। ਭਾਵੇਂ ਕਿ ਵਿਦਵਾਨ ਸੱਜਣ ਇਹਨਾਂ ਦੇ ਅਰਥ ਵੀ ਬੜੇ ਗਹਿਰੇ ਲੈ ਜਾਂਦੇ ਨੇ। ਜਿੱਥੇ ਵਾਸ਼ਨਾ ਦੀ ਅੱਗ ਹੋਵੇਗੀ, ਹੰਕਾਰ ਦੀ ਅੱਗ ਹੋਵੇਗੀ, ਉੱਥੇ ਆਕੜ ਹੀ ਹੋਵੇਗੀ।
ਜਿੱਥੇ ਪਿਆਰਿਓ ਨਿਰਮਲਤਾ ਹੀ ਆ ਜਾਏਗੀ, ਉੱਥੇ ਪਾਣੀ ਦੀ ਤਰ੍ਹਾਂ ਚੁੱਕ ਜਾਏਗਾ। ਇਹਦੇ ਅਰਥ ਹੋਰ ਵੀ ਬੜੇ ਗਹਿਰੇ ਹੋ ਸਕਦੇ ਨੇ। ਖੈਰ ਮੈਂ ਟਾਈਮ ਵਿੱਚ ਰਹਿਣਾ ਤੇ ਮੇਰੀ ਇੱਛਾ ਮੈਂ ਇੱਥੇ ਘੱਟੋ ਘੱਟ 2-3 ਕੁ ਪੌੜੀਆਂ ਜ਼ਰੂਰ ਕਰ ਜਾਵਾਂ। ਹਜ਼ੂਰ ਭਾਈ ਸਾਹਿਬ ਕਹਿੰਦੇ ਨੇ ਕਿ ਪੌਣੋ ਪਾਣੀ ਸਾਜ ਸੀਸ ਨਵਾਇਆ, ਤੁਲਹਾ ਧਰਤ ਬਣਾਏ। ਜੋ ਅਸੀਂ ਪੜ੍ਹ ਰਹੇ ਸਾਂ, ਵਿੱਚੇ ਪਾਣੀ ਵਿੱਚੇ ਧਰਤੀ, ਤੁਲਹਾ ਧਰਤ ਬਣਾਏ। ਤੁਲਹਾ ਦਾ ਅਰਥ ਆਪਾਂ ਸਮਝਦੇ ਹਾਂ ਨਾ ਜੀ, ਪੁਰਾਣੇ ਸਮੇਂ ਨਾ ਜੀ ਦਰਿਆ ਪਾਰ ਕਰ ਲਿਓ ਮੋੜੇ ਲੈ ਕੇ, ਕੱਖ ਲੈ ਕੇ ਜੀ, ਬੇੜੀ ਰੂਪ 'ਚ। ਹੁਣ 75% ਪਾਣੀ ਹੋਵੇ, 3 ਹਿੱਸੇ ਪਾਣੀ ਹੋਵੇ ਤੇ 1 ਹਿੱਸਾ ਜ਼ਮੀਨ ਹੋਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੂੰ ਪਾਣੀ ਦੇ ਸਾਹਮਣੇ ਲਿਆ ਕੇ ਦੇਖੋ ਇਹਦੀ ਹਸਤੀ ਕਿੰਨੀ ਕੁ ਹੈ। ਪਰ ਉਹਨਾਂ ਨੇ ਧਰਤੀ ਨੂੰ ਨਾ ਤੁਲਹੇ ਦੀ ਤਰ੍ਹਾਂ ਇਹਦੇ ਉੱਤੇ ਤਾਰ ਦਿੱਤਾ, ਬਸ ਤਰੀ ਜਾਂਦੀ, ਡੁੱਬਣ ਨਹੀਂ ਦਿੰਦਾ ਪਿਆ ਜੀ। ਪਰ ਚੇਤੇ ਰੱਖੋ, ਡੋਬਣੀ ਇੱਕ ਦਿਨ ਪਾਣੀ ਨੇ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਇੱਥੇ, ਮੈਨੂੰ ਯਾਦ ਹੈ ਕਿ ਜਿੱਦਣ ਇਹ ਧਰਤੀ ਫਨਾ ਹੋਣੀ ਹੈ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਨੂੰ ਪਾਣੀ ਨੇ ਖਤਮ ਕਰਨਾ, ਸਭ ਮਿਲਟ ਹੋ ਜਾਏਗਾ। ਇਹ ਸਤਿਗੁਰੂ ਦਾ ਇੱਕ ਸ਼ਬਦ ਹੈ ਜੀ, ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣਾ ਕੋਈ। ਇਹਦੇ 'ਚ ਇੱਕ ਸ਼ਬਦ ਬਚਨ ਹੈ ਜੀ, ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ। ਨੂੰ ਪਾਣੀ ਇੱਕ ਦਿਨ ਖਾਏਗਾ, ਕਿਉਂਕਿ ਪਾਣੀ 'ਚੋਂ ਨਿਕਲਿਆ ਹੈ। ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਾਉਣ ਉਪਾਏ ਘਟ ਘਟ ਛਾਇਆ। ਪਵਣੋ ਪਾਣੀ ਸਾਜ ਸੀਸ ਨਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ। ਨੀਰੋਂ ਉਪਜੀ ਅੱਗ। ਕੀ ਭੈ ਦੀ ਖੇਡ? ਤੁਸੀਂ ਘਰ 'ਚ ਰੁੱਖ ਲਾਏ ਨੇ, ਮੰਨ ਲਓ ਅੰਬ ਦਾ ਰੁੱਖ ਲਾਇਆ, ਅਨਾਰ ਦਾ ਲਾਇਆ, ਫੁੱਲ ਦਾ ਰੁੱਖ ਲਾਇਆ, ਤੇ ਕੀ ਕਰਦੇ ਹੋ ਲਾਉਣ ਤੋਂ ਬਾਅਦ? ਆਪਾਂ ਕਹਿੰਦੇ ਹਾਂ ਪਾਣੀ ਪਾਓ। ਭਾਈ ਸਾਹਿਬ ਕਹਿੰਦੇ ਨੇ ਵੇਖੋ ਏਦੂ ਵੱਡੀ ਭੈ ਦੀ ਮਿਸਾਲ ਕਿੱਥੋਂ ਲੈ ਗਏ। ਜਿਹਨੂੰ ਪਾਣੀ ਪਾ ਰਹੇ ਉਹ ਨਿਰਾ ਅੱਗ ਨਾਲ ਭਰਿਆ, ਤੇ ਜਿਹੜਾ ਪੈਦਾ ਪਿਆ ਕਰਦਾ ਉਹ ਠੰਡਾ। ਕੀ ਇਹ ਰੱਬ ਦਾ ਭੈ ਨਹੀਂ? ਮੈਂ ਤਾਂ ਕਿਹਾ ਸੀ ਥੋੜਾ ਜਿਹਾ ਕਿ ਤੁਸੀਂ ਤਿਆਰੀ ਕਰਕੇ ਆਇਓ, ਕਿਉਂਕਿ ਮੈਂ ਸ਼ਬਦ ਵਿੱਚ ਰਹਿ ਕੇ ਤੁਹਾਨੂੰ ਬੇਨਤੀਆਂ ਕੁਝ ਕਰਨੀਆਂ ਚਾਹੁੰਦਾ। ਹੁਣ ਪਾਣੀ ਬੂਟੇ ਦੇ ਜੜ ਨੂੰ ਪੈ ਰਿਹਾ, ਪਾਣੀ ਠੰਡਾ, ਤੇ ਜਿਹੜਾ ਪੈਦਾ ਉਹਦੇ ਨਾਲ ਪਲਦਾ ਪਿਆ ਉਹ ਨਿਰੀ ਅੱਗ, ਕਿਉਂਕਿ ਉਹਦੇ ਪੱਤਿਆਂ 'ਚ ਅੱਗ, ਉਹਦੀ ਟਾਹਣੀ 'ਚ ਅੱਗ। ਸਤਿਗੁਰੂ ਕਹਿੰਦੇ ਨੇ ਇਹਨੂੰ ਭੈ ਨਹੀਂ ਮੰਨੋਗੇ ਤੇ ਹੋਰ ਕੀ। ਪਾਣੀ ਵਿੱਚੋਂ ਅੱਗ ਪੈਦਾ ਕੀਤੀ, ਤੇ ਕਮਾਲ ਦੀ ਗੱਲ, ਉਸੇ ਰੁੱਖ ਦੀ ਜਦੋਂ ਬੰਤਰ ਬਣੀ, ਪੂਰਾ ਹੋਇਆ, ਜਦੋਂ ਉਹਨੂੰ ਫਲ ਲੱਗਾ ਤੇ ਤੋੜਿਆ, ਅੱਗ ਵਿੱਚੋਂ ਰੱਬ ਨੇ ਮਿਠਾਸ ਪੈਦਾ ਕਰ ਦਿੱਤੀ। ਅੰਬ ਦਾ ਤਣਾ ਅੱਗ ਨਾਲ ਭਰਿਆ, ਅੰਬ ਤੋੜ ਕੇ ਦੇਖੋ ਮਿੱਠਾ, ਅੱਗ ਵਿੱਚੋਂ ਕਦੀ ਖੰਡ ਨਿਕਲਦੀ ਦੇਖੀ? ਕੇਲਾ ਮਿੱਠਾ, ਅੱਗ ਨਾਲ ਭਰਿਆ ਪਿਆ ਉਹਦਾ ਪੇਡਾ। ਬੇਰ ਮਿੱਠੇ, ਜਿੰਨੇ ਵੀ ਰੁੱਖ ਨੇ ਇੱਕ ਇੱਕ ਟਾਹਣੀ ਟਾਹਣੀ ਅੱਗ ਨਾਲ ਭਰੀ। ਕਿ ਇਹ ਰੱਬ ਦੀ ਅਚਰਜ ਖੇਡ ਨਹੀਂ? ਉਹਨੇ ਪਾਣੀ ਵਿੱਚੋਂ ਅੱਗ ਵਾਲਾ ਰੁੱਖ ਪੈਦਾ ਕੀਤਾ, ਉਸ ਰੁੱਖ ਦੇ ਵਿੱਚੋਂ ਮਿੱਠਾ ਫਲ ਪੈਦਾ ਕਰ ਦਿੱਤਾ। ਕਹਿਣ ਲੱਗੇ ਇਹ ਬੰਦਾ ਦੁਨੀਆ ਦਾ ਕੋਈ ਨਹੀਂ ਕਰ ਸਕਦਾ, ਕੇਵਲ ਕਾਦਰ ਹੀ ਕਰ ਸਕਦਾ। ਫਿਰ ਇਹਨੂੰ ਸ਼ਬਦ ਨੂੰ ਪੰਜਾਬੀ ਦੀਆਂ ਸਤਰਾਂ ਨੇ ਕਿ ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋਂ ਪਾਉਣ ਉਪਾਏ ਘਟ ਘਟ ਛਾਇਆ। ਪੌਣੋ ਪਾਣੀ ਸਾਜ ਸੀਸ ਨਵਾਇਆ, ਤੁਲਹਾ ਧਰਤ ਬਣਾਏ। ਮਹਾਰਾਜ ਕਹਿੰਦੇ ਨੇ ਨੀਰ ਤਰਾਇਆ। ਨੀਰੋਂ ਉਪਜੀ ਅੱਗ ਵੰਡ ਖੰਡ ਛਾਇਆ, ਅੱਗੀ ਖੁੰਦੀ ਬਿਰਕ ਸੁਵਲ ਬੁਲਾਇਆ। ਪੌਣ ਪਾਣੀ ਬੈਸੰਤਰ ਮੇਲ ਮਿਲਾਇਆ, ਆਦ ਪੁਰਖ ਆਦੇਸ਼ ਖੇਲ ਰਚਾਇਆ। ਤੈਨੂੰ ਨਮਸਕਾਰ ਮੇਰੇ ਦਾਤਿਆ, ਜਿਹੜੀ ਖੇਡ ਤੂੰ ਆਪ ਰਚੀ ਕੋਈ ਨਹੀਂ ਖੇਡ ਸਕਦਾ। ਮੈਂ ਬੇਨਤੀ ਕਰਾਂਗਾ, ਇੱਕ ਹੈ ਇਸ ਭੈ ਨੂੰ ਕਦੀ ਮਹਿਸੂਸ ਕਰੀਏ। ਸਾਡੀ ਬਾਡੀ ਵੀ ਕਿਸੇ ਨੇਮ 'ਚ ਚੱਲਦੀ ਪਈ ਹੈ। ਫਿਰ ਬੇਨਤੀ ਹੈ, ਆਓ ਮੈਂ ਥੋੜੀ ਜਿਹੀ ਵਿਆਖਿਆ ਕਰ ਸਕਾਂ। ਇੱਕ ਹੈ ਦੁਨਿਆਵੀ ਭੈ, ਇੱਕ ਹੈ ਦੀਨੀ ਤੇ ਦੈਵੀ। ਅਸੀਂ ਇਕੱਠੇ ਲੈ ਲੈਣੇ। ਜਿੱਥੇ ਦੁਨਿਆਵੀ ਭੈ ਹੋਵੇਗਾ ਪਿਆਰਿਓ, ਉੱਥੇ ਮੈਲ ਹੋਵੇਗੀ। ਜਿੱਥੇ ਦੈਵੀ ਭੈ ਹੋਵੇਗਾ ਉੱਥੇ ਨਿਰਮਲਤਾ ਹੀ ਹੋਵੇਗੀ। ਜਿਸ ਅੰਦਰ ਪਰਮਾਤਮਾ ਦਾ ਭੈ ਚਲਾ ਜਾਏਗਾ, ਉਸ ਅੰਦਰ ਦੁਨੀਆ ਦਾ ਭੈ ਖਤਮ ਹੋ ਜਾਏਗਾ। ਤੇ ਜਿਸ ਬੰਦੇ ਦੇ ਅੰਦਰ ਰੱਬ ਦਾ ਭੈ ਨਹੀਂ ਗਿਆ, ਚੇਤੇ ਰੱਖੋ ਉਹ ਨਿੱਕੇ ਜਿਹੇ ਖੜਾਕ ਤੋਂ ਵੀ ਡਰੀ ਜਾਏਗਾ, ਕਿਉਂਕਿ ਉਹਦੇ ਅੰਦਰ ਦੁਨੀਆ ਦਾ ਭੈ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਬਾਰੇ ਕੁਝ ਬਚਨ ਹਜ਼ੂਰ ਨੇ ਕੀਤੇ ਨੇ। ਮੈਂ ਫਿਰ ਬੇਨਤੀ ਕਰਾਂ, ਗੁਰੂ ਸਾਹਿਬ ਦਾ ਇੱਕ ਬੋਲ ਹੈ ਕਿ ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਇਹਦੇ ਵੀ ਅੱਖਰੀ ਅਰਥ ਮੈਂ ਕਰਾਂਗਾ ਕਿ ਡੱਡਾ ਅੱਖਰ ਵਰਤਿਆ ਬਾਮਣ ਅੱਖਰੀ ਦਾ ਬੋਲ ਹੈ ਜੀ। ਡੱਡਾ ਡਰ ਉਪਜੈ ਡਰ ਜਾਈ, ਉਂਝ ਸਿੱਧੇ ਅਰਥ ਕਰੋਗੇ ਤੇ ਇਹਦੇ ਅਰਥ ਨੇ ਡਰ ਵਿੱਚੋਂ ਡਰ ਪੈਦਾ ਹੋ ਗਿਆ ਤੇ ਡਰ ਚਲਾ ਗਿਆ। ਪਰ ਸਮਝ ਨਹੀਂ ਪੈਣੀ ਕਿਹੜਾ ਡਰ ਪੈਦਾ ਹੋਇਆ। ਡੱਡਾ ਡਰ ਉਪਜੈ, ਜਿੱਦਣ ਤੇਰੇ ਅੰਦਰ ਗੁਰੂ ਦਾ, ਰੱਬ ਦਾ, ਪਰਮਾਤਮਾ ਦਾ ਡਰ ਪੈਦਾ ਹੋ ਗਿਆ ਤੇ ਦੁਨੀਆ ਦਾ ਡਰ ਆਪਣੇ ਆਪ ਹੀ ਚਲਾ ਜਾਏਗਾ। ਡੱਡਾ ਡਰ ਉਪਜੈ ਡਰ ਜਾਈ,
ਤਾਂ ਡਰ ਮੈਂ ਉਸ ਪਰਮਾਤਮਾ ਦੇ ਭੈ ਵਿੱਚ, ਉਸ ਪਰਮਾਤਮਾ ਦੇ ਡਰ ਵਿੱਚ, ਤਾਂ ਡਰ ਮੈਂ ਡਰ ਰਿਹਾ ਸਮਾਈ। ਜਿੰਨਾ ਦੁਨੀਆ ਦਾ ਡਰ ਹੈ ਸਾਰਾ ਖੱਪ ਜਾਂਦਾ ਹੈ ਜਿੱਥੇ ਪਰਮਾਤਮਾ ਦਾ ਭੈ ਪੈਦਾ ਹੋ ਜਾਏ, ਉੱਥੇ ਸੰਸਾਰ ਦਾ ਭੈ ਨਹੀਂ ਰਹਿੰਦਾ। ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਜੋ ਡਰ ਡਰੈ, ਇਸ ਤੁਕ ਦੇ ਫਿਰ ਅਰਥ, ਜੇ ਬੰਦਾ ਰੱਬ ਦੇ ਡਰ ਤੋਂ ਹੀ ਡਰੇ, ਇਹਦਾ ਭਾਵ ਕਿ ਰੱਬ ਤੋਂ ਨਾ ਡਰੇ, ਉਸ ਡਰ ਤੋਂ ਦੂਰ ਰਹੇ, ਆਕੀ ਹੋ ਜਾਏ, ਬਾਗੀ ਹੋ ਜਾਏ, ਮੈਂ ਨਹੀਂ ਮੰਨਦਾ। ਜੋ ਡਰ ਡਰੈ ਤਾਂ ਫਿਰ ਡਰ ਲੱਗ ਗਏ। ਜਿੰਨਾ ਬੰਦਾ ਕੋਈ ਰੱਬ ਦੇ ਭੈ ਤੋਂ ਦੂਰ ਭੱਜੇਗਾ, ਉਹਨਾਂ ਸੱਚੀ ਐਵੇਂ ਨੂੰ ਦੁਨੀਆ ਦਾ ਡਰ ਲੱਗੇਗਾ। ਤੇ ਜਿਹੜਾ ਰੱਬ ਦੇ ਭੈ 'ਚ ਰਹੇਗਾ, ਨਿਡਰ ਹੁਆ ਡਰ ਉਰਤੇ ਪਾਕੈ, ਉਹਦੇ ਅੰਦਰ ਦਾ ਡਰ ਖਤਮ ਹੋ ਜਾਏਗਾ। ਪਰ ਇਹ ਭੈ ਜਿਹੜਾ ਹੈ ਨਾ ਜੀ, ਥੋੜ੍ਹਾ ਜਿਹਾ ਮਹਿਸੂਸ ਕਰਿਆ ਕਰੀਏ। ਮੰਨ ਲਓ ਇਹ ਸਿਮਰਨ 'ਚ ਇੱਕ ਚੀਜ਼ ਹੈ, ਵਿਪਰੀਤ ਖਿਆਲ ਪੈਦਾ ਕਰਨੇ। ਇਹ ਇੱਕ ਹੈ, ਤਜਰਬਾ ਕਰਕੇ ਦੇਖੀਏ ਤੇ ਮਨ ਬੜਾ ਟਿਕੇਗਾ। ਵਿਪਰੀਤ ਖਿਆਲ ਮਤਲਬ ਜੋ ਮੇਰੇ ਮਨ 'ਚ ਆਇਆ ਉਹ ਉਲਟਾ ਸੋਚਾਂ। ਹੁਣ ਇਸ ਉਲਟੇ ਨੂੰ ਪੋਜ਼ਿਟਿਵ ਲੈਣਾ। ਮੰਨ ਲਓ ਮੇਰੇ ਮਨ 'ਚ ਫੁਰਨਾ ਉੱਠ ਗਿਆ ਕਿਸੇ ਦੀ ਬੁਰਾਈ ਦਾ, ਮੈਂ ਇਹਨੂੰ ਵਿਪਰੀਤ ਕਰ ਦਿਆਂ, ਇਹਨੂੰ ਉਲਟ ਦਿਆਂ ਇੱਕੋ ਦਮ। ਜੇ ਫੁਰਨਾ ਨਿਰੰਤਰ ਸਿਮਰਨ 'ਚ ਚੱਲਦਾ ਰਿਹਾ ਤੇ ਅੰਦਰ ਖਿਜ ਪੈਦਾ ਕਰੇਗਾ, ਉਹਨੂੰ ਉਲਟ ਦਈਏ, ਉਸ ਫੁਰਨੇ ਨੂੰ, ਬੁਰਾਈ ਦੇ ਨੂੰ ਚੰਗਿਆਈ ਵਾਲੇ ਪਾਸੇ ਲੈ ਚਲੀਏ, ਇਹ ਐਨਰਜੀ ਚੇਂਜ ਹੁੰਦੀ ਹੈ। ਕਾਮ ਦਾ ਫੁਰਨਾ, ਇਹਨੂੰ ਵੀਰੋ ਭੈਣੋ ਗੁੱਸੇ 'ਚ ਨਾ ਲਿਜਾਓ, ਇਹ ਸਮੱਸਿਆ ਜੇ ਸਾਰਿਆਂ ਦੀ, ਪਰ ਡਰਦੇ ਵਿਚਾਰੇ ਗੱਲ ਕੋਈ ਨਹੀਂ ਕਰਦੇ। ਚਾਰ ਚੁਫੇਰੇ ਅਸੀਂ ਅੱਖਾਂ ਨਾਲ ਦੇਖਣੇ। ਗੁਰੂ ਗ੍ਰੰਥ ਸਾਹਿਬ ਨੇ ਦਾ ਹੱਲ ਦੱਸਿਆ। ਸੱਚ ਐਵੇਂ ਵਾਸ਼ਨਾ ਦਾ ਭੋਗਣਾ ਵਾਸ਼ਨਾ ਦਾ ਹੱਲ ਨਹੀਂ। ਵਾਸ਼ਨਾ ਦੀ ਤ੍ਰਿਪਤੀ ਅੰਦਰ ਦੇ ਖਿਆਲਾਂ ਨੂੰ ਚੇਂਜ ਕਰਨ ਨਾਲ ਹੋ ਸਕਦੀ ਹੈ। ਜੇ ਲੱਖ ਇਸਤਰੀਆਂ ਭੋਗ ਕਰੇ, ਨਵਖੰਡ ਰਾਜ ਕਮਾਏ, ਇੰਨਾ ਬੰਦਾ ਵਿਸ਼ਈ ਹੋ ਜਾਏ, ਸਾਰੀ ਧਰਤੀ ਦਾ ਰਾਜ ਹੋਵੇ। ਮੈਂ ਕਹਿੰਦਾ ਕਮਾਲ ਜਾਈਏ ਹਜ਼ੂਰ ਤੋਂ। ਭਾਈ ਗੁਰਦਾਸ ਸਾਹਿਬ ਨੇ ਵਿਪਰੀਤ ਖਿਆਲ ਪੈਦਾ ਕੀਤੇ। ਜਿਵੇਂ ਇੱਕ ਬਚਨ ਤੁਸੀਂ ਪੜ੍ਹਦੇ ਹੋ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਣ। ਇਹ ਕੀ ਹੈ ਜੀ? ਇਹ ਵਿਪਰੀਤ ਖਿਆਲ ਹੈ। ਜਦੋਂ ਤੂੰ ਕਿਸੇ ਚੰਗੇ ਸਰੀਰ ਨੂੰ ਦੇਖਣਾ ਹੈ, ਤੇਰੇ ਮਨ 'ਚ ਵਾਸ਼ਨਾ ਦਾ ਫੁਰਨਾ ਬਣੇ, ਉਸ ਨੂੰ ਵਿਪਰੀਤ ਲੈ ਜਾ। ਜੇ ਇੱਕ ਔਰਤ ਬਜ਼ੁਰਗ ਦੇਖੀਏ ਤੇ ਉਸ ਥਾਂ ਤੇ ਤੈਨੂੰ ਮਾਂ ਦੀ ਤਸਵੀਰ ਦਿਸਣ ਲੱਗ ਪਵੇ, ਇਹ ਵਿਪਰੀਤ ਹੈ ਨਾ ਜੀ। ਭੈਣ ਦੀ ਤਸਵੀਰ ਦਿਸੇ, ਬੇਟੀ ਦੀ ਤਸਵੀਰ ਦਿਸੇ, ਫਿਰ ਦੇਖੋ ਮਨ ਕਿਵੇਂ ਚੇਂਜ ਹੁੰਦਾ। ਮੈਂ ਫਿਰ ਬੇਨਤੀ ਕਰਾਂਗਾ, ਦੁਸ਼ਮਣ ਦਾ ਖਿਆਲ ਆਵੇ ਤੇ ਸਰਬੱਤ ਦੇ ਭਲੇ ਦੇ ਖਿਆਲ ਬਣਾਉਣ ਲੱਗ ਪਓ। ਮੰਨ ਲੈ ਜਾਏ ਤਮੇ ਦਾ ਖਿਆਲ ਪੈਦਾ ਆਵੇ ਤੇ ਸਬਰ ਵਾਲੇ ਕਿਸੇ ਸਿੱਖ ਦਾ ਖਿਆਲ ਪੈਦਾ ਕਰ ਲੈ। ਜਦੋਂ ਕਿਤੇ ਸਿੱਖੀ ਤੋਂ ਡੋਲਣ ਦੇ ਕਿਤੇ ਫੁਰਨੇ ਪੈਦਾ ਹੋਣ, ਇੱਕੋ ਦਮ ਸਾਹਿਬਜ਼ਾਦਿਆਂ ਦਾ ਤੇ ਭਾਈ ਤਾਰੂ ਸਿੰਘ ਦੀ ਖੋਪੜੀ ਦਾ ਖਿਆਲ ਪੈਦਾ ਕਰ ਲੈ। ਵੇਖੋ ਇਹ ਖਿਆਲ ਹੀ ਇਹ ਸਾਰਾ ਜੀ ਚੇਂਜ ਕਰੇਗਾ ਅੰਦਰ। ਮੈਂ ਫਿਰ ਬੇਨਤੀ ਕਰਾਂਗਾ, ਜਦੋਂ ਇਹੋ ਜਿਹਾ ਭੈ ਖਿਆਲ ਪੈਦਾ ਕਰੇਗਾ, ਫਿਰ ਆਹਿਸਤਾ ਆਹਿਸਤਾ ਕੀ ਹੋਵੇਗਾ, ਸਾਡੇ ਅੰਦਰ ਦੀ ਮੈਲ ਸੜਨ ਲੱਗ ਪਏਗੀ। ਇਹ ਰੱਬੀ ਭੈ। ਦੇਖੋ ਇੱਕ ਗੁਰੂ ਘਰ 'ਚ ਸਾਖੀ ਆਉਂਦੀ ਹੈ ਕਿ ਗੁਰੂ ਅਮਰਦਾਸ ਤੇ ਗੁਰੂ ਅੰਗਦ ਦੇਵ ਸ਼ਾਮ ਨੂੰ ਨਾ ਜੀ ਇਕੱਠੇ ਸਤਿਗੁਰੂ ਜੀ ਜਾ ਰਹੇ ਸਨ। ਬਾਬਾ ਅਮਰਦਾਸ ਉਦੋਂ ਸੇਵਾ 'ਚ ਸਨ ਤੇ ਸੈਰ ਕਰਦਿਆਂ ਕਾਫੀ ਸਮਾਂ ਅੱਗੇ ਨਿਕਲ ਗਏ। ਖਡੂਰ ਸਾਹਿਬ ਦੀ ਘਟਨਾ। ਸਵੇਰੇ ਦਰਬਾਰ ਸਜਿਆ ਤੇ ਬਾਬਾ ਅਮਰਦਾਸ ਜੀ ਨਾ ਜੀ ਆਪਣੀ ਬਾਂਹ ਨੂੰ ਕੱਪੜੇ 'ਚ ਬੰਨ੍ਹ ਕੇ ਨਾ ਗਲ 'ਚ ਪਾਇਆ, ਲਪੇਟਿਆ ਜੀ ਬਾਂਹ ਨੂੰ। ਸੰਗਤ ਦੇਖਣ ਲੱਗ ਪਈ ਵੀ ਰਾਤ ਕੁਛ ਸੱਟ ਫੇਟ ਤਾਂ ਲੱਗੀ ਨਹੀਂ। ਕਈਆਂ ਦੇ ਮਨ 'ਚ ਆਇਆ ਵੀ ਗਾਗਰ ਲਿਆਉਂਦੇ ਨੇ, ਸ਼ਾਇਦ ਤਿਲਕ ਕੇ ਚੋਟ ਲੱਗ ਗਈ ਹੋਵੇ। ਸਤਿਗੁਰਾਂ ਨੇ ਪੁੱਛ ਲਿਆ, ਪੁਰਖਾ ਜਾਂ ਬਜ਼ੁਰਗੋ, ਕਿਉਂਕਿ 25 ਸਾਲ ਵੱਡੇ ਨੇ ਨਾ ਗੁਰੂ ਅਮਰਦਾਸ ਉਮਰ ਕਰਕੇ, ਇਹ ਸੱਟ ਵੱਜ ਗਈ ਕਿਤੇ ਤਿਲਕੇ? ਕਹਿੰਦੇ ਨਹੀਂ ਨਹੀਂ, ਸੱਟ ਨਹੀਂ ਵੱਜੀ। ਕਹਿੰਦੇ ਹੋਇਆ ਕੀ? ਕਹਿੰਦੇ ਨੇ ਬਾਹਰੋਂ ਕੋਈ ਨਹੀਂ ਸੱਟ ਵੱਜੀ, ਇਹ ਮਰ ਗਈ ਹੈ ਕੱਲ ਸ਼ਾਮ ਦੀ। ਮਰ ਗਈ ਜੀ? ਕਹਿੰਦੇ ਨੇ ਹਾਂ, ਇਹਨੂੰ ਗੁਰੂ ਕੀ ਬੇਅਦਬੀ ਦੀ ਸੱਟ ਵੱਜ ਗਈ ਹੈ। ਸਿਰਫ ਸਮਝਣ ਲਈ ਇਹ ਭੈ ਕੀ ਚੀਜ਼ ਹੈ। ਮਹਾਰਾਜ ਬੇਅਦਬੀ ਦੀ? ਹਾਂ ਸਤਿਗੁਰੂ, ਕੱਲ ਨੂੰ ਸੈਰ ਕਰਦਿਆਂ ਮੇਰੀ ਬਾਂਹ ਆਪ ਜੀ ਦੀ ਬਾਂਹ ਤੋਂ ਥੋੜੀ ਜਿਹੀ ਅੱਗੇ ਨਿਕਲ ਗਈ ਤੇ ਮੇਰੇ ਮਨ 'ਚ ਆਇਆ, ਅਮਰਦਾਸ ਅੱਜ ਤਨ ਅੱਗੇ ਨਿਕਲਦਾ ਪਿਆ, ਕਰ ਮਨ ਚੰਚਲੇ ਵੀ ਛਾਲਾ ਮਾਰੇਗਾ। ਪਰ ਅਸੀਂ ਕਿੱਥੇ ਖਲੋਤੇ ਹਾਂ? ਸੱਚੀ ਗੱਲ, ਸਾਡੀ ਵਿਦਵਤਾ ਨੇ, ਸਾਡੀ ਖੋਪੜੀ ਦੀ ਮੈਲ ਨੇ
ਗੁਰੂ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ। ਅਸੀਂ ਆਪਣੇ ਆਪ ਨੂੰ ਬਹੁਤ ਸੁਪਰੀਮ ਮੰਨੀ ਬੈਠੇ। ਭੈ ਕੀ ਹੈ? ਜੇ ਗੁਰੂ ਹਰ ਰਾਏ ਸਾਹਿਬ ਚੋਟ ਵੱਜਦੀ ਸ਼ਬਦ ਸੁਣ ਕੇ, ਤੇ ਇੱਕ ਸ਼ਬਦ ਕਹਿੰਦੇ ਨੇ, ਸਿੱਖੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭੈ ਕਰੇਗਾ, ਮੈਂ ਲਿਖ ਕੇ ਦੇ ਦੇਣਾ, ਬਸ ਭੈ ਹੀ ਸ਼ੁਰੂ ਕਰਦਾ, ਉਹ ਬੰਦਾ ਭਵ ਸਾਗਰ ਤੋਂ ਤਰੇਗਾ। ਜੇ ਸਿੱਖ 'ਚ ਗੁਰੂ ਲਈ ਭੈ ਨਹੀਂ, ਕਹਿੰਦੇ ਨੇ ਉਹਦਾ ਤੇ ਮੇਰਾ ਕੋਈ ਰਿਸ਼ਤਾ ਨਹੀਂ। ਮਹਾਰਾਜ ਜੀ ਦੇ ਬਚਨ ਨੇ ਕਿ ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਇਹ ਭੈ ਦੇ ਸਾਰੇ ਲੱਛਣ ਨੇ। ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਜਿਨ ਪੈ ਅਦਬ ਨਾ ਬਾਣੀ ਧਾਰਾ, ਜਿਸ ਦੇ ਅੰਦਰ ਗੁਰਬਾਣੀ ਦਾ ਅਦਬ ਨਹੀਂ, ਜਾਨੋ ਸੋ ਸਿੱਖ ਨਹਿ ਹਮਾਰਾ। ਮੇਰਾ ਤੇ ਉਹਦਾ ਰਿਸ਼ਤਾ ਹੀ ਕੋਈ ਨਹੀਂ ਜਿਹੜਾ ਗੁਰੂ ਤੋਂ ਭੈ ਨਹੀਂ ਖਾਂਦਾ। ਇਹਨੂੰ ਨਿਰਮਲ ਭਉ ਕਹਾਂਗੇ। ਥੋੜਾ ਜਿਹਾ ਆਓ, ਜਿਉਂ ਜਿਉਂ ਭੈ ਕਰਾਂਗੇ ਨਾ ਗੁਰੂ ਜੀ ਦਾ, ਪਰ ਇਸ ਭੈ ਨੂੰ ਨਫ਼ਰਤ ਨਾਲ ਨਾ ਲਿਆ ਜੇ, ਨਹੀਂ, ਇਸ ਭੈ ਨੂੰ ਪ੍ਰੇਮ ਨਾਲ ਦੇਖੀਏ ਕਿ ਜੇ ਗੁਰੂ ਝਿੜਕੈ ਤਾਂ ਮਿੱਠਾ ਲੱਗੇ, ਉਹ ਭੈ ਨਹੀਂ, ਉਹ ਕੰਬਾਣ ਵਾਲਾ ਡਰਾਵਾ ਨਹੀਂ। ਫਿਰ ਬੇਨਤੀ ਕਰਾਂ, ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਇਹ ਅੰਦਰ ਦੀ ਮੈਲ ਕਿਵੇਂ ਸੜੇਗੀ? ਕਹਿੰਦੇ ਨੇ ਭੈ ਨਾਲ। ਭੈ ਤੋਂ ਬਿਨਾਂ ਨਹੀਂ ਸੜਨੀ। ਸੱਚੀ ਗੱਲ, ਜੇ ਜਿੱਦਣ ਸਿੱਖ ਭੈ ਕਰ ਲੱਗ ਪਏ ਨਾ, ਉਦਣ ਚੋਰੀ ਮੁੱਕ ਜਾਏਗੀ। ਪ੍ਰਬੰਧਕਾਂ ਵਿਚਾਰੇ ਨੂੰ ਕੈਮਰਾ ਤਾਂ ਲਾਉਣਾ ਪੈਂਦਾ ਕਿਉਂਕਿ ਗੁਰੂ ਦਾ ਭੈ ਨਹੀਂ ਲੋਕੀ ਕਰਦੇ, ਗੋਲਕ ਨਾ ਚੁੱਕ ਲੈ ਜਾਣ। ਭੈ ਨਹੀਂ ਨਾ। ਦਰਬਾਰ ਸਾਹਿਬ ਦੇ ਕੋਨੇ ਕੋਨੇ 'ਚ ਕੈਮਰੇ ਲੱਗੇ ਨੇ। ਮੈਂ ਸ਼ਾਇਦ ਇੱਥੇ ਇੱਕ ਵਾਰੀ ਅਰਜ਼ ਕਰਕੇ ਗਿਆ ਸਾਂ। ਉਹ ਕਿਉਂਕਿ ਉਹ ਪਤਾ ਇੱਥੇ ਉਹ ਲੋਕ ਆ ਰਹੇ ਨੇ ਜਿਹੜੇ ਰੱਬ ਤੋਂ ਭੈ ਨਹੀਂ ਖਾਂਦੇ, ਕੈਮਰੇ ਤੋਂ ਡਰਦੇ ਨੇ। ਪਿਆਰਿਓ, ਜੇ ਬੰਦੇ ਦਾ ਬਣਿਆ ਹੋਇਆ ਕੈਮਰਾ, ਉਹਨੂੰ ਦੇਖ ਕੇ ਕਹਿੰਦੇ ਦੇਖਿਓ ਓਏ ਸੀਸੀ ਕੈਮਰਾ ਲੱਗਾ, ਜੇ ਟੀਵੀ ਕੈਮਰਾ ਲੱਗਾ ਹੈ, ਤੇ ਜੇ ਅੰਦਰ ਵਾਲੇ ਕੈਮਰੇ ਨੂੰ ਚੇਤੇ ਕਰੇ ਗੁਰੂ ਦਾ ਕੈਮਰਾ ਮੈਨੂੰ ਵੇਖਦਾ ਪਿਆ, ਆਪਣੇ ਆਪ ਹੀ ਸਭ ਕੁਝ ਖਤਮ ਹੋ ਜਾਏ। ਭੈ ਤਾਂ ਇੱਕ ਕੈਮਰਾ ਹੈ। ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੈ ਜੀ, ਰੱਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ। ਮੈਂ ਇਹਦੇ ਅਰਥ ਨਹੀਂ ਕਰਨੇ, ਸਿਰਫ ਮੈਂ ਉਹਦੇ ਚੋਂ ਬੇਨਤੀ ਕਰਨੀ ਹੈ ਕਿ ਭੈ ਜਿਹੜਾ ਅੰਦਰ ਦੀ ਮੈਲ ਸਾੜਦਾ। ਰੱਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਓ ਤਿਤ ਤਨ ਰਤ ਨਾ ਹੋਏ। ਜਿਹੜੇ ਰੱਬ 'ਚ ਰੱਤੇ ਨੇ ਉਹਨਾਂ ਅੰਦਰ ਖੂਨ ਨੇ, ਪਰ ਅੱਗੇ ਗੁਰੂ ਅਮਰਦਾਸ ਮਿਹਰ ਕਰਦੇ ਨੇ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸ਼ੈ ਰੱਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਮਹਾਰਾਜ ਇਹ ਲੋਭ ਰਤ, ਅਗਲੀ ਤੁਕ ਧਿਆਨ ਨਾਲ ਸੁਣੋ। ਭੈ ਪੈ ਤਨ ਖੀਣ ਹੋਏ। ਭੈ ਪਿਆ ਜਿਹਦੇ ਅੰਦਰ ਵਾਹਿਗੁਰੂ ਜੀ ਦਾ ਭੈ ਆ ਜਾਏ। ਭੈ ਪਿਆ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ। ਜਿਵੇਂ ਮੰਨ ਲਓ ਅਸੀਂ ਮੈਲੇ ਸੋਨੇ ਨੂੰ ਕੁਠਾਲੀ 'ਚ ਰੱਖਿਆ, ਥੱਲੇ ਅੱਗ ਬਾਲ ਦਿੱਤੀ, ਹੁਣ ਉਹ ਜਿਉਂ ਜਿਉਂ ਅੱਗ ਬਲਦੀ ਪਿਆਰਿਓ, ਤਿਉਂ ਤਿਉਂ ਸੱਚੀ ਗੱਲ ਏ ਉਸ ਸੋਨੇ ਦੀ ਮੈਲ ਸੜੀ ਜਾਂਦੀ ਏ। ਮਹਾਰਾਜ ਕਹਿੰਦੇ ਨੇ ਜਿਵੇਂ ਅੱਗ ਦੀਆਂ ਲਪਟਾਂ ਕੁਠਾਲੀ 'ਚ ਪਏ ਹੋਏ ਸੋਨੇ ਦੀਆਂ ਮੈਲ ਸਾੜਦੀਆਂ ਨੇ, ਜਿੰਨਾ ਬੰਦਾ ਰੱਬ ਦੇ ਭੈ 'ਚ ਰਹਿੰਦਾ ਓਨੀ ਉਹਦੇ ਅੰਦਰ ਦੀ ਮੈਲ ਸੜੀ ਜਾਂਦੀ ਹੈ। ਇਹਦਾ ਪਾਠ ਕਦੀ ਪੌਣ ਨਹੀਂ ਕਰਨਾ, ਤੇ ਇਹਦੇ ਨਾਲ ਸ਼ਬਦੇ ਵਹੇ ਨਹੀਂ ਵਹਿ, ਹਾਹੇ ਤੇ ਦੁਲਾਮਾ ਨੇ। ਭੈ ਵਿੱਚ ਪਵਨ ਵਹਿ ਸਦਵਾਓ, ਸਦਵਾਓ ਪਾਠ ਇਕੱਠਾ ਹੈ। ਇਹ ਜਿਹੜੀ ਪਵਨ ਚੱਲਦੀ ਪਈ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਦਵਾਓ ਦਾ ਅਰਥ ਕਰਾਂਗੇ ਸਦ ਏਵ, ਸਦਾ ਏਵ, ਸਦਾ ਹੀ, ਸਦੀਵ ਲਈ। ਹੁਣ ਬਾਹਰ ਭਾਵੇਂ ਪੱਤਾ ਨਾ ਹਿੱਲੇ, ਪਰ ਪੌਣ ਤਾਂ ਫਿਰ ਵੀ ਚੱਲਦੀ ਪਈ। ਪੌਣ ਤੋਂ ਬਿਨਾਂ ਕੀ ਆਪਾਂ ਸਵਾਲ ਲੈ ਸਕਾਂਗੇ ਸਵਾਸ? ਸਤਿਗੁਰੂ ਕਹਿੰਦੇ ਨੇ ਜਿਹੜੀ ਪਵਨ ਸਦਾ ਚੱਲਦੀ ਪਈ, ਇਹ ਪਵਨ ਵਾਹਿਗੁਰੂ ਜੀ ਦੇ ਭੈ ਦੇ ਵਿੱਚ ਚੱਲਦੀ ਪਈ, ਆਪਣੀ ਮਰਜ਼ੀ ਨਾਲ ਨਹੀਂ ਚੱਲ ਸਕਦੀ। ਭੈ ਵਿੱਚ ਪਵਨ ਵਹਿ ਸਦ ਵਾਹੋ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਭੈ ਵਿੱਚ ਚੱਲਹਿ, ਚੱਲੇ ਨਹੀਂ। ਇਹ ਨਹੀਂ ਕਿ ਮੈਂ ਕੋਈ ਸੰਥਿਆ ਕਰਾਉਣਾ ਹੈ, ਕਿਉਂਕਿ ਮੇਰੀ ਇੱਛਾ ਸੀ ਮੈਂ ਆਪਣੇ ਮਨ ਨੂੰ ਸਮਝਾ ਲਾਂ, ਮੈਂ ਵੀ ਇਸ ਤਰੀ ਪੜ੍ਹਦਾ ਰਿਹਾ। ਭੈ ਵਿੱਚ ਚੱਲਹਿ, ਹਾਹੇ ਨੂੰ ਸਿਹਾਰੀ ਲੱਗੀ, ਚੱਚਾ ਲੱਲਾ ਹੈ ਨੂੰ ਸਿਹਾਰੀ, ਚੱਲਹਿ ਲੱਖ ਦਰਿਆਓ, ਦਰਿਆਓ ਨਹੀਂ, ਰਾਰੇ ਨੂੰ ਬਿਹਾਰੀ ਲਾਈ ਹੈ ਮਹਾਰਾਜ ਜੀ ਨੇ। ਭੈ ਵਿੱਚ ਪਵਨ ਵਹਿ ਸਦਵਾਓ, ਪਰਿਪੂਰਨ ਪਰਮਾਤਮਾ ਦੇ ਅਦ੍ਰਿਸ਼ਟ ਭੈ ਦੇ ਵਿੱਚ ਨਿਰੰਤਰ ਹਵਾ ਪਈ ਚੱਲਦੀ, ਪਵਨ ਚੱਲਦੀ। ਭੈ ਵਿੱਚ ਚੱਲਹਿ ਲੱਖ ਦਰਿਆਓ, ਲੱਖਾਂ ਦਰਿਆ ਜਿਹੜੇ ਨੇ ਉਹ ਪਰਮਾਤਮਾ ਦੇ ਭੈ ਵੀ ਚੱਲਦੇ ਪਏ ਨੇ। ਫਿਰ ਇਹਨੂੰ ਬੇਨਤੀ ਨੂੰ ਕਿ ਲੱਖਾਂ ਦਰਿਆ ਉਹਦੇ ਭੈ 'ਚ ਕਿਵੇਂ? ਇਸ ਸੰਬੰਧੀ ਗੁਰੂ ਗ੍ਰੰਥ ਸਾਹਿਬ 'ਚ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੈ ਜੀ,
ਦਰਿਆ ਬੜਾ ਚੜ ਕੇ ਆਇਆ, ਮੀਂਹ ਬਹੁਤ ਪਿਆ ਤੇ ਕਿਨਾਰਿਆਂ ਨੂੰ ਦਰਿਆ ਤੋੜੇ। ਸਮਝਣ ਲਈ ਕਿਸੇ ਕਿਹਾ, ਦਰਵੇਸ਼ ਬਾਬਾ ਤੇਰੀ ਤਾਂ ਪਰਮਾਤਮਾ ਦੇ ਖੁਦਾ ਦੇ ਘਰ 'ਚ, ਅੱਲਾ ਦੇ ਘਰ 'ਚ ਰਿਸਾਈ ਇਹ ਚੱਲਦੀ ਹੈ, ਇਹ ਦਰਿਆ ਕਿਨਾਰਿਆਂ ਨੂੰ ਤੋੜ ਕੇ ਪਿੰਡ ਨੂੰ ਰੋੜ ਕੇ ਲੈ ਜਾਏਗਾ। ਤੂੰ ਇੱਕ ਕਿਰਪਾ ਕਰ, ਅੱਲਾ ਦੇ ਸਾਹਮਣੇ ਅਰਦਾਸ ਕਰ, ਤੇਰਾ ਹੁਕਮ ਚੱਲਦਾ ਇਸ ਦਰਿਆ ਦਾ ਮੂੰਹ ਮੁੜ ਜਾਏ। ਬਾਬਾ ਫਰੀਦ ਸਾਹਿਬ ਗਏ, ਉਹਨਾਂ ਨੇ ਸਲੋਕ ਕਿਹਾ, ਕਹਿਣ ਲੱਗੇ, ਕੰਦੀ ਵਹਿਣ ਨਾ ਢਾਏ ਤਉ ਪੀ ਲੇਖਾ ਦੇਵਣਾ, ਭੈ ਵੀ ਚੱਲੈ ਲੱਖ ਦਰਿਆਓ। ਕੰਦੀ ਵਹਿਣ ਨਾ ਢਾਏ, ਉਹ ਦਰਿਆ ਦੇ ਵਹਿਣ ਨਾ ਕਿਨਾਰਿਆਂ ਨੂੰ ਢਾ, ਕਿਉਂਕਿ ਤਉ ਪੀ ਲੇਖਾ ਦੇਵਣਾ, ਕਿਨਾਰਿਆਂ ਨੂੰ ਢਾਣ ਵਾਲਿਆ ਇੱਕ ਦਿਨ ਤੈਨੂੰ ਵੀ ਲੇਖਾ ਦੇਣਾ ਪੈਣਾ। ਇੱਕੋ ਦਮ ਪਾਣੀ ਦੀ ਛਲ ਵੱਜੀ, ਉਹਨੇ ਕਿਨਾਰੇ ਨੂੰ ਫਿਰ ਧੜਮ ਕਰਕੇ ਜਦੋਂ ਸੱਟਿਆ ਤੇ ਉਹੀ ਮਹਾਂਪੁਰਖ ਰਜਾ ਵੀ ਚੱਲਣ ਵਾਲਾ ਕਹਿਣ ਲੱਗਾ, ਲੋਗੋ ਇਸ ਦਰਿਆ ਨੇ ਨਹੀਂ ਮੁੜਨਾ, ਕਿਉਂਕਿ ਦਰਿਆ ਦੀਆਂ ਛੱਲਾਂ ਵੀ ਕਹਿੰਦੀਆਂ ਨੇ, ਉਹ ਦਰਵੇਸ਼ ਆਪਣੀ ਮਰਜ਼ੀ ਨਹੀਂ, ਜਿੱਧਰ ਰੱਬ ਲੈ ਕੇ ਜਾਂਦਾ ਮੈਂ ਤਾਂ ਉਧਰ ਹੀ ਜਾਣਾ ਹੈ, ਉਲਾਮਾ ਨਹੀਂ ਦੇਗਾ। ਕੰਦੀ ਵਹਿਣ ਨਾ ਢਾਏ ਤਉ ਪੀ ਲੇਖਾ ਦੇਵਣਾ, ਜਿੱਧਰ ਰੱਬ ਰਜ਼ਾਏ ਵਹਿਣ ਤੰਦਾਊ ਗੌਂ ਕਰੇ। ਕਹਿੰਦਾ ਮੈਂ ਤਾਂ ਉਧਰ ਜਾਵਾਂਗਾ ਜਿੱਥੇ ਲਿਜਾ ਰਿਹਾ। ਜਿੰਨੀ ਪਵਨ ਚੱਲਦੀ ਪਈ ਉਹਦੇ ਭੈ ਦੇ ਵਿੱਚ ਚੱਲਦੀ ਪਈ ਹੈ। ਪਰ ਗੱਲ ਇਹ ਜੇ, ਜਿਹੜੀਆਂ ਅਣਮੰਗੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਉਹਦੀ ਕਦਰ ਕੋਈ ਨਹੀਂ ਹੁੰਦੀ। ਸੱਚੀ ਹੈ ਨਾ ਜੀ। ਸਵਾਸ ਮਿਲ ਗਿਆ ਅਣਮੰਗੇ, ਕਦੀ ਕਿਸੇ ਨੇ ਕਿਹਾ ਮਹਾਰਾਜ ਚੱਲੇ ਅਗਲੇ ਘੰਟੇ 24 ਘੰਟੇ ਸਾਹ ਦੀ, ਉਹਨਾਂ ਨੂੰ ਪਤਾ ਅਣਮੰਗੇ ਦੇਣੀ ਦੇਣੇ। ਸੂਰਜ ਦੀਆਂ ਕਿਰਨਾਂ ਲਈ ਕਿਸੇ ਅਰਦਾਸ ਕੀਤੀ ਹੈ ਕਿ ਮਾਲਕਾ ਸਵੇਰੇ ਧੁੱਪ ਦਈ, ਸੂਰਜ ਦੀ ਕਿਰਨ ਦਈ? ਨਹੀਂ, ਮਾਪੇ ਅਣਮੰਗੇ ਮਿਲ ਗਏ ਨੇ, ਸਰੀਰ ਅਣਮੰਗਿਆ ਮਿਲ ਗਿਆ, ਸਵਾਸ ਅਣਮੰਗੇ ਮਿਲ ਗਏ ਨੇ, ਪਾਣੀ ਅਣਮੰਗਿਆ ਮਿਲ ਗਿਆ। ਪਰ ਜਿਹੜੀ ਮੰਗਣੀ ਪੈ ਜਾਏ ਚੀਜ਼, ਬੰਦਾ ਉਹਦੇ ਬਾਰੇ ਲਿੜਕਲੀਆਂ ਲੈਂਦਾ। ਉਹਦੇ ਭੈ 'ਚ ਪਵਨ ਚੱਲਦੀ ਪਈ ਹੈ, ਉਹਦੇ ਭੈ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭੈ ਵਿੱਚ ਚੱਲੈ ਲੱਖ ਦਰਿਆਓ। ਲੱਖਾਂ ਦਰਿਆ ਜਿਹੜੇ ਨੇ ਪਰਮਾਤਮਾ ਦੇ ਭੈ ਵਿੱਚ ਨੇ। ਭੈ ਵਿੱਚ ਅਗਨ ਕੱਢੈ ਵਿਗਾਰ। ਅਗਨ ਦਾ ਅਰਥ ਆਪਾਂ ਸਮਝਨੇ ਅੱਗ, ਫਾਰਸੀ ਦਾ ਸ਼ਬਦ ਹੈ ਜੀ ਵਿਗਾਰ। ਇੱਥੇ ਹਜ਼ੂਰ ਨੇ ਸ਼ਬਦ ਵਰਤਿਆ ਵਿਗਾਰ, ਵੇਗਾਰ ਨਹੀਂ ਪਾਠ ਕਰਨਾ। ਮਹਾਰਾਜ ਕਹਿੰਦੇ ਨੇ ਭੈ ਵਿੱਚ ਅਗਨ ਕੱਢੈ ਵਿਗਾਰ। ਵਿਗਾਰ ਕਿਵੇਂ? ਵਿਗਾਰੀ ਉਹਨੂੰ ਕਹਿੰਦੇ ਨੇ ਜਿਹੜਾ ਬਿਨਾਂ ਪੈਸਿਆਂ ਤੋਂ ਜਿਹਦੇ ਤੋਂ ਕੰਮ ਲਿਆ ਜਾਏ। ਮੰਨ ਲਓ ਮਜ਼ਦੂਰੀ ਕਰਾਣੀ ਪਰ ਮਜ਼ਦੂਰੀ ਨਹੀਂ ਦੇਣੀ। ਪੁਰਾਣੇ ਸਮੇਂ ਕੀ ਕਰਦੇ ਸਨ, ਵਿਗਾਰੀ ਬਣਦੇ ਹੁੰਦੇ ਸਨ ਜੀ। ਜ਼ੋਰ ਵਾਲੇ ਮੁੰਡਿਆਂ ਨੂੰ ਲੈ ਜਾਂਦੇ ਸਨ ਧੱਕੇ ਨਾਲ, ਉਹਨਾਂ ਦੇ ਸਿਰ ਤੇ ਪੰਡਾਂ ਰਖਾਣੀਆਂ, ਕੋਈ ਪੈਸਾ ਨਾ ਦੇਣਾ ਤੇ ਇਹ ਕਹਿਣਾ ਇਹ ਵਿਗਾਰੀ ਹੈ, ਇਹਦੇ ਤੋਂ ਵਿਗਾਰ ਕਰਾਈ ਗਈ। ਬਿਨਾਂ ਮਜ਼ਦੂਰੀ ਤੋਂ ਕਰਾਏ ਕੋਈ ਕੰਮ ਨੂੰ ਕਿਹਾ ਜਾਂਦਾ ਵਿਗਾਰ। ਮਹਾਰਾਜ ਕਹਿੰਦੇ ਨੇ ਭੈ ਵਿੱਚ ਅਗਨ ਕੱਢੈ ਵਿਗਾਰ। ਆ ਤੇਰੀ ਰੋਜ਼ ਰੋਟੀ ਪਚਦੀ ਪਈ ਹੈ, ਕਦੀ ਤੂੰ ਗੋਲੀ ਖਾਧੀ ਮੈਨੂੰ ਰੋਟੀ ਪਚ ਜਾਏ। ਰੱਬ ਨੇ ਬਣਾਈ ਤੇਰੇ ਅੰਦਰ ਅੱਗ, ਉਹ ਬਿਨਾਂ ਪੈਸਿਆਂ ਤੋਂ ਤੈਨੂੰ ਰੋਟੀ ਬਚਾਈ ਜਾਂਦੀ। ਪੈਸੇ ਤੇ ਨਹੀਂ ਲੱਗਦੇ ਨਾ ਰੋਜ਼ ਰੋਟੀ ਪਕਾਉਣ ਦੇ, ਤਾਂ ਪੈਸੇ ਗੈਸ ਦੇ ਲੱਗ ਜਾਣਗੇ। ਜਿਹੜੀ ਅੰਦਰ ਅੱਗ ਬਣਾਈ ਬਿਨਾਂ ਕਿਸੇ ਪੈਸਿਆਂ ਤੋਂ ਸਾਡੇ ਸਰੀਰ ਦਾ ਸਿਸਟਮ ਚਲਾਉਂਦੀ ਪਈ। ਇਹ ਜਿਹੜੀ ਅੱਗ ਪਰਮਾਤਮਾ ਦੀ ਹੈ, ਇਹ ਸੇਕ ਜਿਹਨੂੰ ਆਪਾਂ ਕਹਿੰਦੇ ਆ, ਇਹ ਬਿਨਾਂ ਪੈਸਿਆਂ ਤੋਂ ਉਹਦੇ ਭੈ ਵੀ ਚੱਲਦਾ ਪਿਆ। ਭੈ ਵਿੱਚ ਅਗਨ ਕੱਢੈ ਵਿਗਾਰ। ਹਜ਼ੂਰ ਕਹਿੰਦੇ ਨੇ ਭੈ ਵਿੱਚ ਧਰਤੀ ਦੱਬੀ ਭਾਰ। ਉਸ ਪਰਮਾਤਮਾ ਦੇ ਨੇਮ ਵਿੱਚ, ਉਹਦੇ ਭੈ ਵਿੱਚ ਆ ਧਰਤੀ ਜਿਹੜੀ ਵਿਚਾਰੀ ਦੱਬੀ ਪਈ। ਆਦਮੀ ਇਹਦੇ ਤੇ, ਪਹਾੜ ਇਹਦੇ ਤੇ, ਬ੍ਰਿਕਸ਼ ਇਹਦੇ ਤੇ, ਪਸ਼ੂ ਇਹਦੇ ਤੇ, ਪੰਛੀ ਇਹਦੇ ਤੇ। ਕਹਿਣ ਲੱਗੇ ਇਹ ਵੀ ਤੇਰੇ ਭੈ ਦੇ ਵਿੱਚ ਦੱਬੀ ਹੋਈ ਹੈ। ਭੈ ਵਿੱਚ ਧਰਤੀ ਦੱਬੀ ਪਹਾੜ। ਅੱਗੇ ਸਾਹਿਬ ਜੀ ਕਹਿੰਦੇ ਨੇ ਭੈ ਵਿੱਚ ਇੰਦ ਫਿਰੈ ਸਿਰ ਪਹਾੜ। ਇੱਥੇ ਇੰਦ ਦਾ ਭਾਵ ਲੈਣਾ ਬੱਦਲ। ਆਮ ਤੌਰ ਤੇ ਕਹਿੰਦੇ ਬੱਦਲ ਆ ਜਾਏ, ਇੰਦਰ ਦੇਵਤਾ ਆ ਗਿਆ। ਭੈ ਵਿੱਚ ਇੰਦ ਫਿਰੈ ਸਿਰ ਭਾਰ। ਸਿਰ ਪਰਨੇ ਹੋ ਕੇ ਆ ਬੱਦਲ ਤੁਰਿਆ ਫਿਰਦਾ। ਕਿਹਦੇ ਭੈ 'ਚ ਜੀ? ਵਾਹਿਗੁਰੂ ਦੇ ਭੈ 'ਚ। ਇਸੇ ਕਰਕੇ ਕੁਝ ਧਰਮਾਂ 'ਚ ਨਾ ਤੱਤਾਂ ਦੀ ਪੂਜਾ ਕੀਤੀ ਗਈ। ਜਿਵੇਂ ਇਸਲਾਮ ਵਿੱਚ ਖਵਾਜਾ ਖਿਜ਼ਰ, ਇਹ ਮੀਂਹ ਪਵਾਉਣ ਵਾਲਾ ਹੈ। ਹਿੰਦੂਇਜ਼ਮ 'ਚ ਅਸੀਂ ਕਹਿੰਦੇ ਇੰਦਰ ਦੇਵਤਾ ਮੀਂਹ ਪਵਾਏਗਾ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਗੁਰੂ ਨੇ ਤੱਤਾਂ ਦੀ ਪੂਜਾ ਤੋਂ ਮੁਕਤ ਕੀਤਾ, ਤੱਤਾਂ ਨੂੰ ਪੈਦਾ ਕਰਨ ਵਾਲੇ ਦੀ ਪੂਜਾ ਲਿਖਿਆ। ਹੁਣ ਇਹ ਕਿਹਾ ਜੀ ਪਰਮਾਤਮਾ ਦੇ ਭੈ 'ਚ ਬੱਦਲ ਸਿਰ ਪਰਨੇ ਚੱਲਦਾ ਪਿਆ। ਹੁਣ ਇੱਥੇ ਵੀ ਦੇਖਿਓ ਕਿਹੜੀ ਖੇਡ ਹੈ ਜੀ। ਚਲੋ ਸਾਇੰਸ ਆਪਣੇ ਤਰੀਕੇ ਨਾਲ ਵਿਆਖਿਆ ਕਰੇਗੀ। ਸੂਰਜ ਦੀਆਂ ਕਿਰਨਾਂ ਸਮੁੰਦਰ ਤੇ ਪਈਆਂ,
ਸਮੁੰਦਰ ਦਾ ਪਾਣੀ ਬਿਲਕੁਲ ਖਾਰਾ, ਪੀਆਂਗੇ ਤੇ ਪੱਲੇ ਸਰੀਰ ਦੇ ਕੁਝ ਰਹਿਣਾ? ਨਹਾਉਣ ਤੋਂ ਬਾਅਦ ਵੀ ਬੰਦਾ ਕਹਿੰਦਾ ਦੂਜੇ ਪਾਣੀ ਨਾਲ ਨਹਾਓ। ਫਸਲ ਨੂੰ ਪਾਣੀ ਨਹੀਂ ਲੱਗ ਸਕਦਾ। ਉਹਨੇ ਆਪਣੇ ਭੈ ਦੇ ਵਿੱਚ ਕੀ ਕੀਤਾ? ਸੂਰਜ ਦੀਆਂ ਕਿਰਨਾਂ ਸਮੁੰਦਰ ਤੇ ਸੱਟੀਆਂ ਤੇ ਸੂਰਜ ਦੀਆਂ ਕਿਰਨਾਂ ਨੇ ਪਾਣੀ ਨੂੰ ਭਾਪ ਬਣਾ ਕੇ ਉਡਾ ਦਿੱਤਾ, ਅਸਮਾਨ 'ਚ ਗਿਆ ਜੀ। ਵਾਟਰ ਟਰੀਟਮੈਂਟ ਕੋਈ ਨਹੀਂ ਉੱਤੇ। ਜੇ ਮੰਨ ਲਓ ਸਮੁੰਦਰ ਦਾ ਪਾਣੀ ਮਿੱਠਾ ਕਰਨਾ ਪੈ ਜਾਏ, ਕਿੰਨਾ ਖਰਚਾ ਆ ਜੂ ਇੱਕ ਮੁਲਕ ਦਾ। ਗੁਰੂ ਸਾਹਿਬ ਕਹਿੰਦੇ ਬੰਦਿਆਂ ਤੂੰ ਸਮਝ ਉਹਦੀ ਖੇਡ ਨੂੰ। ਉਹ ਸਮੁੰਦਰ ਦਾ ਪਾਣੀ ਕਿਰਨਾਂ ਨੇ ਉਠਾਇਆ, ਕੋਈ ਵਾਟਰ ਟਰੀਟਮੈਂਟ ਨਹੀਂ। ਸਮੁੰਦਰ ਪੰਜਾਬ 'ਚ ਵੇਖ ਲਓ ਕਿੰਨੀ ਦੂਰ ਸਮੁੰਦਰ, ਕਿਤੇ ਕਲਕੱਤੇ ਵੱਲ, ਬੰਗਾਲ ਵੱਲ, ਬੰਬੇ ਵੱਲ। ਤੇ ਜਦੋਂ ਸਾਉਣ ਦਾ ਮਹੀਨਾ ਆਇਆ ਤੇ ਵਰਸਣ ਉੱਥੇ ਲੱਗ ਪਿਆ। ਕਹਿਣ ਲੱਗੇ ਕਿਹਦੇ ਭੈ 'ਚ ਗਏ ਜਿਹਨੇ ਖਾਰੇ ਪਾਣੀ ਨੂੰ ਮਿੱਠਾ ਪਾਣੀ ਬਣਾ ਕੇ ਤੇਰੇ ਘਰ ਨੂੰ ਸ਼ਰਸਾਰ ਕਰ ਦਿੱਤਾ। ਉਹਦੇ ਭੈ 'ਚ ਗਏ। ਫਿਰ ਅਗਲੀ ਗੱਲ ਉਹ ਸਾਡੇ ਪਿੰਡਾਂ 'ਚ ਵੀ ਸੀ ਜੀ। ਪਹਿਲਾਂ ਕਹਿਣਾ ਮੀਂਹ ਨਹੀਂ ਪੈਂਦਾ, ਚੌਲਾਂ ਦੀ ਦੇਗ ਦਿਓ। ਚੇਤੇ ਰੱਖਿਓ, ਉਹ ਵੀ ਜੁੜੀ ਸੀ ਇੱਕ ਦੇ ਪੂਜਾ ਨਾਲ ਹੀ। ਚੌਲਾਂ ਦੀ ਦੇਗ ਦਿਓ, ਜਾਂ ਬੁੱਢੇ ਉੱਤੇ ਪਾਣੀ ਪਾਓ ਮੀਂਹ ਪੈ ਜਾਏਗਾ। ਪਤਾ ਨਹੀਂ ਸਾਡੇ ਇਲਾਕੇ 'ਚ ਸਾਡੇ ਸੀ ਜੀ। ਉਹ ਲੰਘਦੇ ਬੁੱਢਿਆਂ ਦੇ ਕੁੜੀਆਂ ਨੇ ਪਾਣੀ ਪਾ ਦੇਣਾ। ਪਰ ਗੁਰੂ ਸਾਹਿਬ ਕਹਿੰਦੇ ਬੱਦਲ ਆਇਆ, ਲੋਕ ਪੂਜਣ ਲੱਗ ਪਏ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਜਦੋਂ ਬੱਦਲ ਵਰਸੇ ਇੱਕੋ ਦਮ ਉਹਦੀ ਪੂਜਾ ਜੁੜ ਜੀ, ਜਿਨਨੇ ਬੱਦਲ ਨੂੰ ਤੇਰੇ ਵਰਸਣ ਵਾਸਤੇ ਪੈਦਾ ਕੀਤਾ। ਇਹ ਗੁਰੂ ਗ੍ਰੰਥ ਸਾਹਿਬ 'ਚ ਇੱਕ ਤੋਕੇ ਜੀ, ਕਿਆ ਉੱਠ ਉੱਠ ਦੇਖਾਂ ਬੱਪੜੇ ਬੱਪੜੇ, ਉੱਥੇ ਲਾਂ ਨੂੰ ਬਿੰਦੀ ਲੱਗੀ। ਕਿਆ ਉੱਠ ਉੱਠ ਦੇਖਾਂ ਬੱਪੜੇ, ਇਸ ਮੇਘੈ ਕਹਿਤ ਕਿਛ ਨਾਹੇ, ਜਿਨੇ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ, ਜਿਨੇ ਭੇਜਿਆ ਹੈ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਜਿਹੜਾ ਦੇਵ ਬੱਦਲ ਹੈ ਸਿਰ ਪਰਨੇ ਹੋ ਕੇ ਚੱਲ ਰਿਹਾ, ਇਹ ਵੀ ਪਰਮਾਤਮਾ ਦੇ ਭੈ ਵਿੱਚ ਚੱਲ ਰਿਹਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਦੇ ਨੇ, ਭੈ ਵਿੱਚ ਰਾਜਾ ਧਰਮ ਦੁਆਰ। ਧਰਮ ਦੁਆਰ ਇਹਦੇ ਅਰਥ ਥੋੜਾ ਜਿਹਾ, ਰਾਜਾ ਤਾਂ ਸਮਝ ਪੈ ਗਿਆ ਨਹੀਂ, ਧਰਮ ਰਾਜਾ। ਦੁਆਰ ਦਾ ਅਰਥ ਹੈ ਜਿਹਦੇ ਦਰ ਤੇ ਕਹਿ ਲਈਏ। ਕਹਿੰਦੇ ਨੇ ਉਹ ਧਰਮ ਰਾਜਾ ਜਿਹਦੇ ਦਰ ਤੇ ਲੋਕਾਂ ਦੇ ਜੋਖੇ ਲੇਖੇ ਜੋਖੇ ਹੁੰਦੇ ਨੇ, ਜਿਹਦੇ ਦਰ ਤੇ ਲੋਕਾਂ ਦੇ ਕਰਮਾਂ ਦੀ ਪਹਿਚਾਣ ਹੁੰਦੀ, ਜਿਹਦੇ ਦਰ ਦੇ ਉੱਤੇ ਚੰਗੇ ਤੇ ਮੰਦੇ ਟਣਕਾਏ ਜਾਂਦੇ ਨੇ। ਕਹਿੰਦੇ ਸਿੱਖਾਂ ਤੂੰ ਡਰੀ ਕੋਈ ਨਾ ਧਰਮ ਰਾਜ ਤੋਂ, ਤੂੰ ਉਸ ਅਕਾਲ ਦੀ ਪੂਜਾ ਕਰੀ ਜਿਹਦੇ ਭੈ ਵਿੱਚ ਧਰਮ ਰਾਜਾ ਵੀ ਉਹਦੇ ਬੂਹੇ ਅੱਗੇ ਖਲੋਤਾ ਹੋਇਆ ਹੈ। ਮੈਨੂੰ ਦੱਸੋ ਏਦੂ ਵੱਡੀ ਕੋਈ ਚੀਜ਼ ਪਤਾ ਨਹੀਂ। ਸਿੱਖ ਕਿਉਂ ਮੰਗਤਿਆ ਤੂੰ ਮੰਗਦਾ ਫਿਰਦਾ ਜਿਹਦਾ ਸੰਬੰਧ ਹੀ ਦਾਤੇ ਨਾਲ ਸੀ। ਇਹ ਠਾਕੁਰ ਨੂੰ ਛੱਡ ਕੇ ਚਪੜਾਸੀ ਦੇ ਪਿੱਛੇ ਤੁਰਿਆ ਫਿਰਦਾ। ਮੈਂ ਬੇਨਤੀ ਕਰਾਂ ਇੱਕ ਵੱਡੇ ਬੰਦੇ ਨਾਲ ਸੰਪਰਕ ਹੋ ਜਾਏ ਨਾ ਬੰਦੇ ਦਾ। ਚਲੋ ਤੁਹਾਡੇ ਤੇ ਇੱਥੇ ਕੱਲ ਵੀ ਅਸੀਂ ਦੇਖ ਲਿਆ ਵੱਡੇ ਬੁੱਢੇ ਦੀ ਕਿੰਨੀ ਕੁ ਗੱਲ ਚੱਲਦੀ ਹੈ ਜੀ। ਉੱਥੇ ਸੱਚੀ ਗੱਲ ਹੈ, ਜਿੰਨੇ ਜੇਬਾਂ ਵੇਖੋ ਸਾਰਿਆਂ ਵਿੱਚ ਕੋਈ ਨਾ ਕੋਈ ਕਾਰਡ ਹੋਣਾ ਕਿਸੇ ਲੀਡਰ ਦਾ, ਉਹਨੇ ਸਾਈਨ ਕੀਤੇ ਹੋਣੇ ਨੇ ਮੇਰਾ ਬੰਦਾ। ਉਹ ਫਿਰ ਅਗਲੇ ਵੀ ਡਰ ਜਾਂਦੇ ਨੇ ਫਲਾਣੇ ਦਾ ਬੰਦਾ ਜੇ। ਪਿਆਰੇ ਇੱਕ ਵੱਡੇ ਬੰਦੇ ਦਾ ਕਾਰਡ ਜੇਬ 'ਚ ਹੋਵੇ ਤੇ ਲੋਕੀ ਰਾਹ ਛੱਡ ਜਾਂਦੇ ਨੇ, ਪੁਲਿਸ ਵਾਲੇ ਸਲੂਟ ਮਾਰਦੇ ਨੇ। ਤੇ ਜਿਹਦੇ ਸੀਨੇ ਵਿੱਚ ਅਕਾਲ ਪੁਰਖ ਦਾ ਨਾਮ ਹੋਵੇਗਾ ਉਹਦੀ ਕਿੰਨੀ ਕੁ ਚੱਲਦੀ ਹੋਵੇਗੀ। ਜਾਂ ਕਾ ਕਹਿਆ ਦਰਗਾਹ ਚੱਲੇ, ਧਰਮ ਰਾਜ ਉਹਦੇ ਬੂਹੇ ਤੇ ਖਲੋਤਾ, ਉਹ ਵੀ ਪ੍ਰਮਾਤਮਾ ਦੇ ਭੈ ਵਿੱਚ ਉਹਦੇ ਡਰ ਵਿੱਚ ਕਹੇ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਕਿ ਧਰਮ ਰਾਜ ਨੂੰ ਹਦਾਇਤ ਕੀਤੀ ਗਈ ਹੈ ਕਿ ਜਿੱਥੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਹੋਣ ਤੂੰ ਉਹਨਾਂ ਦੇ ਪੈਰਾਂ ਵਿੱਚ ਖਲੋਣਾ, ਉਹਦੇ ਨਾਲ ਤੇਰੀ ਵੀ ਬੰਦ ਖਲਾਸੀ ਹੋ ਜਾਏਗੀ। ਧਰਮ ਰਾਏ ਨੂੰ ਹੁਕਮ ਹੈ, ਭੈ ਵਿੱਚ ਰਾਜਾ ਧਰਮ ਦੁਆਰ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਖਣ ਗੁਰਤਾਸ ਮਨ ਜਪੈ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨਹਾਰ। ਕਹਿੰਦਾ ਮਹਾਰਾਜ ਤੇਰੀ ਸੇਵਾ ਕਰਨਾ ਸਿੱਖਾ। ਮੈਨੂੰ ਯਾਦ ਹੈ ਸੇਵਾ ਪੰਥੀ ਮਹਾਂਪੁਰਖਾਂ ਦਾ ਇੱਕ ਗ੍ਰੰਥ ਹੈ ਜੀ, ਸੰਤ ਰਤਨਮਾਲ। ਤੇ ਸੰਤ ਸ਼ਬਦ ਸੁਣ ਕੇ ਆਵਾਜ਼ਾਰ ਨਾ ਹੋਇਓ ਮੇਰੀ ਬੇਨਤੀ, ਕਿਉਂਕਿ ਇਹ ਸਮੱਸਿਆ ਹੈ ਜੀ। ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਜ਼ਰੂਰੀ ਨਹੀਂ ਸੰਤ ਫੱਟਾ ਲਾ ਕੇ ਸੰਤ ਕਹੇ। ਸੰਤ ਜੀਵਨ ਦਾ ਇੱਕ ਨਾਮ ਹੈ। ਗੁਲਾਬ ਦੇ ਫੁੱਲ ਪੱਕਾ ਸੁਗੰਧੀ ਦਿੰਦਾ ਤੇ ਮੈਂ ਉੱਤੇ ਲੀਰਾਂ ਲਪੇਟ ਕੇ ਕਹਾਂ ਲੋਕਾਂ ਨੂੰ ਨਾ ਪਤਾ ਲੱਗ ਜਾ। ਲਪੇਟੀ ਜਾਂ ਲੀਰਾਂ ਜਿਹੜੀ ਰੱਬ ਨੇ ਸੁਗੰਧੀ ਦਿੱਤੀ, ਉਹ ਲੀਰਾਂ ਨੂੰ ਵੀ ਪਾੜ ਕੇ ਬਾਹਰ ਆ ਜਾਣੀ। ਮੈਂ ਮੰਨ ਲਓ ਜੀਵਨ ਵਾਲੇ ਨੂੰ ਨਿੰਦੀ ਜਾਵਾਂ, ਮੇਰੇ ਨਿੰਦਣ ਨਾਲ, ਮੇਰੇ ਲੀਰਾਂ ਲਪੇਟਣ ਨਾਲ ਉਹਦੀ ਸੁਗੰਧੀ ਰੁਕ ਜਾਊਗੀ। ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰ। ਹੁਣ ਉਹ ਧਰਮ ਰਾਜ ਉਹ ਜੀ ਰੱਸੇ ਵੜਦੇ ਹੁੰਦੇ ਸਨ।
ਸੇਵਾ ਪੰਥੀ ਨਾ ਜੀ, ਇੱਕ ਉਹਨਾਂ ਕੋਲ ਚਟਾਈ ਹੁੰਦੀ ਸੀ, ਇੱਕ ਝਾੜੂ ਤੇ ਇੱਕ ਬਾਟਾ। ਉਹਦੇ ਕਈ ਕਾਰਨ, ਬਾਟੇ ਨਾਲ ਪਾਣੀ ਪਿਆਣਾ, ਚਟਾਈ ਨਾਲ ਜਿੱਥੇ ਥਾਂ ਮਿਲ ਜਾਣੀ ਉੱਥੇ ਪੈ ਜਾਣਾ, ਤੇ ਝਾੜੂ ਨਾਲ ਗੁਰੂ ਘਰਾਂ ਦੀ ਸੇਵਾ ਕਰਨੀ। ਪਰ ਸਾਡੀ ਬੜੀ ਸਮੱਸਿਆ ਜੀ। ਮੈਂ ਇੱਕ ਦਿਨ ਬੇਨਤੀ ਕੀਤੀ, ਮੰਜੀ ਸਾਹਿਬ ਕਈ ਸਾਲਾਂ ਬਾਅਦ ਬੰਦਾ ਦਰਬਾਰ ਸਾਹਿਬ ਜਾਂਦਾ, ਆ ਕੇ ਪੁੱਛੋ ਕੀ ਕਰਕੇ ਆਏ, ਉਹ ਕਹਿੰਦਾ ਛੱਡੋ ਜਿੱਥੇ ਬੜਾ ਬੁਰਾ ਹਾਲ, ਸਾਰੀ ਰਾਤ ਕਮਰਾ ਹੀ ਨਹੀਂ ਮਿਲਿਆ। ਬੰਦਾ ਪੁੱਛੇ ਤੂੰ ਲੈਣ ਕੀ ਗਿਆ ਸੈਂ? ਕਮਰਾ ਤਾਂ ਨਿਊਜ਼ੀਲੈਂਡ ਵਿੱਚ ਵੀ ਮਿਲ ਸਕਦਾ 5 ਸਟਾਰ 'ਚ, ਕਮਰਾ ਰੁਪਈਆਂ ਨਾਲ ਵੀ ਮਿਲ ਸਕਦਾ ਹੈ, ਪਰ ਗੁਰੂ ਰਾਮਦਾਸ ਦੀ ਪਰਿਕਰਮਾ ਉਹਦੀ ਬਖਸ਼ਿਸ਼ ਨਾਲ ਮਿਲਦੀ ਹੈ, ਉਹਦੇ ਤਰਸ ਨਾਲ। ਇਹ ਚੀਜ਼ ਪੈਸੇ ਨਾਲ ਪਰਿਕਰਮਾ ਲੈ ਸਕੋਗੇ ਇੱਥੇ? ਉਹ ਜੀ ਜਿੱਥੇ ਥਾਂ ਮਿਲਣੀ ਚਟਾਈ ਵਿਛਾ ਕੇ ਸੌਂ ਜਾਣ। ਮੈਂ ਤਾਂ ਵਿੱਚੋਂ ਥੋੜੀਆਂ ਥੋੜੀਆਂ ਸਾਖੀਆਂ ਲੈ ਰਿਹਾ, ਮੈਂ ਪ੍ਰਮਾਣ ਗੂੜੇ ਤਾਂ ਲਾ ਰਿਹਾ ਕਿਤੇ ਕੋਈ ਕੱਲ ਨੂੰ ਕਹਿਣ ਸਮਝ ਨਹੀਂ ਪਈ। ਉਹ ਰੱਸਾਂ ਵੱਟਣ ਪਏ ਜੀ, ਰੱਸਾਂ ਵੱਟ ਕੇ ਲੰਗਰ ਲਾਉਂਦੇ ਸਨ। ਕੋਈ ਮੇਰੇ ਵਰਗਾ ਗਿਆਨੀ ਆ ਕਹਿੰਦਾ, ਬਾਬਾ ਜੀ ਸਾਰਾ ਦਿਨ ਰੱਸੇ ਹੀ ਵੱਟੀ ਜਾਂਦੇ ਹੋ, ਹੱਥ ਵੀ ਤੁਹਾਡੇ ਛਿੱਲੇ ਗਏ, ਉੱਛ ਗਏ, ਇਹ ਰੱਸਾਂ ਕਾਹਦੇ ਲਈ ਵੱਟਦੇ, ਤੁਸੀਂ ਕਿਹੜੇ ਡੰਗਰ ਰੱਖੇ ਨੇ? ਉਹ ਨਾਲੇ ਬੋਲਦੇ ਪਏ ਸਨ ਧੰਨ ਗੁਰੂ ਨਾਨਕ, ਸੇਵਾ ਪੰਥੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਉਹਨੇ ਫਿਰ ਕਿਹਾ ਰੱਸੇ ਕਾਹਦੇ ਲਈ ਵੱਟਦੇ ਹੋ? ਕਹਿਣ ਲੱਗੇ, ਭੜਵਿਆ ਤੂੰ ਆਪਣਾ ਇਹ ਸ਼ਬਦ ਵਰਤਿਆ, ਤੂੰ ਆਪਣਾ ਕੰਮ ਕਰ, ਮੈਨੂੰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ। ਉਹਨੇ ਕਿਹਾ ਮੈਂ ਪੁੱਛਣਾ ਚਾਹੁੰਦਾ ਕਾਹਦੇ ਲਈ? ਕਹਿਣ ਲੱਗੇ ਧਰਮ ਰਾਜ ਲੋਕਾਂ ਦੇ ਗਲ 'ਚ ਰੱਸੇ ਪਾਉਂਦਾ, ਅਸੀਂ ਤਾਂ ਵੱਟਨੇ ਪਏ, ਉਹਦੇ ਗਲ 'ਚ ਰੱਸਾ ਪਾਉਣਾ ਹੈ। ਕਹਿੰਦੇ ਜਿੱਥੇ ਬੰਦਗੀ ਆ ਜਾਏ ਉੱਥੇ ਧਰਮ ਰਾਜ ਦੇ ਗਲ 'ਚ ਵੀ ਪੱਲਾ ਪੈ ਜਾਂਦਾ। ਸ਼ਾਇਦ ਇਹੀ ਕਾਰਨ ਬਾਣੀ ਦਾ ਸ਼ਬਦ ਹੈ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋਂ ਅਣਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ। ਦੂਤ ਗੁਰੂ ਸਾਹਿਬ ਕਹਿੰਦੇ ਧਰਮ ਰਾਜ ਉਹਦੇ ਭੈ 'ਚ ਖਲੋਤਾ, ਦਵਾਜ ਭੈ ਵਿੱਚ ਰਾਜਾ, ਧਰਮ ਦੁਆਰ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਭੈ ਵਿੱਚ ਸੂਰਜ, ਭੈ ਵਿੱਚ ਚੰਦ। ਬਸ ਇਸੇ ਕਰਕੇ ਕਿਹਾ ਜਾਂਦਾ ਭਾਈ ਸੂਰਜ ਦੀ ਪੂਜਾ ਨਾ ਕਰੋ, ਚੰਦਰਮਾ ਦੀ ਪੂਜਾ ਨਾ ਕਰੋ, ਕਿਉਂਕਿ ਇਹ ਵੀ ਰੱਬ ਦੇ ਭੈ ਵਿੱਚ ਨੇ। ਸੂਰਜ ਵੀ ਉਹਦੇ ਭੈ 'ਚ ਜੀ। ਜਦੋਂ ਜਾਪ ਸਾਹਿਬ ਪੜ੍ਹਨੇ ਇੱਕ ਬਚਨ ਹੁੰਦਾ ਕਿ ਅਦਿੱਤ ਸੋਕੈ, ਅਦਿੱਤ ਦਾ ਵੈਸੇ ਅੱਖਰੀ ਅਰਥ ਹੁੰਦਾ ਹੈ ਸੂਰਜ, ਇਹਦੇ ਤੋਂ ਸ਼ਬਦ ਬਣਿਆ ਐਤਵਾਰ। ਗੁਰਬਾਣੀ 'ਚ ਸ਼ਬਦ ਹੁੰਦਾ ਹੈ ਆਦਿਤ ਕਰੈ ਭਗਤ ਆਰੰਭ। ਆਦਿਤ ਦਾ ਮਤਲਬ ਹੈ ਸੂਰਜ। ਸਾਨੂੰ ਸਭ ਨੂੰ ਪਤਾ ਨੇ ਸੂਰਜ ਸੁਕਾ ਦਿੰਦਾ। ਅਸੀਂ ਕਹਿੰਦੇ 4 ਦਿਨ ਸੂਰਜ ਨਿਕਲਿਆ ਆਪੇ ਜ਼ਮੀਨ ਸੁੱਕ ਜਾਣੀ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਸੂਰਜ ਕੱਲਾ ਸੁਕਾਉਣ ਵਾਲਾ ਨਹੀਂ, ਉਸ ਪਰਮਾਤਮਾ ਦੀ ਪੂਜਾ ਕਰ ਜਿਹੜਾ ਇੱਕ ਵਾਰੀ ਚਾਨਣ ਸੱਟੇ ਤੇ ਸੂਰਜ ਨੂੰ ਵੀ ਸੁਕਾ ਦਿੰਦਾ ਹੈ। ਕਿ ਅਦਿੱਤ ਸੋਕੈ, ਇਹਨੂੰ ਬਾਬਾ ਜੀ ਨੇ ਕਿਹਾ ਨਮੋ ਸੂਰਜ, ਸੂਰਜੇ। ਹੁਣ ਜੇ ਸਾਇੰਸ ਨੂੰ ਵੀ ਪੜ੍ਹੋ, ਸਾਇੰਸ ਕਹਿੰਦੀ ਹੈ ਸੂਰਜ ਦੇ ਪਿੱਛੇ ਵੀ ਕੋਈ ਸੂਰਜ, ਜਿਹੜੇ ਪੜ੍ਹਦੇ ਆ ਸਪੇਸ ਬਾਰੇ, ਉਹਦੇ ਪਿੱਛੇ ਇੱਕ ਬਹੁਤ ਵੱਡਾ ਸੂਰਜ ਹੈ। ਪਰ ਸਾਡੀ ਧਰਤੀ ਦਾ ਸੂਰਜ ਇਸ ਤਰ੍ਹਾਂ ਜੇ ਜਿਵੇਂ ਨਿੱਕਾ ਜਿਹਾ ਨਾ ਪੈਨਨ ਲਾਇਆ ਹੋਇਆ ਟਿਮਕਣਾ ਚਮਕਦਾ ਹੋਵੇ। ਫਿਰ ਤੁਸੀਂ ਦੇਖੋ ਉਸ ਰੱਬ ਦੀ ਗੱਲ ਕਰੀਏ ਜਿਹਦੇ ਭੈ 'ਚ ਸੂਰਜ, ਭੈ 'ਚ ਚੰਦਰਮਾ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਅਗਲਾ ਬਚਨ ਕੋਹੋ, ਕਹੋ ਪਾਠ ਨਹੀਂ ਕਰਨਾ। ਫਿਰ ਬੇਨਤੀ ਹੈ, ਜੇ ਖਾਹੇ ਨੂੰ ਔਂਕੜ ਲਾ ਕੇ ਪੜਾਂਗੇ ਤੇ ਅਨਰਥ ਹੋ ਜਾਣੇ ਨੇ। ਕੋਹ ਮੀਲ ਕੋਹ ਨਹੀਂ ਹੁੰਦੇ, ਕੋਹ ਕਰੋੜੀ ਚਲਤ ਨਾ ਅੰਤ। ਇਹ ਸੂਰਜ ਤੇ ਚੰਦਰਮਾ ਦੇਖੋ, ਇੱਕ ਗਲੀਲੀਓ ਵਾਲੀ ਗੱਲ ਵੀ ਬੜੀ ਸਪਸ਼ਟ ਹੁੰਦੀ ਇਹਦੇ 'ਚ। ਬਾਈਬਲ ਨੇ ਕਿਹਾ ਸੀ ਕਿ ਧਰਤੀ ਨਹੀਂ ਘੁੰਮਦੀ, ਪਰ ਉਹਨੇ ਵਿਚਾਰੇ ਸਿੱਧ ਕਰ ਦਿੱਤਾ ਲਾਲਟਨ ਨੂੰ ਦੇਖ ਕੇ ਨਾ। ਉਹਨੇ ਕਿਹਾ ਧਰਤੀ ਘੁੰਮਦੀ, ਉਹਨੇ ਪੋਪ ਨੇ ਕਿਹਾ ਮਾਰੋ ਇਹਨੂੰ, ਬਾਈਬਲ ਦੇ ਵਿਰੋਧ ਜਾ ਰਿਹਾ। ਧਰਤੀ ਨਹੀਂ ਘੁੰਮਦੀ, ਤੂੰ ਲਿਖ ਦੇ ਕਿਤਾਬ 'ਚ। ਉਹਨੂੰ ਸਜ਼ਾ ਦੇਣ ਲੱਗੇ, ਕਹਿੰਦਾ ਰੱਬ ਦਾ ਵਾਸਤਾ ਜੇ ਮੈਨੂੰ ਮਾਰ ਲਓ ਭਾਵੇਂ, ਮੈਂ ਲਿਖ ਦੇਣਾ ਕਿਤਾਬ 'ਚ ਕੋਈ ਨਹੀਂ ਘੁੰਮਦੀ, ਪਰ ਇਹਨੇ ਘੁੰਮੀ ਜਾਣਾ, ਮੈਂ ਕੀ ਕਰਾਂ? ਜਿਹਨੇ ਕਮਾਈ ਉਹਨੂੰ ਪੁੱਛੋ, ਮੇਰੇ ਨਾਂ ਲਿਖਣ ਨਾਲ ਤੇ ਰੁਕਣੀ ਕੋਈ ਨਹੀਂ। ਮੇਰੇ ਸਤਿਗੁਰੂ ਨੇ ਇੱਕ ਨਾ ਇੰਜੀਨੀਅਰ ਸ਼ਬਦ ਵਰਤਦੇ ਨੇ, ਐਂਡਲੈਸ ਟਰੈਕ। ਹਾਂਜੀ, ਉਹ ਚੀਜ਼ ਜਿਹੜੀ ਗੁਲਾਈ ਤੇ ਘੁੰਮੀ ਜਾਂਦੀ, ਜਿਹਦਾ ਅੰਤ ਕਦੀ ਨਹੀਂ ਆਉਂਦਾ, ਅੰਤ ਕਦੀ ਨਹੀਂ ਆਉਣਾ। ਬਸ ਆਹ ਜਿਹੜਾ ਸ਼ਬਦ ਇੰਜੀਨੀਅਰ ਵਰਤੇ ਨੇ, ਬਾਬਾ ਜੀ ਸਦੀਆਂ ਪਹਿਲਾਂ ਕਹਿ ਗਏ ਕੋਹ ਕਰੋੜੀ ਚਲਤ ਨਾ ਅੰਤ। ਗੁਲਾਈ 'ਚ ਘੁੰਮੀ ਜਾਂਦੇ ਨੇ, ਇਹਨਾਂ ਵਿਚਾਰਿਆਂ ਦਾ ਅੰਤ ਥੋੜ੍ਹਾ ਹੋਣਾ ਘੁੰਮ ਘੁੰਮ ਕੇ। ਇਹ ਐਂਡਲੈਸ ਟਰੈਕ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕਹੋ ਕਰੋੜੀ ਚਲਤ ਨਾ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਸਿੱਧੀਆਂ ਪ੍ਰਾਪਤ ਕਰ ਚੁੱਕੇ ਜਿਹੜੇ ਜੋਗੀ ਨੇ, ਉਹ ਵੀ ਰੱਬ ਦੇ ਭੈ ਵਿੱਚ ਨੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਬੁੱਧ ਗਿਆਨਵਾਨ ਬੁੱਧ ਨੇ, ਉਹ ਵੀ ਪਰਮਾਤਮਾ ਦੇ ਭੈ ਵਿੱਚ ਨੇ।
ਹਜ਼ੂਰ ਕਹਿੰਦੇ ਦੇਵਤੇ ਵੀ ਉਹਦੇ ਭੈ ਵਿੱਚ, ਤੇ ਜਿਹੜੇ ਵੱਡੇ ਵੱਡੇ ਨਾਥ ਜੋਗੀ ਨੇ ਉਹ ਵੀ ਉਹਦੇ ਭੈ ਵਿੱਚ ਸਿੱਧ ਬੁੱਧ ਸਰਨਾਥ ਭੈ ਵਿੱਚ ਆ ਡਾਣੇ ਆਕਾਸ਼। ਨਾਣੇ ਨੂੰ ਇੱਕ ਲਾਂ ਲੱਗੀ, ਐੜੇ ਨੂੰ ਕੰਨਾ ਲੱਗਾ। ਭੈ ਵਿੱਚ ਆ ਡਾਣੇ ਆਕਾਸ਼। ਆ ਡਾਣੇ ਦਾ ਅਰਥ ਤਣਿਆ ਹੋਇਆ। ਜਿਹੜਾ ਆਕਾਸ਼ ਚੰਦੋਵੇ ਦੀ ਤਰ੍ਹਾਂ ਤੇਰੇ ਸਿਰ ਤੇ ਤਣਿਆ ਹੋਇਆ, ਇਹ ਆਕਾਸ਼ ਵੀ ਰੱਬ ਦੇ ਭੈ ਵਿੱਚ ਹੀ ਖਲੋਤਾ ਹੋਇਆ। ਸਪੇਸ ਜਿਹੜੀ ਹੈ ਉਹਦੇ ਭੈ ਵਿੱਚ ਹੈ। ਭੈ ਵਿੱਚ ਆ ਡਾਣੇ ਆਕਾਸ਼। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ, ਭੈ ਵਿੱਚ ਜੋਧ ਮਹਾਬਲ ਸੂਰ, ਵੱਡੇ ਵੱਡੇ ਸੂਰਮੇ ਮਹਾਬਲੀ ਜੋਧੇ, ਇਹ ਵੀ ਪਰਮਾਤਮਾ ਦੇ ਭੈ 'ਚ ਜੇ। ਇੰਨੇ ਭੈ 'ਚ ਨੇ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਉਹਦੇ ਦਰ ਦੇ ਮੰਗਤੇ ਨੇ ਸੂਰਮੇ। ਵੀਰ ਅਪਾਰ ਵੱਡੇ ਬਰਿਆਰ, ਅਬ ਚਾਰੈ ਸਾਰ ਕੀ ਧਾਰ ਪਸ਼ਈਆ, ਤੋਰਤ ਦੇਸ਼ ਮਲਿੰਦ ਮਵਾਸਨ, ਮਾਤੇ ਗਿਆਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨਹਾਰ, ਸੋ ਬਾਤਨ ਹੀ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ। ਸਾਰਿਆਂ ਦਾ ਮਾਲਕ, ਜਾਚਕ ਅਨੇਕ, ਸੋ ਏਕ ਦਵਈਆ। ਇਹੋ ਜਿਹਾ ਜੋਧ ਮਹਾਬਲਸੂਰ ਉਹਦੇ ਦਰ ਦੇ ਮੰਗਤੇ ਨੇ। ਸਤਿਗੁਰੂ ਕਹਿੰਦੇ ਨੇ ਇਹ ਵੀ ਪਰਿਪੂਰਨ ਪਰਮਾਤਮਾ ਦੇ ਭੈ ਵੀ ਚੱਲਦੇ ਨੇ। ਭੈ ਵਿੱਚ ਆਵਹਿ ਜਾਵਹਿ ਪੂਰ। ਪੂਰ ਸਮਝਣਾ ਜੀ, ਬੇੜੀ 'ਚ ਬੈਠੇ ਹੋਏ ਲੋਕ, ਆਵੇਂ ਜਾਵੇਂ ਦਰ ਤੇ ਉਹਦੇ ਭੈ ਵਿੱਚ ਹੀ ਲੋਕ ਜੰਮਦੇ ਪਏ ਨੇ, ਉਹਦੇ ਭੈ ਵਿੱਚ ਹੀ ਲੋਕ ਮਰਦੇ ਪਏ ਨੇ। ਪੂਰਾਂ ਦੇ ਪੂਰ ਸਗਲਿਆਂ ਭਉ ਲਿਖਿਆ ਸਿਰਲੇਖ। ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ ਸਭ ਦੇ ਮੱਥੇ ਤੇ ਲੇਖ ਲਿਖੇ ਨੇ ਭੈ ਦੇ। ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਸਿਰਫ ਇੱਕ ਹੈ ਉਹ ਭੈ ਤੋਂ ਰਹਿਤ, ਉਹਨੂੰ ਕਿਸੇ ਦਾ ਭੈ ਨਹੀਂ। ਉਹ ਹੈ ਆਕਾਰ ਤੋਂ ਰਹਿਤ ਪਰਮਾਤਮਾ। ਇਸ ਲੜੀ ਨੂੰ ਕੱਲ ਨੂੰ ਫਿਰ ਅੱਗੇ ਤੋਰਾਂਗੇ ਭੈ ਤੋਂ ਹੀ। ਪਰ ਕੱਲ ਇੱਕ ਮਹਾਰਾਜ ਹੋਰ ਬਚਨ ਕਰਨਗੇ, ਈਰਖਾ 'ਚ ਨਹੀਂ ਲੈਣਾ। ਕਹਿੰਦੇ ਨੇ ਜਿਸ ਰਾਮ ਨੂੰ ਤੁਸੀਂ ਪੂਜਦੇ ਹੋ, ਇਹੋ ਜਿਹਾ ਪਤਾ ਨਹੀਂ ਕਿੰਨੇ ਕੁ ਰਾਮ ਮੇਰੇ ਰੱਬ ਦੇ ਦਰ ਦੇ ਧੂੜ ਦੀ ਤਰ੍ਹਾਂ ਪਏ ਹੋਏ ਨੇ। ਜਿਸ ਕ੍ਰਿਸ਼ਨ ਨੂੰ ਤੁਸੀਂ ਮੰਨਦੇ ਹੋ, ਪਤਾ ਨਹੀਂ ਕਿੰਨੇ ਕੁ ਕ੍ਰਿਸ਼ਨ ਉਹਦੇ ਦਰ ਤੇ ਰਾਸ ਪੈ ਪਾਉਂਦੇ ਨੇ। ਇਹ ਅਸੀਂ ਕੱਲ ਨੂੰ ਆਪ ਜ਼ਰੂਰ ਸਲੋਕ ਪੜ੍ਹ ਕੇ ਆਇਆ ਕਰਿਆ ਜੀ। ਇਹਦੇ ਨਾਲ ਅਰਥਾਂ ਵਿੱਚ ਮੈਨੂੰ ਹੋਰ ਸੁਖੈਨਤਾ ਮਹਿਸੂਸ ਹੋਵੇਗੀ। ਮੈਂ ਟਾਈਮ ਪਹਿਲੇ ਦਿਨ ਹੀ ਗਲਤੀ ਕਰ ਲਈ ਹੈ, ਮੈਨੂੰ ਬਖਸ਼ ਦਿਆ ਜੇ ਪਲੀਜ਼। ਮੇਰੇ ਵੱਸ ਦੀ ਗੱਲ ਕੋਈ ਨਹੀਂ ਜੇ, ਪਰ ਅਜੇ ਵੀ ਮੈਂ ਆਪਣੇ ਆਪ ਨੂੰ ਸੰਕੋਚ ਕੇ ਚੱਲਿਆ ਵਾਂ, ਕਿਉਂਕਿ ਸਾਲ ਬਾਅਦ ਆਉਣਾ ਹੁੰਦਾ ਹੈ ਅਤੇ ਮੈਨੂੰ ਪਤਾ ਤੁਸੀਂ ਵੀ ਕੰਮ ਕਾਰ ਕਰਨਾ। ਮੈਂ ਤਾਂ ਸਵੇਰੇ ਉੱਠ ਕੇ ਨਿਤਨੇਮ ਕਰਕੇ ਪੈ ਜਾਣਾ, ਤੁਸੀਂ ਕੰਮ ਕਾਰ ਕਰਨ ਵਾਲੇ ਬਖਸ਼ ਦਿਆ ਜੀ। ਕੱਲ੍ਹ ਨੂੰ ਆਪਾਂ ਥੋੜ੍ਹਾ ਜਿਹਾ ਸਿਮਰਨ ਵੀ ਕਰਾਂਗੇ।